ठीक है, हो गई शुरू। अच्छा, डिकार्ड जिहड़ा है वो उन्हें जद कहा कि मैं सोचना ते मैं हाँ, ਤੇ ਉਹਦੀ ਪਹਿਲੀ ਦਲੀਲ ਇਹ ਸੀ ਕਿ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਜਿਵੇਂ ਅਸੀਂ ਉਹਨਾਂ ਨੂੰ ਵੇਖਦੇ ਆ ਚੀਜ਼ਾਂ ਨੂੰ, ਉਹ ਸਾਨੂੰ ਭੁਲੇਖਾ ਪਾ ਸਕਦੀਆਂ ਨੇ। ਮਿਸਾਲ ਦੇ ਤੌਰ ਤੇ ਉਹਨੇ ਉਹਦੀ ਮਿਸਾਲ ਦਿੱਤੀ। ਉਹਨੇ ਕਿਹਾ ਜੀ ਮਿਸਾਲ ਉਹਦੀ ਇਹ ਹੈਗੀ ਹੈ ਕਿ ਜਿਵੇਂ ਦੂਰ ਤੋਂ ਚੀਜ਼ਾਂ ਨਿੱਕੀਆਂ ਨਜ਼ਰ ਆਉਂਦੀਆਂ ਨੇ ਤੇ ਲਾਗੇ ਤੋਂ ਚੀਜ਼ਾਂ ਵੱਡੀਆਂ ਨਜ਼ਰ ਆਉਂਦੀਆਂ ਨੇ। ਤੁਸੀਂ ਵੇਖਿਆ ਹੋਏਗਾ ਕਿ ਜਹਾਜ਼ ਜਿਹੜਾ ਅਸਮਾਨ ਤੇ ਜਦੋਂ ਉੱਡਦਾ ਹੈ ਤੇ ਤੁਸੀਂ ਥੱਲਿਓਂ ਜ਼ਮੀਨ ਤੋਂ ਵੇਖਦੇ ਹੋ ਤੇ ਉਹ ਐਵੇਂ ਕੋਈ 3-4 ਇੰਚ ਦਾ ਹੁੰਦਾ ਹੈ, ਲੇਕਿਨ ਇਹ ਹੈ ਕਿ ਜਦੋਂ ਉਹ ਜ਼ਮੀਨ ਤੇ ਖੜਾ ਹੁੰਦਾ ਹੈ ਤੇ ਚੰਗਾ ਭਲਾ ਆਪਣਾ ਕਈ ਗਜ਼ਾਂ ਦੇ ਉੱਤੇ ਉਹਦਾ ਕੱਦ ਬਹੁਤ ਹੁੰਦਾ ਹੈ। ਤੇ ਇਸ ਵਾਸਤੇ ਉਹਨੇ ਕਿਹਾ ਜੀ ਕਿ ਇਹਦਾ ਮਤਲਬ ਹੋਇਆ ਕਿ ਸਾਡਾ ਜਿਹੜਾ ਦੇਖਣਾ ਹੈ, ਸਾਡੇ ਹਵਾਸਾਂ ਦਾ ਜਿਹੜਾ ਦੇਖਣਾ ਹੈ, ਉਹ ਤੇ ਡਿਪੈਂਡ ਕਰਦਾ ਅਸੀਂ ਕਿੱਥੋਂ ਖਲੋ ਕੇ ਵੇਖ ਰਹੇ ਹਾਂ ਕਿਸੇ ਸ਼ੈ ਨੂੰ, ਤੇ ਉਹ ਜਿੱਥੋਂ ਵੀ ਅਸੀਂ ਵੇਖ ਰਹੇ ਹਾਂ ਉਹ ਭੁਲੇਖੇ ਵਾਲੀ ਗੱਲ ਹੋ ਸਕਦੀ ਹੈ, ਇੱਕ ਗੱਲ। ਦੂਜੀ ਉਹਦੀ ਦਲੀਲ ਇਹ ਸੀ ਕਿ ਜਦੋਂ ਅਸੀਂ ਖਾਬ ਵੇਖ ਰਹੇ ਹੁੰਦੇ ਹਾਂ ਤੇ ਖਾਬਾਂ ਦੇ ਵਿੱਚ ਜਿਸ ਵੇਲੇ ਤੱਕ ਅਸੀਂ ਖਾਬ ਦੇ ਵਿੱਚ ਹੁੰਦੇ ਹਾਂ ਤੇ ਸਾਡੇ ਨਾਲ ਸਾਡੇ ਹਵਾਸ ਤੇ ਉਸ ਵੇਲੇ ਨਹੀਂ ਕੰਮ ਕਰ ਰਹੇ ਹੁੰਦੇ, ਹਵਾਸ ਤੇ ਸੁੱਤੇ ਹੁੰਦੇ ਨੇ, ਲੇਕਿਨ ਇਹ ਹੈ ਕਿ ਸਾਡੇ ਨਾਲ ਜੋ ਕੁਝ ਹੋ ਰਿਹਾ ਹੁੰਦਾ ਹੈ ਉਹ ਉਂਝ ਹੀ ਹੈ ਜਿਵੇਂ ਅਸਲੀ ਜ਼ਿੰਦਗੀ ਦੇ ਵਿੱਚ ਹੁੰਦਾ ਹੈ। ਉਸ ਵੇਲੇ ਤੁਸੀਂ ਪਛਾਣ ਨਹੀਂ ਕਰ ਸਕਦੇ ਕਿ ਇਹ ਮੈਂ ਖਾਬ ਵੇਖ ਰਿਹਾ ਕਿ ਜਾਂ ਮੈਂ ਅਸਲੀ ਜ਼ਿੰਦਗੀ 'ਚ ਹੈ। ਇਸ ਲਈ ਤੁਸੀਂ ਵੇਖਿਆ ਹੋਏਗਾ ਕਿ ਬੰਦਾ ਬਹੁਤੇ ਵੇਲੇ ਜਦੋਂ ਭੈੜਾ ਖਾਬ ਹੁੰਦਾ ਹੈ ਤੇ ਬੰਦਾ ਉੱਠਦਾ ਤੇ ਕਹਿੰਦਾ ਸ਼ੁਕਰ ਹੈ ਖਾਬ ਹੀ ਸੀਗਾ, ਅਸਲੀ ਜੇ ਹੋ ਜਾਂਦਾ ਐਵੇਂ ਤੇ ਫੇਰ ਤੇ ਬੜਾ ਹੀ ਭੈੜਾ ਹੋਣਾ ਸੀ। ਤੇ ਉਹਦਾ ਕਹਿਣ ਦਾ ਮਤਲਬ ਇਹ ਸੀ ਕਿ ਜਿਹੜੇ ਅਸੀਂ ਜੋ ਕੁਝ ਅਸੀਂ ਦੇਖ ਰਹੇ ਹਾਂ, ਲਿਖ ਰਹੇ ਹਾਂ, ਕਹਿ ਰਹੇ ਹਾਂ, ਕਿਆ ਇਹ ਖਾਬ ਵਿੱਚ ਕਰ ਰਹੇ ਹਾਂ ਜਾਂ ਹਕੀਕਤ ਦੇ ਵਿੱਚ ਕਰ ਰਹੇ ਹਾਂ। ਇਹਦੇ ਵਿੱਚ ਫਰਕ ਕਿਵੇਂ ਕੀਤਾ ਜਾ ਸਕਦਾ, ਇਹਦੇ ਵਿੱਚ ਫਰਕ ਕਰਨਾ ਮੁਮਕਿਨ ਨਹੀਂ ਹੈਗਾ। ਇਸ ਲਈ ਇਹਦੇ ਤੋਂ ਵੀ ਸਾਡੀ ਹਸਤੀ ਜਿਹੜੀ ਹੈ ਉਹ ਸਾਬਤ ਨਹੀਂ ਹੁੰਦੀ। ਮਤਲਬ ਇਹ ਦੋ ਉਹਦੀਆਂ ਵੱਡੀਆਂ ਦਲੀਲਾਂ ਸਨ। ਅੱਛਾ, ਲੇਕਿਨ ਉਹਨੇ ਕਿਹਾ ਕਿ ਗੱਲ ਇਹ ਹੈਗੀ ਹੈ ਕਿ ਇਹ ਜਿਹੜਾ ਮੈਂ ਸ਼ੱਕ ਕਰ ਰਿਹਾ, ਮੇਰਾ ਸ਼ੱਕ ਕਰਨਾ ਜਿਹੜਾ ਹੈਗਾ, ਇੱਕ ਤਾਂ ਮੈਂ ਸ਼ੱਕ ਇਹ ਕਰ ਰਿਹਾ ਕਿ ਦੂਰੋਂ ਚੀਜ਼ਾਂ ਜਿਹੜੀਆਂ ਨੇ ਉਹ ਛੋਟੀਆਂ ਨਜ਼ਰ ਆਉਂਦੀਆਂ ਨੇ, ਲਾਗੋਂ ਵੱਡੀਆਂ ਨਜ਼ਰ ਆਉਂਦੀਆਂ ਨੇ, ਤੇ ਖਾਬ ਦੇ ਵਿੱਚ ਹਾਂ ਕਿ ਮੈਂ ਹਕੀਕੀ ਦੁਨੀਆ ਦੇ ਵਿੱਚ ਹਾਂ। ਇਹ ਜਿਹੜਾ ਮੈਂ ਸ਼ੱਕ ਕਰ ਰਿਹਾ ਚੀਜ਼ਾਂ ਦੇ ਉੱਤੇ, ਇਹਦਾ ਮਤਲਬ ਹੈ ਕਿ ਮੇਰੀ ਕੋਈ ਹਸਤੀ ਹੈ ਜਿਹੜੀ ਇਹ ਸ਼ੱਕ ਕਰ ਰਹੀ ਹੈ। ਜੇ ਮੇਰੀ ਕੋਈ ਹਸਤੀ ਨਾ ਹੋਵੇ ਤੇ ਫਿਰ ਸ਼ੱਕ ਕਿਹਨੇ ਕਰਨਾ ਹੈ? ਤੇ ਉਹਨੇ ਕਿਹਾ ਕਿ ਇਹ ਚੂੰਕਿ ਮੈਂ ਸ਼ੱਕ ਕਰ ਸਕਦਾ ਜਾਂ ਸੋਚਣਾ ਹੈ, ਇਸ ਵਾਸਤੇ ਮੇਰੀ ਹਸਤੀ ਦਾ ਸਬੂਤ ਇਹ ਹੈ ਕਿ ਮੈਂ ਸ਼ੱਕ ਕਰ ਸਕਦਾ ਹੈ, ਮੈਂ ਭੁਲੇਖੇ ਦੇ ਬਾਰੇ ਚ ਗੱਲ ਕਰ ਸਕਦਾ ਹੈ। ਇਸ ਵਾਸਤੇ ਜਿਹੜਾ ਹੈ ਉਹ ਮੈਂ ਜਿਸ ਕਰਨਾ ਹੈ। ਅੱਛਾ, ਇਸੇ ਤੋਂ ਉਹਨੇ ਫਿਰ ਉਹਨੇ ਆਪਣਾ ਜਿਹੜਾ ਫਲਸਫਾ ਬਣਾਇਆ ਉਹ ਇਹ ਸੀ ਕਿ ਜਿਹੜਾ ਬੰਦੇ ਦਾ ਪੂਰਾ ਜਿਹੜਾ ਵਜੂਦ ਹੈ ਉਹਦੇ ਦੋ ਹਿੱਸੇ ਨੇ, ਇੱਕ ਤੇ ਉਹਦਾ ਜ਼ਿਹਨ ਹੈ ਔਰ ਦੂਜਾ ਉਹਦਾ ਜਿਹੜਾ ਹੈ ਉਹ ਜਿਸਮ ਹੈ। ਤੇ ਉਹਨੇ ਕਿਹਾ ਕਿ ਜਿਹੜਾ ਬੰਦੇ ਦਾ ਜਿਸਮ ਹੈ ਉਹ ਇੰਝ ਹੀ ਹੈ, ਜੁੱਸਾ ਜਿਹੜਾ ਹੈ ਬੰਦੇ ਦਾ, ਬਾਡੀ ਜਿਹੜੀ ਹੈ ਉਹ ਇੰਝ ਹੀ ਹੈ ਜਿਵੇਂ ਕੋਈ ਵੀ ਮਸ਼ੀਨ ਹੁੰਦੀ ਹੈ ਦੁਨੀਆ ਦੀ। ਤੇ ਉਹਦੇ ਮਸ਼ੀਨੀ ਅਸੂਲ ਨੇ, ਉਹਦੇ ਪੁਰਜ਼ੇ ਵੀ ਕੀਤੇ ਜਾ ਸਕਦੇ ਨੇ ਤੇ ਪੁਰਜ਼ਿਆਂ ਨੂੰ ਜੋੜਿਆ ਵੀ ਜਾ ਸਕਦਾ ਹੈ। ਇਹ ਉਹਦੀ ਮੰਤਕ ਹੈ ਸੀ। ਲੇਕਿਨ ਜਿਹੜਾ ਜ਼ਿਹਨ ਹੈ ਉਹ ਮਸ਼ੀਨ ਨਹੀਂ ਹੈ, ਉਹ ਇੱਕ ਇਕਾਈ ਹੈ, ਉਹ ਇੱਕ ਯੂਨਿਟੀ ਹੈ, ਇੱਕ ਯੂਨਿਟ ਹੈ, ਉਹਦੇ ਵਿੱਚ ਇੱਕ ਹਾਰਮਨੀ ਹੈ ਜ਼ਿਹਨ ਦੇ ਵਿੱਚ। ਤੇ ਉਹਨੇ ਕਿਹਾ ਕਿ ਜਿਹੜਾ ਜ਼ਿਹਨ ਹੈ ਉਹ ਤੇ ਮਸ਼ੀਨੀ ਨਹੀਂ ਹੈਗਾ, ਲੇਕਿਨ ਜਿਸਮ ਜਿਹੜਾ ਹੈਗਾ ਉਹ ਮਸ਼ੀਨੀ ਹੈਗਾ। ਇਹਨੂੰ ਜਿਹੜਾ ਹੈ ਉਹ ਕਿਹਾ ਜਾਂਦਾ ਹੈ ਕਾਰਟੇਜ਼ੀਅਨ ਡੁਐਲਿਟੀ। ਡਿਕਾਰਟੀ ਦੌਰ, ਇਹਦਾ ਮੈਂ ਤਰਜਮਾ ਕੀਤਾ ਹੈ ਡਿਕਾਰਟੀ ਦੌਰ।
ਦੌਰ ਦਾ ਮਤਲਬ ਜਿਹਦੇ ਵਿੱਚ ਦੋ ਪਰਤਾਂ ਨੇ, ਯਾਨੀ ਇੱਕ ਜਿਸਮ ਹੈ ਤੇ ਇੱਕ ਦਿਮਾਗ ਹੈ। ਤੇ ਇਹ ਜਿਹੜੀ ਡਿਕਾਰਟੀ ਦੌਰ ਹੈ ਉਹ ਇਸੇ ਗੱਲ ਦੇ ਉੱਤੇ ਜਿਹੜੀ ਹੈ ਉਹ ਬਣੀ ਹੋਈ ਹੈ ਕਿ ਬੰਦੇ ਦਾ ਜਿਸਮ ਔਰ ਜਿਹੜਾ ਉਹਦਾ ਜ਼ਿਹਨ ਹੈ ਉਹ ਦੋ ਵੱਖਰੀਆਂ ਵੱਖਰੀਆਂ ਹਕੀਕਤਾਂ ਨੇ। ਤੁਸੀਂ ਹੈਰਾਨ ਹੋਵੋਗੇ ਕਿ ਇਹ ਜਿਹੜੀ ਡਿਸਕਸ਼ਨ ਹੈ ਡਿਕਾਰਟੀ ਦੌਰ ਦੀ, ਇਹ ਹੁਣ ਵੀ ਜਿਹੜੀ ਇਸ ਵੇਲੇ ਵੀ ਜਿਹੜਾ ਚੌਮਸਕੀ ਔਰ ਬਾਕੀ ਜਿਹੜੇ ਲਿੰਗੁਇਸਟ ਔਰ ਫਿਲਾਸਫਰ ਨੇ ਉਹਨਾਂ ਵਿੱਚ ਬਹੁਤ ਡਿਬੇਟ ਹੋ ਰਹੀ ਹੈ ਕਿ ਜੇ ਆਪਣਾ ਡਿਕਾਰਟੀ ਦੌਰ ਨੂੰ ਮੰਨ ਲਿਆ ਜਾਵੇ, ਮਸਲਨ ਚੌਮਸਕੀ ਦਾ ਇਹ ਕਹਿਣਾ ਕਿ ਜੇ ਡਿਕਾਰਟੀ ਦੌਰ ਨੂੰ ਮੰਨ ਲਿਆ ਜਾਵੇ ਤੇ ਫਿਰ ਜਿਹੜਾ ਜ਼ਿਹਨ ਹੈ ਉਹ ਵੀ ਉੱਤੇ ਵੀ ਰਿਸਰਚ ਕੀਤੀ ਜਾ ਸਕਦੀ ਹੈ ਔਰ ਉਹਦੇ ਬੇਸਿਕ ਅਸੂਲ ਲੱਭੇ ਜਾ ਸਕਦੇ ਨੇ। ਖੈਰ ਇਹ ਗੱਲ ਬਾਅਦ ਚ ਕਰਾਂਗੇ। ਤੇ ਉਹਦਾ ਇਹ ਕਹਿਣਾ ਕਿ ਦੋਵੇਂ ਵੱਖ-ਵੱਖ ਖਾਨੇ ਨੇ। ਅੱਛਾ, ਤੇ ਉਹ ਕਹਿੰਦਾ ਕਿ ਬੰਦੇ ਦਾ ਜਿਹੜਾ ਜ਼ਿਹਨ ਹੈ ਉਹ ਇੱਕ ਵੱਖਰਾ ਤੱਤ ਹੈ, ਸਬਸਟੈਂਸ ਹੈ, ਤੇ ਉਹਦਾ ਜਿਹੜਾ ਬਾਕੀ ਸ਼ੈਵਾਂ ਦੇ ਵਿੱਚ ਵਿਖਾੜਾ ਹੈ, ਯਾਨੀ ਦੁਨੀਆ ਦੀਆਂ ਬਾਕੀ ਜਿਹੜੀਆਂ ਸ਼ੈਵਾਂ ਨੇ ਉਹਨਾਂ ਵਿੱਚ ਜਿਹੜਾ ਵਿਖਾੜਾ ਹੈ ਉਹ ਉਹਦਾ ਵਿਖਾੜਾ ਹੈ। ਅੱਛਾ, ਉਹਦਾ ਇਸ ਨੂੰ ਜ਼ਿਹਨ ਔਰ ਜਿਸਮ ਨੂੰ ਵੱਖਰੇ ਵੱਖਰੇ ਕਹਿਣ ਦੀ ਪਾਰੋਂ ਉਹਦਾ ਇਹ ਵੀ ਮੰਨਣਾ ਸੀ ਕਿ ਜਿਹੜੇ ਜਾਨਵਰ ਨੇ ਜਿਹੜੇ ਜਾਨਵਰ ਨੇ ਔਰ ਬਾਕੀ ਚੀਜ਼ਾਂ ਨੇ ਉਹਨਾਂ ਦੇ ਵਿੱਚ ਦਿਮਾਗ ਨਹੀਂ ਹੁੰਦਾ, ਦਿਮਾਗ ਵੀ ਨਹੀਂ ਹੁੰਦਾ ਤੇ ਉਹਨਾਂ ਦੇ ਵਿੱਚ ਰੂਹ ਵੀ ਨਹੀਂ ਹੁੰਦੀ, ਤੇ ਉਹ ਜਿਹੜੇ ਨੇ ਉਹ ਸਿਰਫ ਇੱਕ ਮਸ਼ੀਨੀ ਤਰੀਕੇ ਦੇ ਨਾਲ ਬਣਦੇ ਔਰ ਚੱਲਦੇ। ਤੇ ਉਹਦਾ ਕਹਿਣਾ ਸੀ ਕਿ ਇਹ ਨਹੀਂ ਇਹ ਕਿਹਾ ਜਾਂਦਾ ਹੈ ਕਿ ਇਹਦੀ ਜਿਹੜਾ ਫਲਸਫਾ ਸੀ ਇਹ ਜਦੋਂ ਪਾਪੂਲਰ ਹੋਇਆ ਤੇ ਉਹਦੇ ਨਤੀਜੇ ਦੇ ਤੌਰ ਤੇ ਯੂਰਪ ਵਿੱਚ ਜਾਨਵਰਾਂ ਦੀ ਮਾਰਾਮਾਰੀ ਬਹੁਤ ਹੋਈ। ਮਤਲਬ ਲੋਕੀ ਜਾਨਵਰਾਂ ਨੂੰ ਬਗੈਰ ਸੋਚੇ ਸਮਝੇ ਮਾਰ ਕੇ ਖਾਣ ਲੱਗ ਪਏ ਜਾਂ ਮਾਰਨ ਲੱਗ ਪਏ। ਉਹਦੀ ਪਿੱਛੇ ਇਹਦੀ ਡਿਕਾਰਟ ਦੀ ਇਹ ਫਲਸਫਾ ਸੀ। ਲੇਕਿਨ ਇਹ ਹੈ ਕਿ ਜਦੋਂ ਡਾਰਵਨ ਨੇ ਆ ਕੇ ਇਹ ਸਾਬਤ ਕੀਤਾ ਕਿ ਜਿਹੜਾ ਇਨਸਾਨ ਹੈ ਉਹ ਵੀ ਜਾਨਵਰ ਤੋਂ ਬਣਿਆ ਹੈ ਤੇ ਉਹਨਾਂ ਦੇ ਸਾਰਿਆਂ ਦੇ ਵਿੱਚ ਸਾਰੀ ਜਿਹੜੀ ਹਯਾਤ ਹੈ, ਸਾਰੀ ਜਿਹੜੀ ਲਾਈਫ ਹੈ ਉਹਦੇ ਵਿੱਚ ਇੱਕ ਸਿਲਸਿਲਾ ਹੈ, ਉਹਦੀ ਇੱਕ ਜੁੜਤ ਹੈ, ਤੇ ਉਸ ਤੋਂ ਬਾਅਦ ਫਿਰ ਉਹਦੇ ਵਿੱਚ ਕੁਝ ਫਰਕ ਪਿਆ। ਅੱਛਾ, ਇਹਦੇ ਨਾਲ ਤੁਸੀਂ ਹੁਣ ਯਾਦ ਕਰੋ ਕਿ ਜਿਹੜਾ ਡਿਕਾਰਟ ਦਾ ਇਹ ਸਿਸਟਮ ਹੈ ਜ਼ਿਹਨ ਦਾ ਔਰ ਦਿਮਾਗ ਦਾ, ਇਹਦੇ ਨਾਲ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਅਰਸਤੂ ਦਾ ਨਜ਼ਰੀਆ ਸੀ ਸੈਂਸ ਔਰ ਸਬਸਟੈਂਸ, ਜੀ ਜਿਹੜਾ ਸੈਂਸ ਔਰ ਸਬਸਟੈਂਸ ਵਾਲਾ ਸੀ ਜੀ, ਹਾਂਜੀ, ਉਹ ਜਿਹੜਾ ਸੀ ਇਹਨੇ ਉਹਨੂੰ ਉਲਟ ਦਿੱਤਾ, ਇਹਨੇ ਉਹਨੂੰ ਉਗਾ ਦਿੱਤਾ। ਅੱਛਾ, ਉਹ ਜਿਹੜਾ ਇਹਦਾ ਫਲਸਫਾ ਸੀ ਇਸ ਵਾਸਤੇ ਉਹ ਨਵੀਆਂ ਸਾਇੰਸਾਂ ਦਾ ਮੁੱਢ ਬਣਿਆ। ਮੈਂ ਹੁਣ ਗੱਲ ਅੱਗੇ ਚੱਲ ਕੇ ਕਰਾਂਗੇ ਕਿਵੇਂ ਬਣਿਆ। ਅੱਛਾ, ਲੇਕਿਨ ਇਹ ਹੈ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਸ ਵੇਲੇ ਜਿਸ ਵੇਲੇ ਡਿਕਾਰਟ ਲਿਖ ਰਿਹਾ ਸੀ ਉਸ ਵੇਲੇ ਅਰਸਤੂ ਦੇ ਖਿਲਾਫ ਗੱਲ ਕਰਨਾ ਜਾਂ ਲਿਖਣਾ ਜਿਹੜਾ ਹੈ ਉਹ ਬਹੁਤ ਵੱਡਾ ਕੁਫਰ ਸੀਗਾ, ਬਹੁਤ ਵੱਡਾ ਜੁਰਮ, ਹਾਂਜੀ ਜੁਰਮ ਸੀ, ਬਹੁਤ ਵੱਡਾ ਕ੍ਰਾਈਮ ਸੀਗਾ। ਤੇ ਇਹਨੂੰ ਜਦੋਂ ਪਤਾ ਲੱਗਾ ਡਿਕਾਰਟ ਨੂੰ ਕਿ ਗੈਲੀਲੀਓ ਨੂੰ ਸਜ਼ਾ ਮਿਲ ਗਈ ਹੈ ਇਹਦੇ ਜ਼ਮਾਨੇ 'ਚ ਹੀ, ਤੇ ਇਹਨੇ ਆਪਣੀਆਂ ਕਿਤਾਬਾਂ ਜਿਹੜੀਆਂ ਸਨ ਉਹ ਆਪਣਾ ਰੋਕ ਲਈਆਂ, ਤੇ ਫਿਰ ਇਹਨੇ ਕਿਤਾਬ ਜਿਹੜੀ ਤਿਆਰ ਸੀ ਛਪਣ ਲਈ ਇਹਨੇ ਛਾਪੀ ਨਹੀਂ, ਤੇ ਫਿਰ ਹੌਲੀ ਹੌਲੀ ਇਹਨੇ ਛੋਟਿਆਂ ਮਜ਼ਮੂਨਾਂ ਦੇ ਵਿੱਚ ਜਿਹੜਾ ਹੈ ਉਹ ਗੱਲ ਜਿਹੜੀ ਉਹ ਕਰਨੀ ਸ਼ੁਰੂ ਕੀਤੀ। ਤੇ ਹੱਤਾ ਕਿ ਇਹ ਹੈ ਕਿ ਜਿਹੜੀ ਇਹਦੀਆਂ ਕਈ ਮੁੱਢਲੀਆਂ ਕਿਤਾਬਾਂ ਨੇ ਉਹ ਤੇ 1810 ਤੱਕ ਵੀ ਨਹੀਂ ਛਪੀਆਂ ਸਨ, 1810 ਵਿੱਚ ਜਾ ਕੇ ਛਪੀਆਂ। ਅੱਛਾ, ਇਹ ਡਿਕਾਰਟ ਜਿਹੜਾ ਹੈ ਇਹ ਕਹਿੰਦਾ ਹੈ ਕਿ ਇਹਦਾ ਇੱਕ ਤੇ ਦਾ ਡਿਕਾਰਟ ਦਾ ਸਮਝੋ ਤੁਸੀਂ ਕਿ ਡਿਕਾਰਟੀ ਦੌਰ ਹੈ, ਤੇ ਦੂਜੇ ਨੂੰ ਕਹਿੰਦੇ ਨੇ ਡਿਕਾਰਟੀ ਢੰਗ, ਕਾਰਟੇਜ਼ੀਅਨ ਮੈਥਡ।
ਕਾਰਟੇਜ਼ੀਅਨ ਮੈਥਡ ਦਾ ਮਤਲਬ ਇਹ ਹੈ ਕਿ ਤੁਸੀਂ ਸ਼ੱਕ ਤੋਂ ਸ਼ੁਰੂ ਹੋਵੋ, ਤੁਸੀਂ ਈਮਾਨ ਤੋਂ ਨਾ ਸ਼ੁਰੂ ਹੋਵੋ, ਤੁਸੀਂ ਚੀਜ਼ਾਂ ਦੀ ਹੋਣ ਦੇ ਬਾਰੇ ਸ਼ੱਕ ਕਰੋ, ਉਹਨਾਂ ਦੀ ਤਹਿਕੀਕ ਕਰੋ ਤੇ ਫਿਰ ਉਹਦੇ ਨਤੀਜਿਆਂ ਤੇ ਪਹੁੰਚੋ। ਅੱਛਾ, ਇਹਦਾ ਕਹਿਣਾ ਸੀ ਜੋ ਇਲਮ 3 ਤਰ੍ਹਾਂ ਦਾ ਹੁੰਦਾ ਹੈ। ਇੱਕ ਤੇ ਜਮਾਂਦਰੂ, ਜਿਹੜਾ ਪੈਦਾ ਹੁੰਦਿਆਂ ਬੰਦੇ ਨੂੰ ਉਹਦਾ ਖਿਆਲ ਸੀ ਕਿ ਬੰਦੇ ਦੇ ਵਿੱਚ ਹੁੰਦਾ ਹੈ, ਤੇ ਉਹ ਕਹਿੰਦਾ ਕਿ ਇਹ ਇਵੇਂ ਹੀ ਹੈ ਜਿਵੇਂ ਅਸੀਂ ਸਾਰੇ ਸਮਝਦੇ ਹਾਂ ਕਿ 2+2 ਜਿਹੜੇ ਨੇ ਉਹ ਹਮੇਸ਼ਾ 4 ਹੀ ਹੋਣਗੇ। ਤੇ ਇਹ ਜਿਹੜਾ ਹੈ ਇਹ ਸਾਨੂੰ ਜਮਾਂਦਰੂ ਤੌਰ ਤੇ ਇਸ ਤਰ੍ਹਾਂ ਦਾ ਇਲਮ ਮਿਲਦਾ ਹੈ। ਅੱਛਾ, ਦੂਜਾ ਉਹ ਕਹਿੰਦਾ ਸੀ ਕਿ ਵਕਤੀ ਇਲਮ ਹੈ। ਉਹ ਵਕਤੀ ਇਲਮ ਜਿਹੜਾ ਹੈ ਉਹ ਇਹ ਹੈ ਕਿ ਉਹ ਕਹਿੰਦਾ ਕਿ ਅਸੀਂ ਆਪਣੀਆਂ ਵੇਖੀਆਂ ਹੋਈਆਂ ਚੀਜ਼ਾਂ ਤੋਂ ਜਿਹੜੀਆਂ ਉਹ ਇਮੈਜਿਨਰੀ ਚੀਜ਼ਾਂ ਮਸਲਨ ਬਣਾ ਸਕਦੇ ਹਾਂ। ਮਸਲਨ ਉਹਦਾ ਕਹਿੰਦਾ ਹੈ ਕਿ ਜਿਵੇਂ ਅਸੀਂ ਜਿੰਨਾਂ ਤੇ ਪਰੀਆਂ ਦੀਆਂ ਜਿਹੜੀਆਂ ਸ਼ਕਲਾਂ ਆਪਣੇ ਜ਼ਿਹਨਾਂ 'ਚ ਬਣਾਉਂਦੇ ਹਾਂ, ਉਹ ਬੇਸਿਕਲੀ ਇਨਸਾਨਾਂ ਦੀਆਂ ਹੀ ਸ਼ਕਲਾਂ ਤੋਂ ਅਸੀਂ ਲੈ ਕੇ ਬਣਾਉਂਦੇ ਹਾਂ। ਉਹਨਾਂ ਵਿੱਚ ਉਹਨਾਂ ਹੀ ਇਨਸਾਨਾਂ ਦੀਆਂ ਸ਼ਕਲਾਂ ਤੇ ਇਨਸਾਨਾਂ ਦੀਆਂ ਸਿਫਤਾਂ ਜਿਹੜੀਆਂ ਨੇ ਉਹਨਾਂ ਨੂੰ ਵਧਾ ਘਟਾ ਕੇ ਤੇ ਜਿੰਨ ਪਰੀਆਂ ਬਣਾਏ ਜਾਂਦੇ ਨੇ। ਤੇ ਤੀਸਰਾ ਉਹ ਕਹਿੰਦਾ ਸੀ ਕਿ ਕਾਰਡ ਹੈ, ਜਿਹਨੂੰ ਇਨਵੈਂਸ਼ਨ ਕਹਿ ਸਕਦੇ ਹਾਂ ਅਸੀਂ। ਅੱਛਾ, ਹੁਣ ਇਹ ਹੈ ਕਿ ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ ਯੂਰਪੀਅਨ ਫਿਲਾਸਫੀ ਦੇ ਵਿੱਚ ਵੀ 18ਵੀਂ ਸਦੀ ਤੱਕ ਜਿਹੜੇ ਸਾਰੇ ਫਿਲਾਸਫਰ ਵੱਡੇ ਸਨ, ਉਹ ਖੁਦਾ ਦੇ ਸਬੂਤ ਉਹਨਾਂ ਨੂੰ ਖੁਦਾ ਦਾ ਸਬੂਤ ਵੀ ਦੇਣਾ ਪੈਂਦਾ ਸੀ, ਕਿਉਂਕਿ ਇਹ ਬਹੁਤ ਮੁੱਢਲਾ ਮਸਲਾ ਸੀ ਉਸ ਵੇਲੇ ਦਾ। ਇਹ ਇੰਝ ਹੀ ਹੈ, ਤੁਸੀਂ ਇੰਝ ਸਮਝੋ ਕਿ ਜਿਵੇਂ ਅਸੀਂ ਹੁਣ ਜਦੋਂ ਐਗਰੇਰੀਅਨ ਸੁਸਾਇਟੀ ਤੋਂ ਆ ਰਹੇ ਹਾਂ ਕਮਰਸ਼ੀਅਲ ਸੁਸਾਇਟੀ ਦੇ ਵਿੱਚ, ਅਰਬਨ ਸੁਸਾਇਟੀ ਦੇ ਵਿੱਚ, ਤੇ ਅਸੀਂ ਅਕਸਰ ਜਿਹੜੇ ਸਾਡੇ ਚੋਂ ਅਸੀਂ ਇਹ ਖੁਦਾ ਔਰ ਇਹ ਮਜ਼ਹਬੀ ਮਸਲਿਆਂ ਨੂੰ ਪਹਿਲੇ ਸਾਬਤ ਕਰਨੇ ਆ, ਜਿਵੇਂ ਅਲਾਮਾ ਇਕਬਾਲ ਸੀ। ਤੇ ਇੰਝ ਹੀ ਯੂਰਪ ਦੇ ਫਲਸਫੀ ਜਿਹੜੇ ਸਨ, ਉਹ ਵੀ ਡੇਕਾਰਟ ਹੋਵੇ ਜਾਂ ਆਪਣਾ ਸਪੀਨੋਜ਼ਾ ਹੋਵੇ ਜਾਂ ਹੈਗਲ ਹੋਵੇ ਜਾਂ ਕਾਂਟ ਹੋਵੇ, ਇਹ ਸਾਰੇ ਜਿਹੜੇ ਨੇ ਇਹ ਖੁਦਾ ਦਾ ਸਬੂਤ ਦਿੰਦੇ ਸਨ ਆਪਣੇ ਆਪਣੇ ਤਰੀਕੇ ਦੇ ਨਾਲ। ਅੱਛਾ, ਜਿਹੜਾ ਇਹਦਾ ਖੁਦਾ ਦਾ ਸਬੂਤ ਸੀ ਉਹ ਬੜਾ ਦਿਲਚਸਪ ਹੈ। ਇਹਦਾ ਖੁਦਾ ਦਾ ਸਬੂਤ ਇਹ ਸੀ ਕਿ ਅਸੀਂ ਜਿਹੜੀਆਂ ਚੀਜ਼ਾਂ ਵੇਖਦੇ ਹਾਂ, ਸਾਡੇ ਸਾਹਮਣੇ ਜਿਹੜੀਆਂ ਹੁੰਦੀਆਂ ਨੇ, ਦਰਖਤ ਹੁੰਦੇ ਨੇ, ਘਾਹ ਬੂਟਾ ਹੁੰਦਾ ਹੈ, ਜਾਨਵਰ ਹੁੰਦੇ ਨੇ, ਜੋ ਵੀ ਕੁਝ ਹੁੰਦਾ ਹੈ, ਉਹ ਇੱਕ ਫਾਈਨਾਈਟ ਚੀਜ਼ਾਂ ਨੇ, ਲਿਮਿਟਡ ਨੇ, ਉਹ ਹੱਦੀ ਚੀਜ਼ਾਂ ਨੇ, ਹੱਦ ਦੇ ਅੰਦਰ ਨੇ, ਸੀਮਤ ਨੇ ਉਹ। ਲੇਕਿਨ ਤੇ ਇਸ ਵਾਸਤੇ ਸਾਡੀ ਜਿਹੜੀ ਅਸੀਂ ਜੋ ਦੇਖਦੇ ਹਾਂ ਉਹਦੇ ਵਿੱਚ ਅਨਹਦ ਦਾ ਤਸੱਵਰ ਨਹੀਂ ਹੈਗਾ, ਇਨਫਿਨਿਟ ਦਾ, ਲਿਮਿਟਲੈਸ ਦਾ ਤਸੱਵਰ ਚੀਜ਼ਾਂ ਦੇ ਵਿੱਚ ਨਹੀਂ ਹੈਗਾ ਜਿਹੜੀਆਂ ਅਸੀਂ ਵੇਖ ਰਹੇ ਹਾਂ। ਤੇ ਲੇਕਿਨ ਇਹ ਹੈ ਕਿ ਉਹ ਕਹਿੰਦਾ ਕਿ ਜੇ ਸਾਡੇ ਜ਼ਿਹਨ ਦੇ ਵਿੱਚ ਅਨਹਦ ਦਾ ਤਸੱਵਰ ਆਇਆ ਹੈ, ਯਾਨੀ ਖੁਦਾ ਦਾ ਜਾਂ ਭਗਵਾਨ ਦਾ ਜਾਂ ਕਿਸੇ ਦਾ ਵੀ, ਅਗਰ ਅਨਹਦ ਹਸਤੀ ਦਾ ਸਾਡੇ ਜ਼ਿਹਨ ਦੇ ਵਿੱਚ ਖਿਆਲ ਆਇਆ ਹੈ, ਤੇ ਇਹਦਾ ਮਤਲਬ ਹੈ ਕਿ ਅਨਹਦ ਹਸਤੀ ਜਿਹੜੀ ਹੈ ਉਹ ਬਾਹਰ ਕਿਤੇ ਹੋਏਗੀ ਤੇ ਸਾਨੂੰ ਖਿਆਲ ਆਇਆ ਨਾ। ਕਿਉਂਕਿ ਉਹਦਾ ਮੰਨਣਾ ਇਹ ਹੈ ਕਿ ਅਸੀਂ ਜਿੰਨਾ ਚਿਰ ਤੱਕ ਕੋਈ ਬਾਹਰ ਚੀਜ਼ ਕਾਜ਼ ਦੇ ਤੌਰ ਤੇ ਮੌਜੂਦ ਨਾ ਹੋਵੇ, ਉਹਨਾਂ ਚਿਰ ਤੱਕ ਉਹਦਾ ਜਿਹੜਾ ਇਫੈਕਟ ਹੈ ਉਹ ਨਹੀਂ ਹੋ ਸਕਦਾ। ਯਾਨੀ ਹਰ ਇਫੈਕਟ ਦੇ ਪਿੱਛੇ ਕੋਈ ਕਾਜ਼ ਹੈ। ਤੇ ਫਰਜ਼ ਕਰੋ ਜੇ ਇਫੈਕਟ ਇਹ ਹੈ, ਅਸਰ ਜਿਹੜਾ ਹੈ ਜਿਹਨੂੰ ਮੈਂ ਕਹਿੰਦਾ ਅਸਰ, ਉਹ ਇਹ ਹੈ ਕਿ ਤੁਹਾਡੇ ਜ਼ਿਹਨ 'ਚ ਖੁਦਾ ਦਾ ਤਸੱਵਰ ਹੈ, ਤੇ ਕਾਰਨ ਕੀ ਹੋਏਗਾ, ਉਹਦੀ ਵਜ੍ਹਾ ਕਾਜ਼ ਕੀ ਹੋਏਗੀ, ਕਿਉਂ ਤਸੱਵਰ ਆਇਆ। ਤੇ ਉਹ ਇਹ ਕਹਿੰਦਾ ਹੈ ਕਿ ਉਹ ਜਿਹੜਾ ਤਸੱਵਰ ਹੈ ਉਹ ਸਾਨੂੰ ਜਿਹੜੀ ਸਾਡੀ ਜ਼ਿੰਦਗੀ ਜਿਨ੍ਹਾਂ ਚੀਜ਼ਾਂ ਦੇ ਨਾਲ ਘਿਰੀ ਹੋਈ ਹੈ, ਸਾਡੇ ਆਲੇ ਦੁਆਲੇ ਨੇ, ਉਹਨਾਂ ਦੇ ਵਿੱਚ ਅਨਹਦ ਨਹੀਂ ਹੈਗੀ। ਇਹਦਾ ਮਤਲਬ ਹੈ ਕਿ ਅਨਹਦ ਕਿਤੇ ਹੈਗਾ, ਅਨਹਦ ਕਿਤੇ ਨਾ ਕਿਤੇ ਮੌਜੂਦ ਹੈਗਾ, ਜਿਹਦੀ ਵਜ੍ਹਾ ਤੋਂ ਸਾਡੇ ਜ਼ਿਹਨ ਦੇ ਵਿੱਚ ਅਨਹਦ ਜਾਂ ਇਨਫਿਨਿਟ ਖੁਦਾ ਦਾ ਤਸੱਵਰ ਹੋਇਆ ਹੈ। ਅੱਛਾ, ਹੁਣ ਇਹ ਦਿਲਚਸਪ ਗੱਲ ਇਹ ਹੈ ਕਿ ਇਹ ਦਿਮਾਗ ਨੂੰ ਤੇ ਜੁੱਸੇ ਨੂੰ ਵੱਖ-ਵੱਖ ਤੇ ਮੰਨਦਾ ਹੈ, ਲੇਕਿਨ ਇਹ ਕਹਿੰਦਾ ਹੈ ਕਿ ਉਹਨਾਂ ਦੇ ਦਰਮਿਆਨ ਇੱਕ ਤਲਕ ਵੀ ਹੈਗਾ।
ਮਿਸਾਲ ਦੇ ਤੌਰ ਤੇ ਉਹ ਕਹਿੰਦਾ ਹੈ ਕਿ ਜਿਹੜੀਆਂ ਇਨਸਾਨ ਦੇ ਜਿਸਮ ਦੇ ਵਿੱਚ ਜਿਹੜੀਆਂ ਵੇਨਸ ਨੇ, ਵੇਨਸ ਜਿਹੜੀਆਂ ਨੇ ਉਹ ਸਾਰੇ ਪਿੰਡੇ ਵਿੱਚ, ਸਾਰੇ ਜੁੱਸੇ ਵਿੱਚ ਫੈਲੀਆਂ ਹੋਈਆਂ ਨੇ, ਜਿਨ੍ਹਾਂ ਨੂੰ ਪਾਈਨਲ ਗਦੂਦ ਜਿਹੜੀ ਹੈ, ਪਾਈਨਲ ਗਲੈਂਡ ਜਿਹੜਾ ਹੈ ਉਹ ਜੋੜਦਾ ਹੈ ਜਾ ਕੇ ਜ਼ੇਨ ਦੇ ਨਾਲ। ਉਹ ਕਹਿੰਦਾ ਹੈ ਕਿ ਸਾਨੂੰ ਜਦੋਂ ਪੈਰ ਤੇ ਸੱਟ ਲੱਗਦੀ ਹੈ ਤੇ ਬੇਸਿਕਲੀ ਸਾਡਾ ਪੈਰ ਨਹੀਂ ਮਹਿਸੂਸ ਕਰਦਾ ਸੱਟ ਨੂੰ, ਬਲਕਿ ਪੈਰ ਨੂੰ ਜਿਹੜੀ ਸੱਟ ਲੱਗਦੀ ਹੈ ਉਹ ਉਹਨਾਂ ਵੇਨਸ ਦੇ ਰਾਹੀਂ, ਪੈਨਲ ਗਲੈਂਡ ਦੇ ਰਾਹੀਂ ਉਹ ਦਿਮਾਗ ਨੂੰ ਮੈਸੇਜ ਆਉਂਦਾ ਹੈ ਤੇ ਦਿਮਾਗ ਉਹਨੂੰ ਇੰਟਰਪ੍ਰੈਟ ਕਰਦਾ ਹੈ ਕਿ ਇਹ ਪੀੜ ਹੈ ਜਾਂ ਉਹਨੂੰ ਪੀੜ ਹੁੰਦੀ ਹੈ। ਸੋ ਬੁਨਿਆਦੀ ਤੌਰ ਦੇ ਉੱਤੇ ਜਿਹੜਾ ਇਹ ਮਾਡਰਨ ਫਿਲਾਸਫੀ ਵੀ ਗਾਲਬਨ ਇਹੋ ਹੀ ਕਹਿੰਦੀ ਹੈ ਕਿ ਬੇਸਿਕਲੀ ਜਿਹੜੀ ਦਿਮਾਗ ਦੇ ਵਿੱਚ ਜਿਹੜੀ ਪੀੜ ਹੈ ਜਾ ਕੇ ਉਹ ਦਿਮਾਗ ਦੇ ਵਿੱਚ ਰਜਿਸਟਰ ਹੁੰਦੀ ਹੈ। ਹੁਣ ਉਹਨੂੰ ਮਤਲਬ ਅਸੀਂ ਉਹ ਜਿਹੜੀ ਪੈਨਲ ਗਲੈਂਡ ਹੈ ਜਾਂ ਜਿਹੜੀ ਸਾਡੀ ਆਪਣਾ ਮੁੱਢਲੀ ਪਿਛਲੀ ਹੱਡੀ ਹੈ, ਮਿਸਾਲ ਦੇ ਤੌਰ ਦੇ ਉੱਤੇ ਮੇਰੇ ਆਪਣਾ ਲੱਤ ਵਿੱਚ ਬਹੁਤ ਦਰਦ ਹੁੰਦੀ ਰਹਿੰਦੀ ਸੀ ਤੇ ਉਹ ਮੈਂ ਡਾਕਟਰ ਕੋਲ ਗਿਆ ਤੇ ਉਹਨੇ ਕਿਹਾ ਜੀ ਤੇਰੇ ਜਿਹੜਾ ਸੈਂਸਸ ਦਾ ਨਿਜ਼ਾਮ ਹੈ ਉਹਦੇ ਵਿੱਚ L4 L5 ਜਿਹੜਾ ਏਰੀਆ ਹੈ ਉਹ ਕਾਜ਼ ਕਰ ਰਿਹਾ ਹੈ ਇਹਨੂੰ। ਅੱਛਾ, ਉਹ ਜਿਹੜਾ L4 L5 ਹੈ ਉਹ ਤੇ ਤੁਹਾਡੀ ਜਿਹੜੀ ਪਿਛਲੀ ਹੱਡੀ ਹੈ ਉਹਦੇ ਵਿੱਚ ਹੈ, ਉਹਦੇ ਨਾਲ ਜੁੜਿਆ ਹੈ। ਤੇ ਮਤਲਬ ਇਹ ਹੋਇਆ ਕਿ ਪੀੜ ਤੇ ਮੈਨੂੰ ਲੱਤ ਵਿੱਚ ਹੋ ਰਹੀ ਹੈ, ਲੇਕਿਨ ਉਹਦੀ ਕਾਜ਼ ਜਿਹੜੀ ਹੈ ਉਹ ਪਿੰਚ ਹੋਈ ਹੈ ਕੋਈ ਵੇਨ। ਮੋਰਾ, ਹਾਂਜੀ ਮੋਰਾ ਦੀ ਵਜ੍ਹਾ ਤੋਂ। ਹਾਂਜੀ। ਅੱਛਾ, ਉਹ ਕਹਿੰਦਾ ਹੈ ਕਿ ਜਿਹੜੀਆਂ ਸਾਇੰਸਸ ਨੇ, ਜਿਹੜੀ ਫਿਕਰ ਹੈ, ਵਿਚਾਰ ਹੈ, ਉਹ ਪੜ ਮਾਦੀਅਤ ਵੀ ਹੁੰਦੀ ਹੈ ਤੇ ਮਾਦੀਅਤ ਵੀ ਹੁੰਦੀ ਹੈ, ਦੋਵੇਂ ਸ਼ਾਖਾਂ ਉਹਦੀਆਂ ਨੇ। ਜਿਹੜੀ ਆਮ ਤੌਰ ਦੇ ਉੱਤੇ ਜਿਹੜੀਆਂ ਸਾਡੀਆਂ ਫਿਜ਼ੀਕਲ ਸਾਇੰਸਸ ਨੇ ਉਹ ਮਾਦੀਅਤ ਵਿੱਚੋਂ ਨਿਕਲਦੀਆਂ ਨੇ, ਤੇ ਜਿਹੜੀਆਂ ਬਾਕੀ ਸਾਇੰਸਸ ਨੇ, ਸੋਸ਼ਲ ਸਾਇੰਸਸ ਨੇ, ਉਹ ਪੜ ਮਾਦੀਅਤ ਦੇ ਵਿੱਚੋਂ ਨਿਕਲਦੀਆਂ ਨੇ। ਪਹਿਲੇ ਹਰ ਜਿਹੜਾ ਵੱਡਾ ਵਿਚਾਰਵਾਨ ਹੁੰਦਾ ਹੈ ਉਹਦਾ ਇੱਕ ਪੜਮਾਦੀ ਮੈਟਾਫਿਜ਼ੀਕਲ ਵਰਲਡ ਵਿਊ ਹੁੰਦਾ ਹੈ, ਤੇ ਉਸ ਵਿਊ ਦੇ ਸਾਹਮਣੇ ਰੱਖ ਕੇ ਤੁਸੀਂ ਉਹਨੂੰ ਜਿਹੜਾ ਹੈ ਉਹ ਇੰਟਰਪ੍ਰੈਟ ਕਰਦੇ ਹੋ ਸੋਸ਼ਲ ਸਾਇੰਸਸ ਨੂੰ। ਮਿਸਾਲ ਦੇ ਤੌਰ ਤੇ ਤੁਸੀਂ ਉਹਦੀ ਮਿਸਾਲ ਲੈ ਲਓ, ਬਣਾ ਲਓ ਕਿ ਮਿਸਾਲ ਦੇ ਤੌਰ ਤੇ ਇੱਕ ਬੰਦਾ ਸਮਝਦਾ ਹੈ ਕਿ ਸਭ ਕੁਝ ਰੱਬ ਕਰ ਰਿਹਾ ਹੈ ਉੱਤੇ ਬੈਠਾ ਹੋਇਆ, ਤੇ ਫਿਰ ਉਹ ਜਿਹੜਾ ਸੋਸ਼ਲ ਸਾਇੰਸਸ ਦੇ ਵਿੱਚ ਜਿਹੜਾ ਉਹ ਕਾਜ਼ ਔਰ ਇਫੈਕਟ ਲੱਭੇਗਾ, ਤੇ ਉਹੀ ਲੱਭੇਗਾ ਨਾ ਜੀ ਕਿ ਉਹ ਜਿਹੜਾ ਖੁਦਾਈ ਤਾਕਤ ਹੈ ਉਹ ਉਹਨੇ ਕਿਵੇਂ ਕੀਤਾ। ਜਿਵੇਂ ਤੁਹਾਨੂੰ ਮੈਂ ਇਮਾਮ ਗਜ਼ਾਲੀ ਦਾ ਦਲੀਲ ਦੱਸੀ ਸੀ ਕਿ ਉਹ ਕਹਿੰਦਾ ਹੈ ਕਿ ਕਪਾਹ ਨੂੰ ਅੱਗ ਇਸ ਵਾਸਤੇ ਨਹੀਂ ਲੱਗਦੀ ਕਿ ਉਹ ਅੱਗ ਦੇ ਕੋਲ ਹੋ ਜਾਂਦੀ ਹੈ, ਬਲਕਿ ਕਪਾਹ ਨੂੰ ਅੱਗ ਇਸ ਵਾਸਤੇ ਲੱਗਦੀ ਹੈ ਕਿ ਉਹ ਖੁਦਾ ਦੀ ਰਜ਼ਾ ਹੈਗੀ ਹੈ ਕਿ ਉਹਨੂੰ ਸਾੜਨਾ ਚਾਹੁੰਦਾ। ਤੇ ਇਹ ਲੇਕਿਨ ਇਹ ਕਹਿੰਦਾ ਕਿ ਇਹ ਮੈਂ ਵੈਸੇ ਜ਼ਾਤੀ ਤੌਰ ਤੇ ਮੈਂ ਵੀ ਮੰਨਣਾ ਹੈ ਕਿ ਮੈਂ ਉਹਨੂੰ ਪੜ ਮਾਦੀਅਤ ਨਹੀਂ ਕਹਿੰਦਾ, ਮੈਂ ਉਹਨੂੰ ਮਾਦੀਅਤ ਹੀ ਕਹਿੰਦਾ ਹੈ ਜਿਹੜਾ ਓਵਰਆਲ ਤੁਹਾਡਾ ਮੈਂਟਲ ਫਰੇਮਵਰਕ ਹੁੰਦਾ ਹੈ ਕਿ ਤੁਸੀਂ ਪੂਰੀ ਜ਼ਿੰਦਗੀ ਨੂੰ, ਯਾਨੀ ਇਸ ਸੰਸਾਰ ਦੀ, ਇਸ ਯੂਨੀਵਰਸ ਦੇ ਬਾਰੇ 'ਚ ਤੁਹਾਡਾ ਕੀ ਮੁੱਢਲਾ ਐਟੀਟਿਊਡ ਕੀ ਹੈ, ਤੁਹਾਡਾ ਮੁੱਢਲਾ ਪਰਸਪੈਕਟਿਵ ਕੀ ਹੈ। ਉਸ ਪਰਸਪੈਕਟਿਵ ਦੇ ਮੁੱਢ ਦੇ ਉੱਤੇ ਤੁਸੀਂ ਜਿਹੜੇ ਮੁਖਤਲਿਫ ਸੋਸ਼ਲ ਸਾਇੰਸਸ ਨੇ ਔਰ ਸੋਸ਼ਲ ਰਵੱਈਏ ਜਿਹੜੇ ਨੇ ਉਹ ਉਹਨਾਂ ਦੇ ਉੱਤੇ ਬਣਾਉਂਦੇ ਹੋ। ਮਸਲਨ ਅਗਰ ਕੋਈ ਬੰਦਾ ਜਿਹੜਾ ਹੈ ਉਹ ਲੈਟਸ ਸੇ ਉਹ ਕੈਪੀਟਲਿਸਟ ਹੈ, ਕੈਪੀਟਲਿਜ਼ਮ ਨੂੰ ਮੰਨਦਾ ਹੈ, ਕੈਪੀਟਲਿਜ਼ਮ ਦਾ ਨਿਜ਼ਾਮ ਜਿਹੜਾ ਹੈ ਉਹਨੂੰ ਮੰਨਦਾ ਹੈ,
ਤੇ ਫਿਰ ਉਹ ਹਰ ਚੀਜ਼ ਜਿਹੜੀ ਹੈ ਉਹ ਉਹਦੇ ਮੁਤਾਬਕ ਹੀ ਉਹਨੂੰ ਇੰਟਰਪ੍ਰੈਟ ਕਰੇਗਾ, ਉਹਦੇ ਮੁਤਾਬਕ ਹੀ ਉਹਦੀ ਤਫਸੀਰ ਕਰੇਗਾ। ਤੇ ਜੇ ਕੋਈ ਬੰਦਾ ਮਾਰਕਸਿਸਟ ਹੈ ਤੇ ਫਿਰ ਉਹ ਬਿਲਕੁਲ ਉਹਦਾ ਜਿਹੜਾ ਓਵਰਆਲ ਮਾਰਕਸਿਸਟ ਪਰਸਪੈਕਟਿਵ ਹੈ ਉਹ ਆਪਣੇ ਮਾਰਕਸੀ ਜਿਹੜਾ ਉਹਦਾ ਜ਼ਿਹਨੀ ਢਾਂਚਾ ਹੈ ਉਹਦੇ ਤਹਿਤ ਉਹ ਹਰ ਚੀਜ਼ ਨੂੰ ਕਰੇਗਾ। ਮਤਲਬ ਇਹ ਹੈ ਕਿ ਹਰ ਚੀਜ਼ ਤੋਂ ਮੁਰਾਦ ਹਰ ਚੀਜ਼ ਜ਼ਿੰਦਗੀ ਦੀ ਜਿਹੜੀ ਹੈਗੀ ਹੈ ਉਹਨੂੰ ਕਰੇਗਾ। ਮਸਲਨ ਉਹ ਆਪਣਾ ਤੁਸੀਂ ਸਮਝੋ ਕਿ ਜਿਹੜੇ ਬਹੁਤ ਕੁਦਰਤੀ ਫੇਲ ਨੇ, ਮਸਲਨ ਬੱਚਾ ਜੰਮਣਾ ਹੈ ਤੇ ਬੱਚਾ ਜੰਮਣਾ ਤੇ ਬਹੁਤ ਕੁਦਰਤੀ ਫੇਲ ਹੈ। ਉਹ ਸਾਡਾ ਇੱਕ ਦੋਸਤ ਕਹਿੰਦਾ ਹੁੰਦਾ ਸੀ ਕਿ ਕਲਾਸ ਤੇ ਉੱਥੇ ਸ਼ੁਰੂ ਹੋ ਜਾਂਦੀ ਹੈ ਕਿ ਮਾਂ ਪਿਓ ਕਿਸ ਘਰ 'ਚ ਰਹਿ ਰਹੇ ਨੇ, ਕਿੱਦਾਂ ਦਾ ਉਹਨਾਂ ਦਾ ਬਿਸਤਰਾ ਹੈ ਜਿੱਥੇ ਉਹ ਸੁੱਤੇ ਸਨ, ਵਗੈਰਾ ਵਗੈਰਾ ਵਗੈਰਾ। ਖੈਰ ਇਹ ਮਤਲਬ ਮੇਰਾ ਖਿਆਲ ਹੈ ਐਕਸਟ੍ਰੀਮ ਹੈ, ਲੇਕਿਨ ਕਹਿਣ ਦਾ ਮਤਲਬ ਤੁਸੀਂ ਸਮਝ ਗਏ ਹੋਵੋਗੇ ਕਿ ਇਹ ਜਿਹੜਾ ਹੈ ਉਹ ਕਹਿਣ ਦਾ ਮਤਲਬ ਇਹ ਹੈ ਕਿ ਇਹ ਜੋ ਹੈ ਤੁਹਾਡਾ ਓਵਰਆਲ ਪਰਸਪੈਕਟਿਵ ਇਹ ਬੇਸਿਕ ਹੁੰਦਾ ਹੈ ਔਰ ਉਹਨੂੰ ਗੌਰ ਨਾਲ ਵੇਖਣਾ, ਉਹਦੇ ਬਾਰੇ 'ਚ ਸੋਚਣਾ ਇਹ ਬਹੁਤ ਜ਼ਰੂਰੀ ਹੁੰਦਾ ਹੈ। ਅੱਛਾ, ਤੇ ਅਸੀਂ ਆਮ ਤੌਰ ਦੇ ਉੱਤੇ ਅਸੀਂ ਸਾਰੇ ਜਿਹੜੇ ਹੈ ਅਸੀਂ ਆਪਣਾ ਜਿਹੜਾ ਓਵਰਆਲ ਸੋਚਣ ਦਾ ਨਿਜ਼ਾਮ ਹੈ ਉੱਤੇ ਬਹੁਤਾ ਕਦੀ ਗੌਰ ਨਹੀਂ ਕਰਦੇ, ਉੱਤੇ ਬਹੁਤਾ ਸੋਚਦੇ ਨਹੀਂ ਹੈ। ਤੇ ਅਸੀਂ ਕਹਿ ਰਹੇ ਹੁੰਦੇ ਆ ਬਲੀਫ ਤੇ ਸਾਡਾ ਬੇਸਿਕ ਬਲੀਫ ਤੇ ਜਿਹੜਾ ਹੈ ਉਹ ਮੈਟਾਫਿਜ਼ੀਕਲ ਹੁੰਦਾ ਹੈ ਤੇ ਅਸੀਂ ਲੋਕਾਂ ਨਾਲ ਬਹਿਸ ਕਰ ਰਹੇ ਹੁੰਦੇ ਆ ਕਿ ਜੀ ਮੈਂ ਬਹੁਤ ਸਾਇੰਟੀਫਿਕ ਹਾਂ, ਮੈਂ ਹਰ ਚੀਜ਼ ਸਾਇੰਸ ਨੂੰ ਅੱਗੇ ਰੱਖਣਾ ਹੈ। ਹਾਲਾਂਕਿ ਉਹ ਨਹੀਂ ਰੱਖ ਸਕਦੇ। ਸਾਇੰਸ ਜਿਹੜਾ ਹਯਾਤੀ ਦਾ ਜਿਹੜਾ ਮੁੱਢ ਹੈ ਉਹਨੂੰ ਅਗਰ ਉਹ ਮੈਟਾਫਿਜ਼ੀਕਲ ਸਮਝਦਾ ਹੈ ਤੇ ਉਹ ਫਿਜ਼ੀਕਲ ਆਪਣਾ ਸਾਇੰਟੀਫਿਕ ਉਹਦਾ ਰਵੱਈਆ ਹਰ ਚੀਜ਼ ਦੇ ਬਾਰੇ 'ਚ ਨਹੀਂ ਹੋ ਸਕਦਾ। ਉਹ ਤੁਸੀਂ ਇਵੇਂ ਦੇਖਿਆ ਹੋਵੇਗਾ ਕਿ ਸਾਡੇ ਹਾਂ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਸਟੂਡੈਂਟ ਨੇ ਨੈਚੁਰਲ ਸਾਇੰਸਿਸ ਦੇ, ਜਿਵੇਂ ਜਿਓਲੋਜੀ ਹੈ, ਬੋਟਨੀ ਹੈ, ਜ਼ੂਓਲੋਜੀ ਹੈ, ਫਿਜ਼ਿਕਸ ਹੈ, ਕੈਮਿਸਟਰੀ ਹੈ, ਕੈਮੀਕਲ ਟੈਕਨੋਲੋਜੀ ਹੈ, ਇਹ ਜਿਹੜੇ ਸਬਜੈਕਟ ਨੇ ਤੇ ਤੁਸੀਂ ਮੇਰੀ ਆਬਜ਼ਰਵੇਸ਼ਨ ਇਹ ਹੈ, ਮੇਰੀ ਆਬਜ਼ਰਵੇਸ਼ਨ ਯੂਨੀਵਰਸਿਟੀ ਦੇ ਜ਼ਮਾਨੇ ਦੀ ਇਹ ਹੈ ਕਿ ਇਹਨਾਂ ਸਬਜੈਕਟਸ ਦੇ ਵਿੱਚ ਪੜ੍ਹਨ ਵਾਲੇ, ਇਹ ਜਿਹੜੀ ਨੈਚੁਰਲ ਸਾਇੰਸ ਪੜ੍ਹਨ ਵਾਲੇ, ਇਹ ਮੋਸਟਲੀ ਕੰਜ਼ਰਵੇਟਿਵ ਹੁੰਦੇ ਨੇ, ਬਲਕਿ ਐਕਸਟ੍ਰੀਮ ਕੰਜ਼ਰਵੇਟਿਵ ਜਿਹੜੇ ਨੇ ਉਹ ਇਹਨਾਂ ਵਿੱਚੋਂ ਬਹੁਤੇ ਹੁੰਦੇ ਨੇ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਕਿ ਉਹ ਜਿਹੜੀ ਸਾਇੰਸ ਹੈ ਉਹਨੂੰ ਇੱਕ ਛੋਟੀ ਜਿਹੀ ਥਾਂ ਤੇ ਉਹ ਵਰਤ ਲੈਂਦੇ ਨੇ, ਜਿਵੇਂ ਜਿਓਲੋਜੀ ਵਿੱਚ ਪੱਥਰਾਂ ਦੇ ਉੱਤੇ ਵਰਤ ਲੈਂਦੇ ਨੇ, ਲੇਕਿਨ ਉਹ ਪੂਰਾ ਜਿਹੜਾ ਇਨਸਾਨੀ ਜ਼ਿੰਦਗੀ ਦਾ ਨਿਜ਼ਾਮ ਹੈ ਉਹਨੂੰ ਉਹ ਸਾਇੰਟੀਫਿਕ ਤੌਰ ਤੇ ਨਹੀਂ ਸਮਝਦੇ। ਇਹ ਇੱਕ ਦੋਵਾਂ ਦੇ ਵਿੱਚ ਇੱਕ ਬਹੁਤ ਵੱਡਾ ਪਹਾੜ ਹੈਗਾ ਹੈ। ਇਹਨਾਂ ਦੋਵਾਂ ਗੱਲਾਂ ਦੇ ਵਿੱਚ, ਸਾਇੰਟੀਫਿਕ ਹੋਣ ਦੇ ਵਿੱਚ ਤੇ ਸਾਇੰਸ ਨੂੰ ਇੱਕ ਛੋਟੇ ਜਿਹੇ ਏਰੀਆ 'ਚ ਅਪਲਾਈ ਕਰਨ ਦੇ ਵਿੱਚ। ਅੱਛਾ, ਇਹਦੇ ਉਲਟ ਮੈਂ ਦੇਖਿਆ ਕਿ ਜਿਹੜਾ ਫਲਸਫਾ, ਸਾਈਕੋਲੋਜੀ, ਹਿਸਟਰੀ, ਇਹ ਜਿਹੜੇ ਸਬਜੈਕਟਸ, ਲਿਟਰੇਚਰ, ਇਹਨਾਂ ਸਬਜੈਕਟਸ ਦੇ ਜਿਹੜੇ ਸਟੂਡੈਂਟ ਹੁੰਦੇ ਨੇ ਉਹ ਜ਼ਿਆਦਾ ਤੌਰ ਦੇ ਉੱਤੇ ਜ਼ਿਆਦਾ ਇਨਲਾਈਟਨਡ ਹੁੰਦੇ ਨੇ ਸੋਸ਼ਲ ਸਾਇੰਸਿਸ ਦੇ ਵਿੱਚ, ਸੋਸ਼ਲ ਮਾਮਲਾਤ ਦੇ ਵਿੱਚ। ਉਹਦੀ ਵਜ੍ਹਾ ਇਹ ਹੈ ਕਿ ਉਹਨਾਂ ਦੀ ਟ੍ਰੇਨਿੰਗ ਐਵੇਂ ਹੁੰਦੀ ਹੈ ਕਿ ਉਹਨਾਂ ਨੂੰ ਪਹਿਲੇ ਓਵਰਆਲ ਜਿਹੜਾ ਫਰੇਮਵਰਕ ਹੈ ਉਹ ਸਮਝਣਾ ਪੈਂਦਾ ਹੈ ਕਿ ਚੀਜ਼ਾਂ ਦਾ ਕੀ ਹੈਗਾ ਤੇ ਫਿਰ ਉਹ ਪਾਰਟਿਕੂਲਰ ਵੱਲ ਜਾਂਦੇ ਨੇ। ਅੱਛਾ, ਲੇਕਿਨ ਜਿਹੜੇ ਪੁਰਾਣੇ ਫਿਲਾਸਫਰ ਸਨ, ਖਸੂਸਨ ਗ੍ਰੀਕ ਵਾਲੇ, ਉਹ ਤਾਂ ਸਾਰੇ ਨੈਚੁਰਲ ਸਾਇੰਸ ਪੜ੍ਹੇ ਹੋਏ ਸਨ, ਬਹੁਤ ਜ਼ਿਆਦਾ। ਨੈਚੁਰਲ ਸਾਇੰਸ ਦੇ ਉੱਤੇ ਤਾਂ ਉਹਨਾਂ ਦਾ ਕਾਫੀ ਅਬੂਰ ਹੁੰਦਾ ਸੀ। ਨਹੀਂ, ਹੁਣ ਏਰੀਆ ਆਫ ਸਪੈਸ਼ਲਾਈਜੇਸ਼ਨ ਆ ਗਿਆ ਨਾ, ਪੀਰੀਅਡ ਆਫ ਸਪੈਸ਼ਲਾਈਜੇਸ਼ਨ ਆ ਗਿਆ ਨਾ। ਹੁਣ ਮਤਲਬ ਇਹ ਹੈ ਕਿ ਉਹਨਾਂ ਨੂੰ ਤੇ ਜੇ ਅਰਸਤੂ ਹੈ ਤੇ ਉਹਨੂੰ ਮੈਥਮੈਟਿਕਸ ਦਾ ਵੀ ਪਤਾ ਹੈ, ਉਹਨੂੰ ਐਸਟ੍ਰੋਨੋਮੀ ਦਾ ਵੀ ਪਤਾ ਹੈ, ਉਹਨੂੰ ਜ਼ੂਓਲੋਜੀ ਦਾ ਵੀ ਪਤਾ ਹੈ, ਠੀਕ। ਤੇ ਹੁਣ ਤੇ ਏਰੀਆ ਆਫ ਸਪੈਸ਼ਲਾਈਜੇਸ਼ਨ ਆ ਗਿਆ ਜਿਹਦੇ ਵਿੱਚ ਜ਼ੂਓਲੋਜੀ ਵਾਲੇ ਨੂੰ ਇਹ ਨਹੀਂ ਪਤਾ ਕਿ ਜਿਓਲੋਜੀ ਵਾਲਾ ਕੀ ਪੜ੍ਹ ਰਿਹਾ। ਉਹ ਆਪਣੇ ਇੱਕ ਛੋਟੇ ਜਿਹੇ ਏਰੀਆ ਦੇ ਉੱਤੇ ਆਪਣੀ ਜਿਹੜੀ ਸਾਰੀ ਸਾਇੰਟੀਫਿਕ ਨੌਲੇਜ ਉਹਨੂੰ ਬੇਸ ਕਰਦਾ ਹੈ। ਤੁਹਾਡਾ ਮਤਲਬ ਹੈ ਸਪੈਸ਼ਲਿਸਟ ਜਿਹੜੇ ਨੇ ਉਹਨਾਂ ਦਾ ਦਿਮਾਗ ਬੰਦ ਹੁੰਦਾ ਹੈ। ਹਾਂ, ਮਤਲਬ ਤਕਰੀਬਨ ਬਲਕਿ ਮੈਂ ਤੇ ਇਹ ਵੇਖਿਆ ਕਿ ਇਹ ਜਿਹੜੇ ਸਾਇੰਸ ਦੇ ਸਟੂਡੈਂਟ ਹੁੰਦੇ ਨੇ ਇਹ ਇੰਜੀਨੀਅਰ ਬਣ ਜਾਂਦੇ ਨੇ, ਡਾਕਟਰ ਬਣ ਜਾਂਦੇ ਨੇ
ਤੇ ਇੰਜੀਨੀਅਰ ਡਾਕਟਰ ਬਣ ਕੇ ਫਿਰ ਇਹ ਪੈਸੇ ਵੀ ਚੋਖੇ ਕਮਾਉਂਦੇ ਨੇ ਤੇ ਇਹਨਾਂ ਦੀ ਜਿਹੜੀ ਸੋਚ ਹੁੰਦੀ ਆ ਉਹ ਵੀ ਬੈਕਵਰਡ ਹੁੰਦੀ ਆ ਜਿਹੜੀ ਇਹਨਾਂ ਨੇ ਐਫਏ ਵਗੈਰਾ ਦੇ ਵਿੱਚ ਮੈਟ੍ਰਿਕ ਐਫਏ ਦੇ ਵਿੱਚ ਇਹਨਾਂ ਦੇ ਚਾਹੀ ਹੁੰਦੀ ਹੈ ਮੋਸਟਲੀ ਤੇ ਲਿਹਾਜ਼ਾ ਇਹ ਮੋਸਟਲੀ ਕੰਜ਼ਰਵੇਟਿਵ ਕਾਜ਼ਸ ਜਿਹੜੀਆਂ ਨੇ ਉਹਨਾਂ ਨੂੰ ਇਹ ਪ੍ਰਮੋਟ ਕਰਦੇ ਨੇ ਔਰ ਉਹਨਾਂ ਦੇ ਪਿੱਛੇ ਚੱਲਦੇ ਨੇ ਇਹ ਮੋਸਟਲੀ ਡਾਕਟਰਸ ਔਰ ਇੰਜੀਨੀਅਰ ਜਿਹੜੇ ਨੇ ਤੇ ਖੈਰ ਇਹ ਐਵੇਂ ਮੇਰੀਆਂ ਕੀ ਕਹਿਣਾ ਚਾਹੀਦਾ ਹੈ ਇਹ ਆਬਜ਼ਰਵੇਸ਼ਨਸ ਨੇ ਇਹਨਾਂ ਨੂੰ ਮੈਂ ਕੋਈ ਨਜ਼ਰੀਆ ਇਹਦੇ ਤੇ ਨਹੀਂ ਬਣਾ ਰਿਹਾ ਤੇ ਨਾ ਮੈਂ ਇਹਨਾਂ ਨੂੰ ਕੋਈ ਐਜ਼ ਏ ਕੰਸੋਲੀਡੇਟਡ ਜਿਹੜੀ ਹਾਈਪੋਥੇਸਿਸ ਵੀ ਨਹੀਂ ਬਣਾ ਰਿਹਾ ਇਹ ਮੈਂ ਸਿਰਫ ਆਪਣੀ ਆਬਜ਼ਰਵੇਸ਼ਨਸ ਦੱਸ ਰਿਹਾ ਜਿਹੜੀਆਂ ਆਬਜ਼ਰਵੇਸ਼ਨਸ ਆ ਅਗਲੇ ਗਲਤ ਵੀ ਹੋ ਸਕਦੀਆਂ ਤੇ ਸਹੀ ਵੀ ਹੋ ਸਕਦੀਆਂ ਨੇ ਇਹ ਤੁਸੀਂ ਕਿਸੇ ਹੋਰ ਤਰ੍ਹਾਂ ਵੀ ਆਬਜ਼ਰਵ ਕੀਤਾ ਹੋਏਗਾ ਮਿਸਾਲ ਦੇ ਤੌਰ ਤੇ ਹੋ ਸਕਦਾ ਕਿ ਜਿਹੜੇ ਅਮਰੀਕਾ ਦੇ ਵਿੱਚ ਨੈਚੁਰਲ ਸਾਇੰਸਿਸ ਦੇ ਸਟੂਡੈਂਟਸ ਨੇ ਉਹ ਜ਼ਿਆਦਾ ਸਾਇੰਟੀਫਿਕ ਹੋਣ ਆਪਣਾ ਸੋਸ਼ਲ ਸਾਇੰਸਿਸ ਦੇ ਸਟੂਡੈਂਟਸ ਨਾਲੋਂ ਲਿਹਾਜ਼ਾ ਇਹ ਸਿਰਫ ਆਪਣੀ ਆਬਜ਼ਰਵੇਸ਼ਨ ਦੱਸ ਰਿਹਾ ਸੀ ਅੱਛਾ ਲੇਕਿਨ ਜਿਹੜਾ ਡਿਕਾਰਟ ਦਾ ਜਿਹੜਾ ਢੰਗ ਸੀਗਾ ਉਹਨੇ ਕੁਦਰਤੀ ਜਿਹੜੀਆਂ ਨੈਚੁਰਲ ਸਾਇੰਸਿਸ ਨੇ ਉਹਨਾਂ ਨੂੰ ਬਹੁਤ ਅੱਗੇ ਵਧਾਇਆ ਜਿਹੜਾ ਮੈਂ ਤੁਹਾਨੂੰ ਕਿਹਾ ਨਾ ਕਿ ਬਗੈਰ ਹਰ ਚੀਜ਼ ਨੂੰ ਸ਼ੱਕ ਦੀ ਨਜ਼ਰ ਨਾਲ ਵੇਖੋ ਔਰ ਫਿਰ ਉਹਦੀ ਅਸਲ ਜਿਹੜੀ ਹੈ ਉਹਨੂੰ ਲੱਭਣ ਦੀ ਕੋਸ਼ਿਸ਼ ਕਰੋ ਤੇ ਇਹਨੇ ਪਹਿਲੀ ਵਾਰੀ ਜਿਓਮੈਟਰੀ ਤੇ ਅਲਜਬਰੇ ਨੂੰ ਵੀ ਮਿਲਾ ਕੇ ਤੇ ਇੱਕ ਜਿਹੜਾ ਹੈ ਉਹ ਇੱਕ ਜਿਹੜੀ ਸਾਇੰਸ ਆ ਉਹ ਬਣਾ ਦਿੱਤੀ बड़ा असर है जे आई मीन आइंस्टाइन वाज अ लिबरल एक अजीम साइंटिस्ट होने दे ਜਦੋਂ ਕਿ ਸਾਡੇ ਡਾਕਟਰ ਅਬਦੁਲ ਸਲਾਮ ਬੜੇ ਸਨ ग्रेट एज ए साइंटिस्ट बहुत ग्रेट सन लेकिन you understand that को कितना हाँ बहुत कंजर्वेटिव सी बहुत कंजर्वेटिव सी अच्छा जी क्या जानदा जे डिकार्ट जिनी ਇਹ ਐਡਾ ਵੱਡਾ ਡਿਕਾਰਟ ਨੇ ਜਿਹੜਾ ਸਾਇੰਟੀਫਿਕ ਰੈਵੋਲੂਸ਼ਨ ਨੂੰ ਜਿਹੜਾ ਇਨੀਸ਼ੀਏਟ ਕੀਤਾ ਇਹ ਕਿਹਾ ਜਾਂਦਾ ਹੈ ਕਿ ਇਹ ਇੰਨਾ ਵੱਡਾ ਰੈਵੋਲੂਸ਼ਨ ਸੀ ਔਰ ਇੰਨਾ ਵੱਡਾ ਮੁੱਢਲਾ ਅਸਰ ਸੀ ਕਿ ਡਿਕਾਰਟ ਨੂੰ ਆਪ ਵੀ ਨਹੀਂ ਸੀ ਪਤਾ ਕਿ ਇਹਦੀ ਕਿੰਨੀ ਅਹਿਮੀਅਤ ਹੈਗੀ ਆ ਉਹਦੇ ਆਪਣੇ ਫਲਸਫੇ ਦੀ ਕਿਉਂਕਿ ਉਹਨੇ ਜਿਹੜਾ ਅਰਿਸਟੋਟੇਲੀਅਨ ਕਨਸੈਪਟ ਸੀ ਲਾਈਫ ਦਾ ਔਰ ਸੰਸਾਰ ਦਾ ਕਿ ਹਰ ਸ਼ੈ ਜਿਹੜੀ ਹੈ ਉਹ ਕਿਸੇ ਮਕਸਦ ਲਈ ਬਣੀ ਹੈ यानी टेलियोलॉजिकल ਉਹਨੂੰ ਕਹਿੰਦੇ ਨੇ टेलियोलॉजिकल ਆਰਗੂਮੈਂਟ ਕਿ ਜਿਹੜੀ ਮੁxtਲਿਫ ਸ਼ੈਵਾਂ ਨੇ ਉਹ ਕਿਸੇ ਮਕਸਦ ਲਈ ਬਣੀਆਂ ਨੇ ਔਰ ਉਸੇ ਤਰ੍ਹਾਂ ਉਹ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਨੇ ਉਹ ਸ਼ਾਮਲ ਨੇ ਤੇ ਉਹ ਜਿਹੜੇ ਮਕਸਦਾਂ ਲਈ ਉਹਨਾਂ ਨੂੰ ਬਣਾਇਆ ਗਿਆ ਹੈ ਜੋ ਵੀ ਬਣਾਉਂਦਾ ਹੈ ਤੇ ਉਹਨੂੰ ਉਹ ਕਹਿੰਦਾ ਸੀ ਪਹਿਲ ਕਾਰਨ ਯਾਨੀ ਫਸਟ ਕਾਜ਼ ਜਿਹਨੂੰ ਤੁਸੀਂ ਖੁਦਾ ਵੀ ਕਹਿੰਦੇ ਹੋ ਜਿਹਨੂੰ ਤੁਸੀਂ ਭਗਵਾਨ ਵੀ ਕਹਿੰਦੇ ਹੋ ਫਸਟ ਕਾਜ਼ ਉਹਨੂੰ ਉਹ ਕਹਿੰਦਾ ਸੀ ਡਿਕਾਰਟ ਨੇ ਕਿਹਾ ਕਿ ਫਸਟ ਕਾਜ਼ ਕੋਈ ਵੀ ਨਹੀਂ ਹੁੰਦੀ ਬਲਕਿ ਫਸਟ ਕਾਜ਼ ਦੀ ਜਗ੍ਹਾ ਤੇ ਜ਼ੇਨ ਜਿਹੜਾ ਹੈ ਉਹ ਪ੍ਰਾਇਮਰੀ ਹੋ ਜਾਂਦਾ ਹੈ ਫਸਟ ਕਾਜ਼ ਨਹੀਂ ਪ੍ਰਾਇਮਰੀ ਹੁੰਦੀ ਬਲਕਿ ਜ਼ੇਨ ਦੇ ਨਾਲ ਮਿਸਾਲ ਦੇ ਤੌਰ ਤੇ ਤੁਸੀਂ ਅਗਰ ਜ਼ੇਨ ਦੇ ਨਾਲ ਫਿਜ਼ਿਕਸ ਦਾ ਇੱਕ ਯੂਨੀਵਰਸਲ ਲਾ ਡਿਸਕਵਰ ਕੀਤਾ ਹੈ ਤੇ ਉਹ ਫਸਟ ਕਾਜ਼ ਨੇ ਨਹੀਂ ਕਰਵਾਇਆ ਉਹ ਤੁਹਾਡੇ ਜ਼ੇਨ ਨੇ ਕਰਵਾਇਆ ਅੱਛਾ ਬਾਈ ਦਾ ਵੇ ਇਹ ਵੀ ਤੁਸੀਂ ਯਾਦ ਰੱਖੋ ਕਿ ਡਿਕਾਰਟ ਤੋਂ ਪਹਿਲਾਂ ਯੂਰਪੀਅਨ ਫਲਸਫੇ ਦੇ ਵਿੱਚ ਕਦੀਮ ਜ਼ਮਾਨਿਆਂ ਤੋਂ ਜਿਹੜੀ ਰੂਹ ਹੈ ਉਹ ਇੱਕ ਇਨਸਾਨ ਦੀ ਵਸ ਤੋਂ ਬਾਹਰ ਦੀ ਸ਼ੈ ਸਮਝੀ ਜਾਂਦੀ ਸੀ रूह जड़ी है स्पिरिट जड़ी है लेकिन डिकार्ट ने क्या कि नहीं रूह जड़ी है ਉਹਦੇ ਤੇ ਵੀ ਰਿਸਰਚ ਹੋਣੀ ਚਾਹੀਦੀ ਹੈ ਕਿ ਉਹ ਕੀ ਚੀਜ਼ ਹੈਗੀ ਹੈ ਲਿਹਾਜ਼ਾ ਉਹ ਗੱਲਾਂ ਜਿਨ੍ਹਾਂ ਨੂੰ ਪਹਿਲਾ ਜ਼ਮਾਨਾ ਜਿਹੜਾ ਉਹ ਅਸਿਊਮ ਕਰਕੇ ਚੱਲਦਾ ਸੀ ਮਿਸਾਲ ਦੇ ਤੌਰ ਤੇ ਜਿਹੜਾ ਰੂਹ ਹੈ ਉਹਨੂੰ ਸਮਝਿਆ ਨਹੀਂ ਜਾ ਸਕਦਾ ਉਹਨੇ ਕਿਹਾ ਨਹੀਂ ਉਹਨੂੰ ਵੀ ਸਮਝਿਆ ਜਾ ਸਕਦਾ ਹੋਵੇਗਾ ਔਰ ਇਹਦੀ ਜਿਹੜੀ ਇਹ ਰਵੱਈਆ ਸੀ ਚੀਜ਼ਾਂ ਨੂੰ ਸਮਝਣ ਦਾ ਉਹਨਾਂ ਦੇ ਮੈਕੈਨਿਜ਼ਮ ਨੂੰ ਸਮਝਣ ਦਾ ਤਾਂ ਕਿ ਰੂਹ ਨੂੰ ਵੀ ਸਮਝਣ ਦਾ ਦਿਮਾਗ ਨੂੰ ਵੀ ਸਮਝਣ ਦਾ ਕਹਿੰਦੇ ਨੇ ਕਿ ਇਹਦੇ ਉੱਤੇ 20ਵੀਂ ਸਦੀ ਵਿੱਚ ਐਲਨ ਟਿਊਰਿੰਗ ਨੇ
ਜਿਹੜਾ ਹੈ ਉਹ ਕੰਪਿਊਟਰ ਦਾ ਪਹਿਲੇ ਨਿਜ਼ਾਮ ਜਿਹੜਾ ਉਹ ਇਜਾਦ ਕੀਤਾ ਸੀ। ਤੇ ਇਹ ਜਿਹੜੇ ਚਾਮਸਕੀ ਵਗੈਰਾ ਨੇ ਇਹ ਉਸੇ ਪੱਧਰ ਦੇ ਉੱਤੇ ਜਿਹੜਾ ਐਲਨ ਟੂਰਿੰਗ ਦਾ ਸੀ ਦੇ ਉੱਤੇ ਕਹਿੰਦੇ ਨੇ ਕਿ ਜਿਹੜੀ ਇੱਕ ਯੂਨੀਵਰਸ ਹੈ ਔਰ ਯੂਨੀਵਰਸਲ ਜਿਹੜੇ ਬੰਦੇ ਨੇ ਉਹਨਾਂ ਦੀ ਇੱਕ ਯੂਨੀਵਰਸਲ ਗ੍ਰਾਮਰ ਹੋ ਸਕਦੀ ਹੈ। ਯਾਨੀ ਮਤਲਬ ਅੰਗਰੇਜ਼ੀ, ਉਰਦੂ, ਪੰਜਾਬੀ, ਸੰਸਕ੍ਰਿਤ, ਬੰਗਾਲੀ, ਕੋਰੀਅਨ, ਜਾਪਾਨੀ, ਚੀਨੀ, ਇਹਨਾਂ ਸਾਰਿਆਂ ਦੀ ਇੱਕ ਮੁਸ਼ਤਰਕਾ ਜਿਹੜੀ ਗ੍ਰਾਮਰ ਹੈ ਉਹ ਲੱਭੀ ਜਾ ਸਕਦੀ ਹੈ। ਔਰ ਹੁਣ ਉਹ ਇਸ ਤਰ੍ਹਾਂ ਹੀ ਦੀ ਹੋਵੇਗੀ ਜਿਵੇਂ ਅਸੀਂ ਕੰਪਿਊਟਰ ਦੇ ਵਿੱਚ ਬਾਈਨਰੀ ਸਿਸਟਮ ਨੂੰ ਲੱਭਿਆ ਹੈ ਕਿ ਅਸੀਂ ਬਾਈਨਰੀ ਸਿਸਟਮ ਦੇ ਤਹਿਤ 0 ਔਰ 1 ਦੇ ਜਿਹੜੇ ਕੰਬੀਨੇਸ਼ਨ ਨੇ ਉਹਨਾਂ ਦੇ ਨਾਲ ਅਸੀਂ ਸਾਰਾ ਕੁਝ ਮੈਨੀਪੂਲੇਟ ਕਰ ਲੈਂਦੇ ਹਾਂ। ਤੇ ਉਹਨਾਂ ਦਾ ਇਹ ਖਿਆਲ ਹੈ ਕਿ ਉਸੇ ਤਰੀਕੇ ਨਾਲ ਯੂਨੀਵਰਸਲ ਜਿਹੜੀ ਗ੍ਰਾਮਰ ਹੈ ਉਹ ਵੀ ਸ਼ਾਇਦ ਲੱਭੀ ਜਾਵੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਡਿਕਾਰਟ ਦਾ ਕਮਾਲ ਇਹ ਸੀ ਕਿ ਉਹਨੇ ਬੰਦੇ ਨੂੰ ਉਲਟੇ ਖੜੇ ਬੰਦੇ ਨੂੰ ਸਿੱਧਾ ਪੈਰਾਂ ਤੇ ਖੜਾ ਕਰ ਦਿੱਤਾ। ਮਤਲਬ ਜਿਹੜੇ ਪਹਿਲੇ ਫਲਸਫੇ ਸਨ ਉਹਨਾਂ 'ਚ ਉਲਟਾ ਉਹਨੂੰ ਖੜਾ ਕੀਤਾ ਗਿਆ ਸੀ, ਇਹਨੇ ਉਹਨੂੰ ਸਿੱਧਾ ਖੜਾ ਕਰ ਦਿੱਤਾ ਤੇ ਇਹਨੇ ਬੰਦੇ ਨੂੰ ਖੁਦ ਮਰਕਜ਼ ਬਣਾਇਆ। ਯਾਨੀ ਮਰਕਜ਼ ਜਿਹੜਾ ਹੈ ਉਹ ਬੰਦੇ ਤੋਂ ਬਾਹਰ ਦੀਆਂ ਹਸਤੀਆਂ ਨਹੀਂ ਬਲਕਿ ਬੰਦਾ ਖੁਦ ਮਰਕਜ਼ ਬਣ ਗਿਆ ਔਰ ਉਹਦਾ ਜਿਹੜਾ ਜ਼ਿਹਨ ਔਰ ਉਹਦਾ ਜਿਹੜਾ ਜਿਸਮ ਹੈ ਉਹ ਜਿਹੜੇ ਨੇ ਉਹ ਰਿਸਰਚ ਦਾ ਟਾਪਿਕ ਬਣ ਗਏ। ਉਹਨਾਂ ਨੂੰ ਆਪਣਾ ਅਕੀਦੇ ਦੇ ਤਹਿਤ, ਬਿਲੀਫ ਦੇ ਤਹਿਤ ਮੰਨਣਾ ਜਿਹੜਾ ਸੀ ਉਹ ਬੰਦ ਕਰਤਾ ਗਿਆ। ਬਾਜੀ ਇੱਥੇ ਮੇਰਾ ਖਿਆਲ ਹੈ ਕਿ ਡਿਕਾਰਟ ਨੂੰ ਮੈਂ ਜਿਹੜਾ ਕਨਕਲੂਡ ਕਰਨਾ, ਇਹਦੇ ਉੱਤੇ ਸਵਾਲ ਤੁਸੀਂ ਪੁੱਛ ਲਓ। ਇਹ ਡਿਕਾਰਟ ਦਾ ਜਿਹੜਾ ਇਹ ਕਹਿਣਾ ਹੈ ਕਿ ਜਿਹੜੀ ਕਿਸਮ ਦਾ ਜੋ ਸਾਨੂੰ ਅਸੀਂ ਚੀਜ਼ਾਂ ਵੇਖਨੇ ਆ ਇਰਦ ਗਿਰਦ ਉਹ ਭੁਲੇਖਾ ਹੈ, ਯਾਨੀ ਇਲੂਜ਼ਨ ਹੈ। ਭੁਲੇਖੇ ਨੂੰ ਅਸੀਂ ਇਲੂਜ਼ਨ ਹੀ ਕਹਾਂਗੇ ਨਾ ਜੀ। ਹਾਂਜੀ, ਮਤਲਬ ਇਹ ਹੈ ਕਿ ਸਾਨੂੰ ਅਸੀਂ ਸ਼ੋਰ ਨਹੀਂ ਹੋ ਸਕਦੇ। ਤੇ ਇਹ ਤਾਂ ਪਹਿਲੇ ਤੋਂ ਵੀ ਉਹ ਗ੍ਰੀਕ ਫਿਲਾਸਫਰ ਵੀ ਤਾਂ ਕੁਝ ਕਹਿ ਗਏ ਨੇ ਇਸੇ ਚੀਜ਼ ਨੂੰ। ਨਹੀਂ, ਲੇਕਿਨ ਇਹ ਹੈ ਕਿ ਉਹ ਇਹ ਕਹਿ ਕੇ ਤੇ ਫਿਰ ਉਹ ਇਹ ਕਹਿੰਦੇ ਸਨ ਕਿ ਜੇ ਇਹ ਦੁਨੀਆ ਦੇ ਜਿਹੜੇ ਸ਼ੈਵਾਂ ਨੇ ਇਹ ਤੇ ਇਲੂਜ਼ਨ ਹੈ, ਲੇਕਿਨ ਇਹਨਾਂ ਤੋਂ ਉੱਤੇ ਇੱਕ ਮੈਟਾਫਿਜ਼ੀਕਲ ਦੁਨੀਆ ਹੈ ਜਿਹਦੇ ਵਿੱਚ ਹਰ ਸ਼ੈ ਪਰਫੈਕਟ ਹੈ। ਤੇ ਡਿਕਾਰਟ ਜਿਹੜਾ ਉਹਨੇ ਇਹ ਨਹੀਂ ਕਿਹਾ, ਡਿਕਾਰਟ ਨੇ ਇਹ ਨਹੀਂ ਕਿਹਾ ਕਿ ਇੱਕ ਦੂਜੀ ਦੂਜੀ ਦੁਨੀਆ ਫਿਜ਼ੀਕਲ ਵਰਲਡ ਹੈ ਜਿਹੜੀ ਪਰਫੈਕਟ ਹੈ, ਜਿਸ 'ਚ ਹਰ ਸ਼ੈ ਜਿਹੜੀ ਆ ਉਹ ਮੁਕੰਮਲ ਹੈ, ਬਲਕਿ ਉਹਨੇ ਉਹਨੂੰ ਥੱਲੇ ਲੈ ਆਂਦਾ ਕਿ ਹਰ ਸ਼ੈ ਜਿਹੜੀ ਹੈ ਉਹਨੂੰ ਸ਼ੱਕ ਨਾਲ ਵੇਖੋ ਤੇ ਉਹਦਾ ਐਨਾਲਿਸਿਸ ਕਰੋ ਤੇ ਉਹ ਤਜਰਬਾ ਕਰੋ। ਇੱਕ ਡਿਕਾਰਟ ਦੀ ਜਿਹੜੀ ਗੱਲ ਹੈ ਕਿ ਜੀ ਉਹ ਜਿਹੜੇ ਕਿਸੇ ਚੀਜ਼ ਨੂੰ ਅਗਰ ਤੁਸੀਂ ਮਤਲਬ ਪੀੜ ਜਿਹੜੀ ਹੈ ਇਨਸਾਨ ਤਾਂ ਚਲੋ ਦਿਮਾਗ ਦੇ ਜ਼ਰੀਏ ਮਹਿਸੂਸ ਕਰਦਾ ਹੈ, ਜਾਨਵਰ ਨਹੀਂ ਕਰ ਸਕਦਾ, ਤੇ ਜਾਨਵਰ ਵੀ ਤਾਂ ਕਰਦਾ ਹੈ। ਜਾਨਵਰ ਨੂੰ ਉਹਦਾ ਇਹ ਖਿਆਲ ਸੀ ਕਿ ਜਾਨਵਰ ਨਹੀਂ ਕਰਦਾ। ਹਾਂ, ਲੇਕਿਨ ਜਾਨਵਰ ਕਰਦਾ ਹੈ। ਹਾਂ, ਬਲਕਿ ਤੁਹਾਡਾ ਮੇਰਾ ਐਕਸਪੀਰੀਅੰਸ ਵੀ ਹੈ। ਹਾਂ, ਬਲਕਿ ਉਹਨੇ ਇੱਕ ਵਾਰੀ ਇਹ ਸਾਬਤ ਕਰਨ ਲਈ ਇੱਕ ਕੁੱਕੜ ਦੀਆਂ ਲੱਤਾਂ ਤੋੜ ਕੇ ਦੱਸਿਆ ਕਿ ਦੇਖੋ ਜੀ ਨੂੰ ਕੋਈ ਪੀੜ ਨਹੀਂ ਹੋ ਰਹੀ। ਤੁਸੀਂ ਕਿਸ ਕੁੱਕੜ ਨੂੰ ਵੀ ਪੀੜ ਤਾਂ ਹੁੰਦੀ ਹੋਏਗੀ, ਪਤਾ ਨਹੀਂ ਉਹ ਹੁੰਦਾ ਕੁੱਕੜ ਕੋਈ ਹੋਰ ਤਰ੍ਹਾਂ ਦਾ ਹੀ ਹੋਏਗਾ। ਸਾਨੂੰ ਪਤਾ ਨਹੀਂ ਨਾ ਉਸ ਵੇਲੇ ਪੀੜ ਨੂੰ ਮੇਜਰਮੈਂਟ ਕਰਨ ਦਾ ਕੋਈ ਮੈਥਡ ਨਹੀਂ ਨਾ ਹੋਏਗਾ ਉਸ ਵੇਲੇ। ਅਰੇ ਦੇਖੋ ਜੀ, ਜਾਨਵਰ ਦਾ ਦੇਖੋ ਨਾ, ਤੁਸੀਂ ਕਿਸ ਜਾਨਵਰ ਨੂੰ ਅਗਰ ਕੋਈ ਪਿੱਛੇ ਤੁਸੀਂ ਉਹਨੂੰ ਟੱਚ ਕਰੋ ਤਾਂ ਉਹ ਪੂਛਲ ਲਾਉਂਦਾ ਹੈ, ਅਗਰ ਉਹਦੀ ਗਰਦਨ ਕੋਲ ਕਰੋ ਤਾਂ ਉਹ ਗਰਦਨ ਮਾਰਦਾ ਹੈ। ਉਹਨੂੰ ਵੀ ਏਰੀਏ ਦਾ ਜਾਨਵਰ ਨੂੰ ਪਤਾ ਹੈ ਕਿਹੜੀ ਮੇਰੇ ਪੋਰਸ਼ਨ ਦੇ ਵਿੱਚ ਕਿਹੜਾ ਕੋਈ ਮੈਨੂੰ ਤਕਲੀਫ ਹੋ ਰਹੀ ਹੈ। ਆਹੋ ਸਹੀ ਹੈ। ਹੋਰ ਕੋਈ ਸਵਾਲ ਜੀ? ਸਰ ਇਹ ਦੱਸੋ ਕਿ ਲੋਕੀ ਜਦੋਂ ਉਹਨੇ ਫਰਾਂਸੂਸੀ ਚ ਫਲਸਫਾ ਲਿਖਿਆ ਸੀ, ਨਾਟ ਇਨ ਲੈਟਿਨ, ਲੋਕੀ ਉਸ ਵੇਲੇ ਕੋਈ ਲੈਟਿਨ ਵਿੱਚ ਗੱਲਾਂ ਵੀ ਕਰਦੇ ਸਨ ਜਾਂ ਇਟ ਵਾਸ ਓਨਲੀ ਅ ਥਿਓਰੈਟਿਕਲ ਕਾਈਂਡ ਆਫ ਲੈਂਗੁਏਜ? ਓਨਲੀ ਅ ਥਿਓਰੈਟਿਕਲ elite language। ਅੱਛਾ, ਪਰ ਕੰਪਲੀਟ ਲੈਂਗੁਏਜ ਸੀ? ਬਿਲਕੁਲ। ਅੱਛਾ,
ਕਿਉਂਕਿ ਉਹਦੀ ਦੇਖੋ ਜਿਵੇਂ ਸਾਡੇ ਇੱਥੇ ਸੰਸਕ੍ਰਿਤ ਸੀ ਨਾ ਰੀਟ ਲੈਂਗੁਏਜ, ਉਹ ਵੈਟੀਕਨ ਸਿਟੀ ਦੀ ਲੈਂਗੁਏਜ ਸੀ। ਬਿਲਕੁਲ, ਮਤਲਬ ਇਹ ਹੈ ਕਿ ਉਹਦੇ ਚ ਕੀ ਵੀ ਸੀ ਨਾ ਕਿ ਜਦੋਂ ਰੋਮਨਸ ਨੇ ਲਾਤੀਨੀ ਸਪੀਕਿੰਗ ਨੇ ਜਦੋਂ ਯੂਰਪ ਤੇ ਕਬਜ਼ਾ ਕੀਤਾ ਤੇ ਯੂਰਪ ਬਹੁਤ ਹੀ ਪਿੱਛੇ ਸੀਗਾ। ਯੂਰਪ ਜਿਹੜਾ ਉਹ ਜੇ ਹੰਟਿੰਗ ਤੇ ਫੂਡ ਗੈਦਰਿੰਗ ਦੀ ਸਟੇਜ ਤੇ ਸੀ ਤੇ ਉਹਦੀ ਜ਼ੁਬਾਨ ਵੀ ਅਜੇ ਉਨੀ ਡਿਵੈਲਪ ਨਹੀਂ ਸੀ ਹੋਈ ਜਿੰਨੀ ਕਿ ਮਿਸਾਲ ਦੇ ਤੌਰ ਤੇ ਦੂਜੇ ਪਾਸੇ ਜਿਹੜਾ ਉਹਨਾਂ ਨੇ ਕਬਜ਼ਾ ਕੀਤਾ ਜਿਹਨੂੰ ਕਿ ਈਸਟਰਨ ਪ੍ਰੋਵਿੰਸ ਕਹਿੰਦੇ ਸਨ, ਮੈਂ ਪਹਿਲੇ ਵੀ ਕਹਿ ਚੁੱਕਿਆ, ਜਿਹਦੇ ਵਿੱਚ ਯੂਨਾਨ ਤੇ ਮਿਡਲ ਈਸਟ ਦੇ ਮੁਲਕ ਸ਼ਾਮਲ ਸਨ, ਉਹਨਾਂ ਵਿੱਚ ਗ੍ਰੀਕ ਜਿਹੜੀ ਹੈ ਉਹ ਡੋਮੀਨੇਟ ਕਰਦੀ ਸੀ। ਔਰ ਚੂੰਕਿ ਗ੍ਰੀਕ ਉਸ ਵੇਲੇ ਜਿਹੜੀ ਹੈ ਉਹ ਲਾਤੀਨੀ ਦੇ ਨਾਲੋਂ ਜ਼ਿਆਦਾ ਵੱਡੀ ਜ਼ਬਾਨ ਮੰਨੀ ਜਾਂਦੀ ਸੀ, ਲਿਹਾਜ਼ਾ ਜਿਹੜੇ ਗ੍ਰੀਕ ਸਪੀਕਿੰਗ ਏਰੀਆ ਸਨ ਰੋਮਨ ਅੰਪਾਇਰ ਦੇ, ਉਹਨਾਂ ਦੇ ਵਿੱਚ ਲਾਤੀਨੀ ਕਿਸੇ ਨੇ ਅਡਾਪਟ ਨਹੀਂ ਕੀਤੀ। ਯੂਰਪ 'ਚ ਇਸ ਲਈ ਅਡਾਪਟ ਹੋ ਗਈ ਕਿ ਯੂਰਪ ਖੁਦ ਬਹੁਤ ਬੈਕਵਰਡ ਸੀ, ਲੇਕਿਨ ਵੈਸਟ ਦੇ ਵਿੱਚ ਇਸ ਲਈ ਅਡਾਪਟ ਹੋਈ ਕਿ ਖੁਦ ਬਹੁਤ ਐਡਵਾਂਸ ਸਨ ਉਹਨਾਂ ਨਾਲੋਂ, ਆਪਣਾ ਰੋਮਨਾਂ ਨਾਲ। ਡਾਕਟਰ ਸਾਹਿਬ ਮੈਂ ਕੁਝ ਕਵਾਂ? ਹਾਂਜੀ ਕਹੋ। ਤੁਸੀਂ ਤੁਹਾਡੇ ਫਲਸਫੇ ਤਾਂ ਕਾਫੀ ਹਾਈ ਲੈਵਲ ਦੇ ਨੇ, ਕਿਉਂਕਿ ਮੈਂ ਕਦੀ ਲਾਈਫ 'ਚ ਫਿਲਾਸਫੀ ਪੜ੍ਹੀ ਨਹੀਂ ਹੈ, ਸੋ ਮੈਨੂੰ 2-3 ਵਾਰੀ ਨਾ ਕਿਤਾਬਾਂ ਮੈਂ ਹੋਰ ਵੀ ਦੇਖੂੰਗੀ ਜਾਂ ਤੁਹਾਡਾ ਲੈਕਚਰ ਦੁਬਾਰਾ ਸੁਣੂੰਗੀ, ਪਰ ਮੈਨੂੰ ਇਹ ਡਿਕਾਰਡ ਸਾਹਿਬ ਦੀ ਫਿਲਾਸਫੀ ਬੜੀ ਇੰਟਰਸਟਿੰਗ ਲੱਗੀ, ਜਿਹੜੀ ਉਹ ਡੂਅਲਿਜ਼ਮ ਬੋਡੀ ਤੇ ਮਾਈਂਡ ਦੀ। ਤੇ ਬਾਕੀ ਇੱਕ ਛੋਟਾ ਜਿਹਾ ਮੇਰਾ ਕਮੈਂਟ ਇਹ ਹੈ, ਐਜ਼ ਅ ਡਾਕਟਰ, ਤੁਸੀਂ ਕਿਹਾ ਵੀ ਡਾਕਟਰ ਸਾਰੇ ਬੇਵਕੂਫ ਹੁੰਦੇ ਆ, ਤੇ ਆਈ ਅੰਡਰਸਟੈਂਡ ਹਰ ਇੱਕ ਜਿਵੇਂ ਹੁੰਦਾ ਨਾ, ਤੁਸੀਂ ਇੱਕ ਆਰਟਸ ਵਾਲੀ ਲਾਈਨ ਤੇ ਗਏ ਤੇ ਮੈਂ ਤੁਹਾਡੀ ਕਿਤਾਬ ਪੜ੍ਹ ਰਹੀ ਹਾਂ, ਤੁਸੀਂ ਵੀ ਪਹਿਲਾਂ ਸਾਇੰਸ ਲਈ ਸੀ, ਤੁਸੀਂ ਕਿਹਾ ਫਿਰ ਮੈਂ ਐਕਸਪੈਰੀਮੈਂਟ ਵਗੈਰਾ ਕਰਨ 'ਚ ਹਨਾ ਥੋੜਾ ਪ੍ਰੈਕਟੀਕਲੀ ਡਿਫਿਕਲਟ ਸੀ ਉਦੋਂ। ਤੇ ਐਨੀਵੇ ਮੇਰੀ ਆਬਜ਼ਰਵੇਸ਼ਨ ਇਹ ਹੈ, ਮੇਰੇ ਪੇਰੈਂਟਸ ਵੀ ਡਾਕਟਰ ਨੇ, ਬ੍ਰਦਰ ਸਿਸਟਰ ਵੀ ਡਾਕਟਰ ਨੇ, ਤੇ ਬੜੀ ਫੈਮਿਲੀ 'ਚ ਡਾਕਟਰ ਬਹੁਤ ਜ਼ਿਆਦਾ ਨੇ। ਤੇ ਹੁਣ ਮੈਂ ਤੁਹਾਡੀ ਕਲਾਸ ਅਟੈਂਡ ਕਰ ਰਹੀ ਹਾਂ ਕਿਉਂਕਿ ਮੈਂ ਪਾਰਟ ਟਾਈਮ ਡਾਕਟਰ ਹਾਂ, ਕੁਝ ਪਰਸਨਲ ਰੀਜ਼ਨਸ ਕਰਕੇ। ਤੇ ਉਹ ਦਿਲ ਦੀ ਜਿਹੜੀ ਖੁਆਹਿਸ਼ ਸੀ ਕਿ ਮੈਂ ਇਹ ਗੱਲਾਂ ਮੇਰੇ ਦਿਮਾਗ 'ਚ ਘੁੰਮਦੀਆਂ ਸੀ, ਉਹ ਕਿਸੇ ਤਰ੍ਹਾਂ ਮੈਂ ਕਨੈਕਟ ਹੋ ਗਈ ਤੁਹਾਡੇ ਨਾਲ ਤੇ MPU ਨਾਲ। ਔਰ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਆਮ ਡਾਕਟਰ ਬਣਦੇ ਨੇ, ਖਾਸ ਕਰਕੇ ਸਾਊਥ ਏਸ਼ੀਆ ਤੋਂ, ਉਹ 10ਵੀਂ 12ਵੀਂ ਤੋਂ ਉਹ ਇੱਕ ਲਾਈਨ ਤੇ ਲੱਗ ਜਾਂਦੇ ਆ, ਔਰ ਉਹਨਾਂ ਦੀ ਦਿਮਾਗ ਉਸ ਟਰੈਕ ਤੇ ਹੀ ਰਹਿੰਦਾ ਹੈ। ਤੇ ਹੁਣ ਇਹ ਕਲਾਸ ਅਟੈਂਡ ਕਰਕੇ ਨਾ ਖਿੜਕੀਆਂ ਦਿਮਾਗ ਦੀਆਂ ਬਾਕੀ ਏਰੀਆਜ਼ ਦੇ ਖੁੱਲ ਰਹੀਆਂ, ਮੈਨੂੰ ਇਹ ਲੱਗਦਾ। ਨਹੀਂ, ਤੁਸੀਂ ਸਹੀ ਕਹਿ ਰਹੇ ਹੋ। ਮੈਂ ਤੇ ਰਾਣਾ ਸਾਹਿਬ ਜਾਣਦੇ ਨੇ ਕਿ ਮੈਂ ਤੇ ਸਟੂਡੈਂਟ ਐਕਟਿਵਿਸਟ ਆ ਨਾ ਪੰਜਾਬ ਯੂਨੀਵਰਸਿਟੀ ਦੇ ਵਿੱਚ, ਤੇ ਉਹ ਇਸ ਵਾਸਤੇ ਮੈਨੂੰ ਤੇ ਵੋਟ ਕਾਊਂਟ ਕਰਨੇ ਪੈਂਦੇ ਸਨ ਨਾ, ਕਿਹੜੇ ਡਿਪਾਰਟਮੈਂਟ ਚੋਂ ਕਿੰਨੇ ਆਉਂਦੇ ਨੇ। ਠੀਕ ਹੈ, ਹੋਰ ਕੋਈ ਸਵਾਲ ਡਿਕਾਰਡ ਦੇ ਉੱਤੇ? ਚਲੋ, ਇਹਦਾ ਮਤਲਬ ਹੈ ਕਿ ਹੋਰ ਸਵਾਲ ਨਹੀਂ ਹੈਗੇ ਡਿਕਾਰਡ ਤੇ ਅਸੀਂ ਡਿਕਾਰਡ ਸਾਹਿਬ ਨੂੰ ਇੱਥੇ ਆਪਣਾ ਕੰਕਲੂਡ ਕਰਕੇ ਤੇ ਬ੍ਰੇਕ ਕਰਨੇ ਆ, ਤੇ ਬ੍ਰੇਕ ਕਰਕੇ ਅਸੀਂ ਆ ਜਾਾਂਗੇ 12:05 ਤੇ ਵਾਪਸ। ਠੀਕ ਹੈ ਜੀ, 12:05 ਤੇ। ਠੀਕ ਹੈ ਜੀ। ਸਰ ਜੀ ਰਿਕਾਰਡਿੰਗ ਤੇ ਰੋਕ ਲਿਓ। ਕਰ ਦਿੱਤੀ। ਚਲੋ ਜੀ, ਹਾਂਜੀ, ਆਪਣਾ ਹੁਣ ਜਿਹੜਾ ਦੂਸਰਾ ਫਿਲਾਸਫਰ ਅਸੀਂ ਅੱਜ ਪੜ੍ਹਾਂਗੇ ਉਹਦਾ ਨਾਂ ਹੈਗਾ ਸਪੀਨੋਜ਼ਾ। ਤੇ ਸਪੀਨੋਜ਼ਾ ਜਿਹੜਾ ਹੈ ਇਹ 1632 ਵਿੱਚ ਜੰਮਿਆ ਸੀ ਤੇ 1677 ਵਿੱਚ ਮਰਿਆ ਸੀ। ਸਮਝੋ ਇਹਦੀ ਪੂਰੀ ਜ਼ਿੰਦਗੀ ਜਿਹੜੀ ਹੈ ਜੰਮਣ ਤੋਂ ਮਰਨ ਲਾ ਦੀ, ਉਹ ਸਾਰੀ ਜਿਹੜੀ ਹੈ ਉਹ 17ਵੀਂ ਸਦੀ ਦੇ ਵਿੱਚ ਗੁਜ਼ਰੀ ਸੀਗੀ। ਤੇ ਜਿਹੜਾ ਸਪੀਨੋਜ਼ਾ ਨੂੰ ਦੇ ਬਾਰੇ 'ਚ ਇਹ ਕਿਹਾ ਜਾਂਦਾ ਹੈ ਕਿ ਨਾ ਸਿਰਫ ਉਹਨੇ ਅਰਸਤੂ ਦੇ ਸਿਸਟਮ ਨੂੰ ਪੁੱਠਾ ਕਰ ਦਿੱਤਾ, ਬਲਕਿ ਉਹਨੇ ਜਿਹੜੀ ਡਿਕਾਰਟ ਨੇ ਡੁਐਲਿਟੀ ਪੇਸ਼ ਕੀਤੀ ਸੀ, ਦੋਹਰ ਪੇਸ਼ ਕੀਤੀ ਸੀ ਜਿਸਮ ਤੇ ਜੁੱਸੇ ਤੇ ਬ੍ਰੇਨ ਦੀ, ਉਹਨੂੰ ਵੀ ਉਹਨੇ ਉਲਟਾਤਾ ਔਰ ਉਹਨੂੰ ਵੀ ਉਹਨੇ ਹੋਰ ਇੱਕ ਤਰੀਕੇ ਦੇ ਨਾਲ ਇੰਟਰਪ੍ਰੇਟ ਕਰਨਾ ਸ਼ੁਰੂ ਕੀਤਾ। ਇਹ ਬਹੁਤ ਦਿਲਚਸਪ ਹੋਵੇਗਾ ਕਿਉਂਕਿ ਇਹਦੇ ਬਾਰੇ 'ਚ ਅਸੀਂ
ਜਿਹੜੀ ਹੈ ਉਹ ਪਹਿਲੇ ਕਾਫੀ ਗੱਲਾਂ ਕਰ ਚੁੱਕੇ ਹਾਂ, ਤੰਤਰਵਾਦ ਤੇ ਤਾਓਇਜ਼ਮ ਤੇ ਇਹਨਾਂ ਸਾਰੇ ਫਲਸਫਿਆਂ ਦੇ ਵਿੱਚ। ਤੇ ਇਹ ਇੱਕ ਤਰੀਕੇ ਨਾਲ ਤੁਸੀਂ ਵੇਖੋਗੇ ਕਿ ਇਹ ਉਸ ਦਾ ਹੀ ਨਵਾਂ ਮਾਡਰਨ ਜਿਹੜੀ ਹੈ ਉਹ ਮਾਡਰਨ ਫਾਈਂਡਿੰਗ ਸੀਗੀ ਇਹਦੀ। ਅੱਛਾ ਜੀ, ਡਿਕਾਰਡ ਜਿਹੜਾ ਨਾ, ਇਹਨੂੰ ਜਿਹੜੇ ਫਲਸਫੀ ਨੇ ਉਹ ਫਲਸਫੀਆਂ ਦਾ ਸ਼ਹਿਜ਼ਾਦਾ ਮੰਨਦੇ ਨੇ, ਬਾਦਸ਼ਾਹ ਮੰਨਦੇ ਨੇ ਫਲਸਫੀਆਂ ਦਾ। ਬਹੁਤ ਵੱਡਾ ਫਲਸਫੀ ਨੂੰ ਮੰਨਦੇ ਨੇ। ਇਹਨੂੰ ਡਿਕਾਰਡ ਨੂੰ ਜਾਂ ਸਪੋਂਜ਼ਰ? ਸਪਿਨੋਜ਼ਾ ਨੂੰ। ਤੇ ਇਹ ਮੇਰੀ ਵੀ ਕਮਜ਼ੋਰੀ ਇਹ ਹੈਗੀ ਹੈ ਕਿ ਮੈਨੂੰ ਵੀ ਸਪਿਨੋਜ਼ਾ ਜਿਹੜਾ ਹੈ ਉਹ ਬਹੁਤ ਪਸੰਦ ਹੈ, ਕਿਉਂਕਿ ਮੇਰੇ ਵਿਚਾਰ ਵੀ ਉਹਦੇ ਨਾਲ ਬਹੁਤ ਮਿਲਦੇ ਜੁਲਦੇ ਨੇ। ਤੇ ਇਹ ਮਿਸਾਲ ਦੇ ਤੌਰ ਤੇ ਇਹਦੇ ਬਾਰੇ 'ਚ ਹੀਗਲ ਨੇ ਕਿਹਾ ਕਿ ਹਕੀਕਤ ਇਹ ਹੈ ਜੋ ਸਪਿਨੋਜ਼ਾ ਨੇ ਨਵੇਂ ਫਲਸਫੇ ਵਿੱਚ ਐਗਜ਼ੈਂਪਲਰੀ ਐਂਗਲ ਪੇਸ਼ ਕਰ ਦਿੱਤਾ। ਇਸ ਲਈ ਯਾਨੀ ਹੀਗਲ ਇਹ ਕਹਿੰਦਾ ਕਿ ਇਸ ਲਈ ਜਾਂ ਤੇ ਤੁਸੀਂ ਸਪਿਨੋਜ਼ਾ ਦੇ ਮੁਰੀਦ ਹੋ ਸਕਦੇ ਹੋ ਤੇ ਜਾਂ ਤੁਸੀਂ ਫਲਸਫੀ ਨਹੀਂ ਹੈਗੇ। ਮਤਲਬ ਉਹਦੇ ਮੁਰੀਦ ਹੋਣੇ ਤੋਂ ਬਗੈਰ ਫਲਸਫੀ ਬਣਿਆ ਨਹੀਂ ਜਾ ਸਕਦਾ, ਇਹ ਹੀਗਲ ਨੇ ਕਿਹਾ। ਅੱਛਾ, ਤੇ ਗੈਲੀਲੀਅਸ ਨੇ ਕਿਹਾ ਕਿ ਉਹ ਫਲਸਫੀਆਂ ਦਾ ਸ਼ਹਿਜ਼ਾਦਾ ਸੀ। ਅੱਛਾ, ਬੜੀ ਦਿਲਚਸਪ ਜਿਹੜੀ ਸਟੇਟਮੈਂਟ ਹੈ ਸਪਿਨੋਜ਼ਾ ਦੇ ਬਾਰੇ 'ਚ, ਉਹ ਅੱਛਾ, ਸਪਿਨੋਜ਼ਾ ਦੇ ਬਾਰੇ ਦੇ ਵਿੱਚ ਜਿਹੜੀ ਬਹੁਤ ਦਿਲਚਸਪ ਸਟੇਟਮੈਂਟ ਹੈ ਉਹ ਆਇਨਸਟਾਈਨ ਦੀ ਹੈ, ਅਲਬਰਟ ਆਇਨਸਟਾਈਨ ਦੀ। ਅਲਬਰਟ ਆਇਨਸਟਾਈਨ ਜਿਹੜੇ ਨੇ ਉਹ ਕਹਿੰਦੇ ਨੇ, ਮੈਂ ਸਪਿਨੋਜ਼ਾ ਦੀ ਵਾਹਦਤ ਵਜੂਦੀ ਤੇ ਵਾਰੀ ਜਾਣਾ, ਸਦਕੇ ਜਾਣਾ। ਮੈਂ ਉਸ ਦੀ ਨਵੇਂ ਫਲਸਫੇ ਨੂੰ ਦੇਣ ਨੂੰ ਸਭ ਤੋਂ ਵੱਧ ਸਮਝਣਾ, ਯਾਨੀ ਜੋ ਸਪਿਨੋਜ਼ਾ ਨੇ ਫਲਸਫੇ ਨੂੰ ਦਿੱਤਾ ਉਹ ਸਭ ਤੋਂ ਬਾਕੀ ਫਲਸਫਿਆਂ ਦੀ ਨਿਸਬਤ ਵੱਧ ਹੈ। ਸਪਿਨੋਜ਼ਾ ਨਵੇਂ ਫਲਸਫਿਆਂ ਵਿੱਚੋਂ ਸਭ ਤੇ ਉੱਤੇ ਤੇ ਸਭ ਤੋਂ ਵੱਡਾ ਹੈ, ਕਿਉਂ ਜੋ ਉਹ ਪਹਿਲਾ ਫਲਸਫੀ ਸੀ ਜਿਸ ਨੇ ਪਹਿਲੀ ਵਾਰੀ ਸਾਬਤ ਕੀਤਾ ਜੋ ਰੂਹ ਤੇ ਜਿਸਮ ਇੱਕ ਹੀ ਹਨ ਤੇ ਇਹਨਾਂ ਵਿੱਚ ਦੂਜ नहीं हैगी। कल मैं जिस डॉक्टर के पास गई थी उन्होंने कहा था हम तो सर्जरी के बगैर निकाल लेंगे। जी जी, अच्छा, ਤੇ ਇਹਦੇ ਬਾਰੇ 'ਚ ਜਿਹੜਾ ਬਹੁਤ ਮਸ਼ਹੂਰ ਜਰਮਨ ਸ਼ਾਇਰ ਗੋਇਟੇ ਸੀ, ਉਹਨੇ ਇਹ ਕਿਹਾ ਕਿ ਜੇ ਤੁਸੀਂ ਸਪਿਨੋਜ਼ਾ ਨੂੰ ਦੈਰੀਆ ਸਮਝਦੇ ਹੋ, ਅਥੀਸ ਸਮਝਦੇ ਹੋ, ਤੇ ਮੈਂ ਸਪਿਨੋਜ਼ਾ ਦੇ ਨਾਲ ਖੜਾ ਹਾਂ ਔਰ ਮੈਂ ਉਹਦੇ ਖਿਲਾਫ ਕੋਈ ਗੱਲ ਨਹੀਂ ਸੁਣ ਸਕਦਾ। ਤੇ ਮਤਲਬ ਇਹ ਹੈ ਕਿ ਯੂਰਪ ਦੇ ਜਿਹੜੇ ਵੱਡੇ ਸਾਇੰਸਦਾਨ, ਫਿਲਾਸਫਰ, ਉਹ ਸਪਿਨੋਜ਼ਾ ਨੂੰ ਸਭ ਤੋਂ ਉੱਚੀ ਥਾਂ ਦਿੰਦੇ ਨੇ। ਇਹ ਗੱਲ ਤੁਸੀਂ ਜ਼ਿਹਨ 'ਚ ਰੱਖੋ। ਸਪਿਨੋਜ਼ਾ ਜਿਹੜਾ ਸੀ ਇਹਦੇ ਆਪਣੇ ਜਿਹੜੀ ਹਯਾਤੀ ਆ, ਇਹਦੇ ਵੜਕਿਆਂ ਦੇ ਜਾਂ ਇਹਦੇ ਖਾਨਦਾਨੀ ਹਾਲਾਤ ਇਹ ਸਨ ਕਿ ਇਹਦਾ ਜਿਹੜਾ ਖਾਨਦਾਨ ਸੀ ਉਹ ਪੁਰਤਗਾਲ ਦਾ ਸਿਫਾਰਡਿਕ ਜਿਊ ਸੀਗਾ। ਜਿਊ ਸਨ, ਯਹੂਦੀ ਸਨ ਪੁਰਤਗਾਲ ਦੇ। ਸਫਾਰਡਿਕ ਜਿਹੜੇ ਹੁੰਦੇ ਨਾ ਉਹ ਬਹੁਤ ਕਦਾਮਤ ਪ੍ਰਸਤ ਹੁੰਦੇ ਨੇ। ਅਗਰ ਤੁਸੀਂ ਨਿਊਯਾਰਕ 'ਚ ਕਦੀ ਵੇਖਿਆ ਹੋਵੇ ਤੇ ਉਹ ਦਾੜੀਆਂ ਵਾਲੇ ਤੇ ਟੋਪੇ ਸਿਰ ਤੇ ਪਾਏ ਹੁੰਦੇ ਨੇ ਕਾਲੇ ਉਹਨਾਂ ਨੇ, ਤੇ ਖਾਸ ਤਰ੍ਹਾਂ ਦਾ ਲਿਬਾਸ ਪਾਇਆ ਹੁੰਦਾ, ਤੇ ਉਹ ਸਫਾਰਡਿਕ ਜੂ ਹੁੰਦੇ ਨੇ। ਕਿਉਂਕਿ ਜੂ ਦੇ ਵਿੱਚ ਵੀ ਤੇ ਕਈ ਫਿਰਕੇ ਨੇ ਨਾ। ਅੱਛਾ, ਤੇ ਇਹਨਾਂ ਨੂੰ ਉੱਥੋਂ ਕੱਢ ਦਿੱਤਾ ਗਿਆ। ਇਹਨਾਂ ਦੀ ਬੜੀ ਮਾਰਾਮਾਰੀ ਹੋਈ ਪੁਰਤਗਾਲ ਦੇ ਵਿੱਚ, ਤੇ ਇਹਨਾਂ ਨੂੰ ਕੱਢ ਦਿੱਤਾ ਗਿਆ, ਤੇ ਇਹ 16ਵੀਂ ਸਦੀ 'ਚ ਕੱਢਤਾ ਗਿਆ ਇਹਨਾਂ ਨੂੰ ਉੱਥੋਂ। ਤੇ ਇਹ ਉੱਥੋਂ ਘੁੰਮਾਉਂਦੇ ਇਹਨਾਂ ਦਾ ਟੱਬਰ ਜਿਹੜਾ ਸੀ ਉਹ ਹਾਲੈਂਡ ਦੇ ਐਮਸਟਰਡਮ ਵਿੱਚ ਆ ਕੇ ਵਸ ਗਿਆ। ਉਹਦਾ ਪਿਓ ਜਿਹੜਾ ਸੀ ਉਹ ਇੱਕ ਵਪਾਰੀ ਸੀ, ਤੇ ਮਾਂ ਜਿਹੜੀ ਹੈ ਉਹ 6 ਸਾਲਾਂ ਦੀ ਉਮਰ 'ਚ ਹੀ ਮਰ ਗਈ ਸੀ। ਤੇ ਇਹਦੀ ਜਿਹੜੀ ਤਾਲੀਮ ਸੀ ਸਪਿਨੋਜ਼ਾ ਦੀ, ਉਹ ਯਹੂਦੀਆਂ ਦੇ ਮਦਰਸੇ ਤਾਲਮੁਦ ਤੂਰਾ ਵਿੱਚ ਹੋਈ ਸੀ। ਯਾਨੀ ਜਿਹੜਾ ਰਿਲੀਜੀਅਸ ਸਮਝੋ ਸਾਡਾ ਜਿਵੇਂ ਮਦਰਸਾ ਹੁੰਦਾ ਉਹਦੇ ਵਿੱਚ ਹੋਈ ਸੀ। ਇਹ ਆਪਣਾ ਮਦਰਸੇ ਵਿੱਚ ਵੀ ਕਾਫੀ ਹੁਸ਼ਿਆਰ ਮੁੰਡਾ ਸੀ, ਪਰ ਇਹਨੇ
ਜਿਹੜੇ ਮਦਰਸੇ ਦੀ ਤਾਲੀਮ ਹੈ ਉਹਨੂੰ ਕੋਈ ਜ਼ਿਆਦਾ ਜਿਹੜਾ ਹੈ ਉਹ ਉਹਨੂੰ ਫਾਲੋ ਨਹੀਂ ਕੀਤਾ ਇਹਨੇ। ਤੇ ਲੇਕਿਨ ਇਹ ਹੈ ਕਿ ਇਹਦੀ ਜ਼ਿੰਦਗੀ ਦੇ ਵਿੱਚ ਜਿਹੜੀ ਨਵੀਂ ਵਿਚਾਰਧਾਰਾ ਹੈ ਉਹ ਇੱਕ ਬੰਦੇ ਨਾਲ ਮਿਲਣਾ ਹੋਈ ਜਿਹਦਾ ਨਾਂ ਇੰਡਨ ਸੀ। ਤੇ ਇੰਡਨ ਜਿਹੜਾ ਹੈ ਉਹ ਸਮਝ ਲਓ ਕਿ ਉਹ ਦਾਇਰੀਆ ਸੀ ਔਰ ਉਹ ਐਨਲਾਈਟਨਮੈਂਟ ਦਾ ਹਾਮੀ ਸੀ। ਤੇ ਉਹਦੀਆਂ ਕਿਤਾਬਾਂ ਵੀ ਜਿਹੜੀਆਂ ਨੇ ਇੰਡਨ ਦੀਆਂ ਉਹ ਵੀ ਸਾਰੀਆਂ ਬੈਨ ਹੋ ਗਈਆਂ ਸਨ। ਇਸ ਤੋਂ ਬਾਅਦ ਇੰਡਨ ਦੇ ਮਿਲਣ ਤੋਂ ਬਾਅਦ ਸਪੀਨੋਜ਼ਾ ਜਿਹੜਾ ਸੀ ਉਹਨੇ ਇੱਕ ਗਰੁੱਪ ਜੁਆਇਨ ਕਰ ਲਿਆ। ਇਹ ਮੈਂ ਤੁਹਾਨੂੰ ਇਸ ਖਾਸ ਤੌਰ ਤੇ ਇਸ ਲਈ ਗੱਲ ਕਰ ਰਹੇ ਹਾਂ ਕਿ ਉਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਸੀ ਯੂਰਪ ਦੇ ਵਿੱਚ ਜਿਸ ਜ਼ਮਾਨੇ ਦੀ ਅਸੀਂ ਗੱਲ ਕਰ ਰਹੇ ਹਾਂ। ਤੇ ਉਹ ਜਦੋਂ ਆਪਣਾ ਇਹਨੇ ਇੱਕ ਗਰੁੱਪ ਜੁਆਇਨ ਕਰ ਲਿਆ ਜਿਹਨੂੰ ਕਹਿੰਦੇ ਸਨ ਕਾਲਜੀਏਟ ਗਰੁੱਪ ਜਿਹੜਾ ਸੀ ਇਹ ਮੁਖਤਲਿਫ ਮਜ਼ਹਬਾਂ ਦੇ ਉਹਨਾਂ ਬੰਦਿਆਂ ਦਾ ਸੀ ਜਿਹੜੇ ਕਿ ਆਪਣੇ ਮਜ਼ਹਬ ਤੋਂ ਬਾਗੀ ਹੋ ਚੁੱਕੇ ਨੇ। ਤੇ ਉਹਨਾਂ ਨੇ ਕੋਈ ਯਹੂਦੀ ਸੀ ਤੇ ਉਹ ਬਾਗੀ ਹੋ ਗਿਆ ਤੇ ਉਸ ਗਰੁੱਪ ਚ ਆ ਗਿਆ, ਕੋਈ ਈਸਾਈ ਸੀ ਵਗੈਰਾ ਵਗੈਰਾ। ਤੇ ਲੇਕਿਨ ਇਹ ਉਸ ਗਰੁੱਪ ਚ ਤੇ ਸ਼ਾਮਲ ਹੋ ਗਿਆ ਪਰ ਇਹਨੇ ਕੋਈ ਈਸਾਈ ਮਜ਼ਹਬ ਜਾਂ ਹੋਰ ਕੋਈ ਮਜ਼ਹਬ ਨਹੀਂ ਇਹਨੇ ਮੰਨਿਆ। ਅੱਛਾ, ਲੇਕਿਨ ਇਹ ਹੈ ਕਿ ਇਹਦੇ ਵਿਚਾਰ ਜਿਹੜੇ ਸਨ, ਜਿਹੜੇ ਦੇ ਖਿਆਲਾਤ ਸਨ, ਫਲਸਫਾ ਸੀ, ਉਹ ਇੰਨਾ ਆਪਣਾ ਮਜ਼ਹਬਾਂ ਦੇ ਖਿਲਾਫ ਸੀ ਜਾਂ ਮਜ਼ਹਬ ਦੇ ਖਿਲਾਫ ਸੀ, ਆਰਗੇਨਾਈਜ਼ਡ ਰਿਲੀਜਨ ਦੇ ਖਿਲਾਫ ਸੀ ਕਿ ਜਿਹੜੀ ਇਹਦੀ ਯਹੂਦੀਆਂ ਦੀ ਜਿਹੜੀ ਤਨਜ਼ੀਮ ਸੀ, ਜਿਹਨੂੰ ਸੈਨੇਗਾਗ ਕਹਿੰਦੇ ਨੇ, ਸੈਨੇਗਾਗ ਦੇ ਜਿਹੜੇ ਦੋ ਵਡਕੇ ਸਨ ਉਹਨਾਂ ਨੇ ਇਹਨੂੰ ਇੰਟਰਵਿਊ ਕੀਤਾ ਤੇ ਉਸ ਤੋਂ ਬਾਅਦ ਇਹਨੂੰ ਉਹਨਾਂ ਨੇ ਇਹਦਾ ਹੁੱਕਾ ਪਾਣੀ ਛੇਕ ਦਿੱਤਾ। ਹੁੱਕਾ ਪਾਣੀ ਛੇਕਣ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਜਿਹੜਾ ਹੈ ਨਾ ਉਹਨੂੰ ਕਮਿਊਨਿਟੀ ਚੋਂ ਬਾਹਰ ਕੱਢ ਦਿੰਦੇ ਹੋ, ਉਹਨੂੰ ਕੱਢ ਦਿੱਤਾ ਗਿਆ ਕਮਿਊਨਿਟੀ ਦੇ ਵਿੱਚੋਂ। ਤੇ ਉਹ ਇੰਨਾ ਉਹਨਾਂ ਦਾ ਸਖਤ ਫੈਸਲਾ ਸੀ ਕਿ ਤੁਸੀਂ ਹੈਰਾਨ ਹੋਵੋ ਕਿ 2012 ਵਿੱਚ ਯਾਨੀ 4 ਸਦੀਆਂ ਬਾਅਦ ਫਲਸਫੇ ਦੇ ਲੋਕਾਂ ਨੇ ਉਸ ਯਹੂਦੀ ਸੈਨੇਗਾਲ ਨੂੰ ਜਿਹੜੀ ਐਮਸਟਰਡਮ ਚ ਹੈ ਉਹਨੂੰ ਕਿਹਾ ਕਿ ਹੁਣ ਤੁਸੀਂ ਆਪਣਾ ਫੈਸਲਾ ਵਾਪਸ ਲੈ ਲਓ ਉਹਨੂੰ ਮਜ਼ਹਬ ਚੋਂ ਕੱਢਣ ਦਾ। ਤੇ ਉਹਨਾਂ ਕਿਹਾ ਜੀ ਇਹ ਨਹੀਂ ਹੋ ਸਕਦਾ, ਇਹਨੂੰ ਨਹੀਂ ਮਜ਼ਹਬ ਚ ਲਿਆ ਜਾ ਸਕਦਾ। ਮਤਲਬ ਉਹਦੇ ਨਾਲ ਇੰਨੀ ਖਾਰ ਜਿਹੜੀ ਹੈ ਉਹ ਯਹੂਦੀਆਂ ਉਹਨਾਂ ਦੇ ਜਿਹੜੇ ਮਜ਼ਹਬ ਵਾਲੇ ਸਨ ਉਹਨਾਂ ਦੀ ਸੀ। ਤੇ ਇਹ ਵੈਸੇ ਤੇ ਇਹ ਕਹਿੰਦੇ ਨੇ ਕਿ ਜੀ ਇਹ ਬਹੁਤ ਸ਼ਰੀਫ ਔਰ ਬਹੁਤ ਮੁਹੱਬਤ ਕਰਨ ਵਾਲਾ ਆਦਮੀ ਸੀ ਤੇ ਕਿਸੇ ਨੂੰ ਵੀ ਇਹਦੇ ਤੇ ਕਿਸੇ ਬੰਦੇ ਨੂੰ ਇਹਦੇ ਤੇ ਕੋਈ ਜ਼ਾਤੀ ਇਤਰਾਜ਼ ਨਹੀਂ ਸੀ ਹੈਗਾ ਇਹਦੇ ਉੱਤੇ। ਤੇ ਲੇਕਿਨ ਇਹ ਹੈ ਕਿ ਸਿਰਫ ਇਹਦੇ ਜਿਹੜੇ ਖਿਆਲ ਸਨ ਉਹ ਲੋਕਾਂ ਨੂੰ ਜਿਹੜੇ ਨੇ ਉਹ ਚੁਭਦੇ ਸਨ ਤੇ ਉਸ ਵਜ੍ਹਾ ਤੋਂ ਇਹਦੀ ਮੁਖਾਲਫਤ ਸੀ। ਤੇ ਇਹ ਦੇਖੋ ਕਿ ਜਦੋਂ ਉਹਨਾਂ ਨੇ ਸੈਨੇਗਾਲ ਵਾਲਿਆਂ ਨੇ ਇਹਦੇ ਤੇ ਫਤਵਾ ਦੇ ਦਿੱਤਾ ਤੇ ਉਸ ਤੋਂ ਬਾਅਦ ਜਿਹੜੇ ਕਾਲਵਨਿਸਟ ਕ੍ਰਿਸਚੀਅਨ ਸਨ ਐਮਸਟਰਡਮ ਦੇ, ਉਹਨਾਂ ਨੇ ਵੀ ਇਹਨੂੰ ਮਿਊਨਿਸਪੈਲਿਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ। ਸੋ ਲਿਹਾਜ਼ਾ ਇਹ ਮਿਊਨਿਸਪੈਲਿਟੀ ਚੋਂ ਵੀ ਨਿਕਲ ਗਿਆ ਤੇ ਉਹ ਫਿਰ ਥਾਂ ਵਿਚਾਰਾ ਉਹ ਘੁੰਮਦਾ ਰਿਹਾ। ਤੇ ਉਸ ਜ਼ਮਾਨੇ 'ਚ ਇਹਨੇ ਆਪਣਾ ਇੱਕ ਨਿੱਕੀ ਜਿਹੀ ਪੁਸਤਕ ਰੱਬ ਦੇ ਬਾਰੇ 'ਚ ਲਿਖੀ, ਪਰ ਉਹ ਕਹਿੰਦੇ ਨੇ ਜੀ 1810 ਵਿੱਚ ਛਪੀ, ਉਸ ਵੇਲੇ ਉਹ ਛਾਪੀ ਨਹੀਂ ਗਈ। ਅੱਛਾ ਜੀ, ਐਮਸਟਰਡਮ ਨੂੰ ਛੱਡ ਕੇ ਉਹ ਰੰਸਬਰਗ ਚਲੇ ਗਏ ਤੇ ਉੱਥੇ ਜਾ ਕੇ ਡਿਕਾਰਡ ਦਾ ਜਿਹੜਾ ਨਜ਼ਰੀਆ ਸੀ ਫਲਸਫੇ ਦੇ ਅਸੂਲ, ਪ੍ਰਿੰਸੀਪਲਸ ਆਫ ਫਿਲਾਸਫੀ, ਤੇ ਇਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ। ਫਿਰ ਉਹ ਉੱਥੋਂ ਦੌਰਬਰਗ ਚਲੇ ਗਏ ਤੇ ਉੱਥੇ ਜਾ ਕੇ ਆਪਣੀ ਮਸ਼ਹੂਰ ਤੇ ਮੁੱਢਲੀ ਜਿਹੜੀ ਉਹਨਾਂ ਦੀ ਕਿਤਾਬ ਅਖਲਾਕੀਆਤ, ਐਥਿਕਸ ਦੇ ਉੱਤੇ ਉਹਨਾਂ ਨੇ ਕੰਮ ਸ਼ੁਰੂ ਕੀਤਾ। ਤੇ ਇੰਜ ਉਹਨਾਂ ਦੀ ਜਿਹੜੀ ਹੈ ਉਹ ਸੋਚ ਜਿਹੜੀ ਹੈ ਉਹ ਵੱਧਦੀ ਗਈ। ਅਖੀਰ ਇਹਨਾਂ ਨੇ ਇੱਕ ਕਿਤਾਬ ਜਿਹੜੀ ਹੈ ਉਹ ਸਿਆਸਤ ਤੇ ਲਿਖੀ, ਜਿਹਦੇ ਵਿੱਚ ਇਹਨਾਂ ਨੇ ਜਮਹੂਰੀਅਤ ਨੂੰ
ਜਮਹੂਰੀਅਤ ਦਾ ਹੱਕ ਦੇ ਵਿੱਚ ਦਲੀਲਾਂ ਦਿੱਤੀਆਂ, ਕਿਉਂਕਿ ਜਿਹੜਾ ਇਹਦਾ ਜਿਹੜਾ ਇਹਨੂੰ ਜਿਹੜਾ ਪ੍ਰਮੋਟ ਕਰਨ ਵਾਲਾ ਸੀ ਸ਼ਹਿਜ਼ਾਦਾ ਡਿਵਿਟ ਜਿਹੜਾ ਹੈ ਉਹਨੂੰ ਗੈਰ ਜਮਹੂਰੀ ਜਿਹੜੇ ਲੋਕ ਸਨ, ਅਨਡੈਮੋਕ੍ਰੈਟਿਕ ਲੋਕ ਉਹਦੇ ਖਿਲਾਫ ਸਨ, ਤੇ ਇਹਨੇ ਉਹਦੇ ਹੱਕ ਦੇ ਵਿੱਚ ਕੀਤਾ। ਤੇ ਲੇਕਿਨ ਇਹ ਹੈ ਕਿ ਉਹਨੂੰ ਜਿਹੜਾ ਡਿਵਿਟ ਸੀ ਉਹਨੂੰ ਮਾਰ ਦਿੱਤਾ ਗਿਆ, ਕਤਲ ਕਰਤਾ ਗਿਆ। ਤੇ ਜਦੋਂ ਉਹ ਕਤਲ ਹੋਇਆ ਤੇ ਉਸ ਜ਼ਮਾਨੇ ਦਾ ਜਿਹੜਾ ਬਹੁਤ ਮਸ਼ਹੂਰ ਇੱਕ ਹੋਰ ਫਲਸਫੀ ਸੀ, ਉਹ ਵੀ ਤੁਸੀਂ ਦੇਖੋ, ਉਹਦਾ ਵੀ ਨਾਮ ਜਦੋਂ ਵੈਸਟਰਨ ਫਿਲਾਸਫੀ ਪੜ੍ਹੋਗੇ ਤੇ ਆਏਗਾ, ਲਾਈਬਨੀਜ਼। ਤੇ ਲਾਈਬਨੀਜ਼ ਨੇ ਇਹਨੂੰ ਦੱਸਿਆ ਕਿ ਤੂੰ ਭੱਜ ਜਾ, ਤੇਰੀ ਜ਼ਿੰਦਗੀ ਖਤਰੇ 'ਚ ਹੈ। ਤੇ ਇਹ ਉੱਥੋਂ ਭੱਜ ਗਿਆ। ਤੇ ਲੇਕਿਨ ਇਹ ਹੈ ਕਿ ਜਿਸ ਜ਼ਮਾਨੇ 'ਚ ਇਹ ਦੌੜਬਰਗ ਦੇ ਜ਼ਮਾਨੇ ਵਿੱਚ ਜਦੋਂ ਇਹ ਰਹਿੰਦਾ ਸੀ ਉੱਥੇ, ਤੇ ਉਦੋਂ ਤੋਂ ਹੀ ਇਹਨੇ ਆਪਣੀ ਰੋਜ਼ੀ ਕਮਾਉਣ ਲਈ ਛੋਟੀ ਐਨਕਾਂ ਬਣਾਉਣ ਦਾ ਜਿਹੜਾ ਉਹ ਕੰਮ ਸਿੱਖ ਲਿਆ ਸੀ। ਤੇ 1670 ਤੋਂ ਬਾਅਦ ਇਹ ਹੇਗ ਆ ਗਿਆ, ਤੇ ਹੇਗ ਆ ਕੇ ਇਹਨੇ ਐਨਕਾਂ ਬਣਾਉਣ ਤੋਂ ਆਪਣੀ ਰੋਜ਼ੀ ਜਿਹੜੀ ਹੈ ਉਹ ਜਿਹੜੀ ਕਮਾਉਣੀ ਸ਼ੁਰੂ ਕੀਤੀ। ਤੇ ਇਹਨੂੰ ਜਿਹੜਾ ਆਪਣਾ ਸਪਿਨੋਜ਼ਾ ਸੀ, ਇਹਨੂੰ ਉਸ ਜ਼ਮਾਨੇ ਦੀ ਬਹੁਤ ਵੱਡੀ ਯੂਨੀਵਰਸਿਟੀ ਜਿਹੜੀ ਹੈਡਲਬਰਗ ਸੀ, ਉਹਨੇ ਫਿਲਾਸਫੀ ਦਾ ਚੇਅਰਮੈਨ ਬਣਾਉਣ ਲਈ ਦੀ ਦਾਵਤ ਦਿੱਤੀ, ਇਹਨੂੰ ਇਨਵਾਈਟ ਕੀਤਾ। ਤੇ ਇਹਨੇ ਉਹ ਜਿਹੜੀ ਦਾਵਤ ਸੀ ਉਹ ਨਹੀਂ ਮੰਨੀ। ਇਹ ਕਹਿਣ ਲੱਗਾ ਕਿ ਨਹੀਂ, ਇਹ ਮੈਨੂੰ ਮੇਰੀ ਜਿਹੜੀ ਖੁੱਲੀ ਸੋਚ ਹੈ, ਮੇਰੀ ਜਿਹੜੀ ਲਿਬਰਲ ਜਿਹੜੀ ਆਜ਼ਾਦੀ ਹੈ, ਫਰੀडम ਹੈ ਮੈਨੂੰ ਸੋਚਣ ਦੀ, ਉਹ ਮੇਰੀ ਯੂਨੀਵਰਸਿਟੀ 'ਚ ਜਾ ਕੇ ਨਹੀਂ ਰਹਿਣੀ। ਤੇ ਇਸ ਲਈ ਮੈਂ ਯੂਨੀਵਰਸਿਟੀ ਨਹੀਂ ਜੁਆਇਨ ਕਰਨੀ। ਤੇ ਇਹਨੇ ਜੁਆਇਨ ਵੀ ਨਹੀਂ ਕੀਤੀ। ਤੇ ਆਪਣਾ ਇਹ ਉਹ ਕਰਦਾ ਰਿਹਾ ਐਨਕਾਂ ਬਣਾਉਣ ਦਾ ਹੀ ਕੰਮ। ਤੇ ਇਹ ਕਿਹਾ ਜਾਂਦਾ ਹੈ ਕਿ ਉਹ ਜਿਹੜਾ ਐਨਕਾਂ ਨੂੰ ਘੜਨ ਦਾ ਜਿਹੜਾ ਬਰੂਦਾ ਹੁੰਦਾ ਸੀ, ਜਿਹੜਾ ਉਹ ਬਰੂਦਾ ਜਿਹੜਾ ਹੈ ਉਹ ਇਹਦੇ ਫੇਫੜਿਆਂ 'ਚ ਪੈਂਦਾ ਗਿਆ, ਤੇ ਉਹਦੇ ਨਾਲ ਇਹਨੂੰ ਟੀਬੀ ਹੋ ਗਈ। ਤੇ ਉਹ 44 ਸਾਲਾਂ ਦੀ ਉਮਰ ਵਿੱਚ ਮਰ ਗਿਆ। ਜਿਹੜਾ ਇਹਨਾਂ ਦੀ ਜ਼ਿੰਦਗੀ ਦੇ ਉੱਤੇ ਮੁਖਤਲਿਫ ਲੋਕਾਂ ਨੇ ਜੋ ਲਿਖਿਆ ਹੈ, ਉਹ ਉਹਨਾਂ ਵਿੱਚੋਂ ਇੱਕ ਹੈਰਲਡ ਬਰਾਊਨ ਵੀ ਹੈ, ਬਹੁਤ ਮਸ਼ਹੂਰ। ਉਹਨੇ ਕਿਹਾ ਕਿ ਉਹ ਹਕੀਕਤ ਦਾ ਉਸਤਾਦ ਸੀ, ਤੇ ਉਸਨੇ ਆਪਣੀ ਜ਼ਿੰਦਗੀ ਆਪਣੀ ਅਕਲ ਨਾਲ ਗੁਜ਼ਾਰੀ। ਉਹਦੇ ਵਰਗੇ ਬੰਦੇ ਦੀ ਇਸ ਦੁਨੀਆ ਵਿੱਚ ਮਿਸਾਲ ਨਹੀਂ ਮਿਲਦੀ। ਮਤਲਬ ਇਹ ਹੈ ਕਿ ਇਹਨੂੰ ਬਹੁਤ ਹੀ ਮਿਸਾਲੀ ਜਿਹੜਾ ਫਲਸਫੀ ਹੈ ਉਹ ਮੰਨਿਆ ਗਿਆ ਇਹਦੇ ਮਰਨ ਤੋਂ ਬਾਅਦ ਵੀ। ਅੱਛਾ ਜੀ, ਹੁਣ ਅਸੀਂ ਆਉਂਦੇ ਹਾਂ ਕਿ ਸਪੀਨੋਜ਼ਾ ਦਾ ਫਲਸਫਾ ਕੀ ਹੈ। ਤੇ ਸਪੀਨੋਜ਼ਾ ਦਾ ਫਲਸਫਾ ਇਹ ਹੈ ਕਿ ਇਹ ਜਿਹੜਾ ਸਾਰਾ ਸੰਸਾਰ ਹੈ, ਸਾਰਾ ਜਿਹੜਾ ਯੂਨੀਵਰਸ ਹੈ, ਉਹ ਇੱਕ ਹੈ। ਤੇ ਉਹ ਜਿਹੜਾ ਇੱਕ ਹੈ ਉਸੇ ਦਾ ਨਾਂ ਖੁਦਾ ਹੈ। ਪਰ ਖੁਦਾ ਜਿਹੜਾ ਹੈ, ਗॉड ਜਿਹੜਾ ਹੈਗਾ, ਉਹ ਕੋਈ ਬਾਹਰੋਂ ਇਸ ਸੰਸਾਰ ਤੋਂ ਬਾਹਰ ਕੋਈ ਬੈਠੀ ਹੋਈ ਚੀਜ਼ ਨਹੀਂ ਹੈਗੀ, ਜਿਹੜੀ ਕਿ ਉਹ ਬਾਹਰ ਬਹਿ ਕੇ ਇਸ ਸੰਸਾਰ ਨੂੰ ਚਲਾ ਰਹੀ ਹੋਵੇ। ਉਹਦਾ ਕਹਿਣਾ ਸੀ ਕਿ ਪੂਰੀ ਨੇਚਰ ਖੁਦ ਜਿਹੜੀ ਹੈ ਪੂਰੀ, ਉਹ ਗॉड ਹੈ ਔਰ गॉड नेचर है। ਇਹ ਗੱਲ ਬਹੁਤ ਮੁੱਢਲੀ ਹੈ। ਇਹ ਤੁਸੀਂ ਦੱਸੋ ਕਿ ਤੁਹਾਨੂੰ ਸਮਝ ਆਈ ਇਸ ਗੱਲ ਦੀ? ਆ ਗਈ ਡਾਕਟਰ ਸਾਹਿਬ, ਮੈਂ ਵੀ ਇਦਾਂ ਹੀ ਸੋਚਦੀ ਆ। ਇੰਟਰਸਟਿੰਗ। ਚਲੋ ਮੈਂ ਵੀ ਇੰਜ ਹੀ ਸੋਚਣਾ। ਤੇ ਆਇਨਸਟਾਈਨ ਕਹਿੰਦਾ ਸੀ ਕਿ ਆਈ ਬਿਲੀਵ ਇਨ ਦ ਗॉड ਆਫ ਸਪਿਨੋਜ਼ਾ। ਹਾਂਜੀ, ਬਿਲਕੁਲ। ਅੱਛਾ, ਇਹ ਆਪਣਾ ਜਿਹੜਾ ਸਪੀਨੋਜ਼ਾ ਹੈ ਉਹ ਕਹਿੰਦਾ ਹੈ ਕਿ ਫਿਤਰਤ ਦੀ ਹਰ ਸ਼ੈ ਦਾ ਇੱਕ ਸੱਤ ਹੈ, ਤੇ ਇੱਕ ਹੀ ਤਰ੍ਹਾਂ ਦੇ ਕਾਨੂੰਨ ਸਾਡੇ ਆਲੇ ਦੁਆਲੇ ਦੀ ਹਕੀਕਤ ਤੇ ਲਾਗੂ ਹੁੰਦੇ ਨੇ। ਮਤਲਬ ਇਹ ਹੈ ਕਿ ਪੱਥਰਾਂ, ਪਲਾਂਟਸ, ਇਨਸਾਨਾਂ, ਜਾਨਵਰਾਂ ਦੇ ਵਿੱਚ ਇੱਕ ਦਾ ਸੱਤ ਜਿਹੜਾ ਹੈ, ਐਸੈਂਸ ਜਿਹੜਾ ਹੈ, ਉਹ ਇੱਕ ਹੈ। ਉਹਦੇ ਮੁਤਾਬਕ ਉਹ ਇੱਕ ਹੀ ਅਸੂਲ ਦੇ ਤਹਿਤ ਜਿਹੜੇ ਨੇ ਉਹ ਚੱਲਦੇ ਨੇ। ਔਰ ਤੁਹਾਨੂੰ ਯਾਦ ਹੋਏਗਾ ਕਿ ਮੈਂ ਜਦੋਂ ਤੰਤਰਵਾਦ ਦੀ ਤੇ ਕਰ ਰਿਹਾ ਸਾਂ ਗੱਲ ਸ਼ੁਰੂ ਵਿੱਚ ਫਲਸਫੇ ਦੇ ਵਿੱਚ,
ਤੇ ਮੈਂ ਤੁਹਾਨੂੰ ਕਿਹਾ ਸੀ ਕਿ ਇਹੋ ਹੀ ਪਹਿਲੀ ਗੱਲ ਸੀ ਜਿਹੜੀ ਕਿ ਇਨਸਾਨਾਂ ਨੂੰ ਪਤਾ ਲੱਗੀ ਕਿ ਇਹ ਸਾਰਾ ਸੰਸਾਰ ਜਿਹੜਾ ਹੈ ਇਹਦਾ ਇੱਕ ਹੀ ਅਸੂਲ ਹੈ, ਤੇ ਇਹਦੇ ਇਸ ਉਦਾਹਰ ਤੇ ਹੀ ਉਹਨਾਂ ਨੇ ਇਹ ਸੋਚਿਆ ਕਿ ਜੇ ਇਨਸਾਨ ਤੇ ਬਾਕੀ ਕਾਇਨਾਤ ਜਾਂ ਯੂਨੀਵਰਸ ਦਾ ਇੱਕ ਹੀ ਨਿਜ਼ਾਮ ਹੈ, ਤੇ ਫਿਰ ਅਸੀਂ ਆਪਣੇ ਇਨਸਾਨ ਜਿਹੜਾ ਹੈ ਉਹ ਆਪਣੀਆਂ ਤਾਕਤਾਂ ਨੂੰ ਵਧਾ ਕੇ ਇਸ ਸੰਸਾਰ ਤੇ ਕਬਜ਼ਾ ਵੀ ਸੰਸਾਰ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਵੀ ਚਲਾ ਸਕਦਾ ਹੈ। ਲੇਕਿਨ ਇਹ ਹੈ ਕਿ ਸਪੀਨੋਜ਼ਾ ਜਿਹੜਾ ਹੈ ਉਹ ਇਸ ਯੂਨੀਵਰਸ ਨੂੰ ਆਪਣੇ ਮੁਤਾਬਕ ਚਲਾਉਣ ਵਾਲੀ ਗੱਲ ਤੇ ਨਹੀਂ ਮੰਨਦਾ। ਅੱਛਾ, ਹੁਣ ਜੇ ਹਰ ਚੀਜ਼ ਦੇਖੋ, ਗੱਲ ਇਹ ਹੈ ਕਿ ਜੇ ਹਰ ਚੀਜ਼ ਦਾ ਇੱਕ ਅਸੂਲ ਮੁਕਰਰ ਹੈ, ਹਰ ਚੀਜ਼ ਦਾ ਅਗਰ ਇੱਕ ਅਸੂਲ ਮੁਕਰਰ ਹੈ, ਤੇ ਇਹਦਾ ਮਤਲਬ ਹੈ ਕਿ ਉਹਦੇ ਵਿੱਚ ਜਿਹੜੀ ਜਿਹਨੂੰ ਯੂਰਪੀਅਨ ਫਿਲਾਸਫੀ 'ਚ ਹਿਊਮਨ ਵਿਲ ਕਹਿੰਦੇ ਸਨ, ਯਾਨੀ ਇੱਛਾ, ਹਿਊਮਨ ਫਰੀडम ਜਿਹੜੀ ਹੈ ਉਹਦੀ ਫਿਰ ਕੋਈ ਥਾਂ ਨਹੀਂ ਹੈਗੀ, ਕਿਉਂਕਿ ਹਰ ਚੀਜ਼ ਤੇ ਇੱਕ ਯੂਨੀਵਰਸਲ ਲਾ ਦੇ ਤਹਿਤ ਚੱਲ ਰਹੀ ਹੈ, ਤੇ ਜੋ ਚੱਲ ਰਹੀ ਹੈ ਤੇ ਉਹਨੇ ਤੇ ਉਵੇਂ ਹੀ ਚੱਲਣਾ ਜਿਵੇਂ ਉਹ ਚੱਲ ਰਹੀ ਹੈ, ਤੇ ਜੇ ਉਵੇਂ ਹੀ ਚੱਲ ਰਹੀ ਹੈ ਤੇ ਫਿਰ ਉਹਦੇ ਵਿੱਚ ਬੰਦਾ ਜਿਹੜਾ ਹੈ ਉਹ ਉਹਨੂੰ ਨਾ ਬਦਲ ਸਕਦਾ ਹੈ ਤੇ ਨਾ ਉਹਨੂੰ ਉਹਦੇ ਉੱਤੇ ਗਲਬਾ ਪਾ ਸਕਦਾ ਹੈ। ਇਸ ਵਾਸਤੇ ਜਿਹੜਾ ਸਪੀਨੋਜ਼ਾ ਸੀ ਉਹਦਾ ਇਹ ਕਹਿਣਾ ਸੀ ਕਿ ਇਹ ਜਿਹੜਾ ਸੰਸਾਰ ਹੈ ਇਹ ਇੰਜ ਬਣਿਆ ਕਿ ਇਹਨੂੰ ਅਗਰ ਖੁਦਾ ਵੀ ਚਾਹੁੰਦਾ ਤੇ ਅਗਰ ਖੁਦਾ ਵੀ ਚਾਹੁੰਦਾ ਤੇ ਇਹਨੂੰ ਹੋਰ ਤਰ੍ਹਾਂ ਨਹੀਂ ਸੀ ਬਣਾਇਆ ਜਾ ਸਕਦਾ। ਮਤਲਬ ਚੰਗੋ ਖੁਦਾ ਤੇ ਖੁਦ ਫਿਤਰਤ ਹੈ, ਤੇ ਇਸ ਲਈ ਮਤਲਬ ਇਹ ਹੈ ਕਿ ਇਹਨੇ ਇੰਜ ਹੀ ਬਣਨਾ ਸੀ ਜਿਵੇਂ ਬਣਿਆ ਹੈ। ਅੱਛਾ, ਤੇ ਉਹ ਕਹਿੰਦਾ ਹੈ ਕਿ ਜਿਹੜੀ ਲੋਕੀ ਸਮਝਦੇ ਨੇ ਕਿ ਉਹਨਾਂ ਨੂੰ ਆਜ਼ਾਦੀ ਹੈਗੀ ਹੈ ਸੋਚਣ ਦੀ ਤੇ ਕੰਮ ਕਰਨ ਦੀ, ਤੇ ਕਹਿੰਦਾ ਸੀ ਉਹ ਨਾ ਸਮਝ ਨੇ, ਤੇ ਉਹਨਾਂ ਨੂੰ ਅਸਲ ਦੇ ਵਿੱਚ ਭੁਲੇਖਾ ਇਹ ਹੈ, ਇਹ ਭੁਲੇਖਾ ਇਸ ਲਈ ਪੈਂਦਾ ਹੈ ਕਿ ਉਹਨਾਂ ਨੂੰ ਆਪਣੇ ਹੀ ਕੀਤਿਆਂ ਦਾ ਜਿਹੜਾ ਹੈ ਉਹ ਕੋਈ ਬਹੁਤ ਉਹਨਾਂ ਦੀਆਂ ਕਾਜ਼ਜ਼ ਨਹੀਂ ਪਤਾ ਹੁੰਦੀਆਂ ਕਿ ਅਸੀਂ ਕਿਉਂ ਕਰ ਰਹੇ ਹਾਂ। ਤੇ ਉਹਦੀ ਮਿਸਾਲ ਦਿੰਦਾ ਹੈ, ਉਹ ਆਪਣੀ ਕਿਤਾਬ ਜਿਹੜੀ ਅਖਲਾਕੀਆਤ ਐਥਿਕਸ ਦੀ ਹੈ ਉਹਦੇ ਵਿੱਚ ਉਹਦੀ ਮਿਸਾਲ ਦਿੰਦਾ ਹੈ ਕਿ ਬਾਲ ਸਮਝਦਾ ਹੈ ਜੋ ਉਹ ਆਪਣੀ ਆਜ਼ਾਦ ਮਰਜ਼ੀ ਨਾਲ ਮਾਂ ਦੀਆਂ ਛਾਤੀਆਂ ਲੱਭਦਾ ਹੈ। ਭੂਤਰਿਆ ਮੁੰਡਾ ਯਾਨੀ ਵਿਗੜਿਆ ਮੁੰਡਾ ਜਿਹੜਾ ਹੈ ਉਹ ਮੰਨਦਾ ਹੈ ਜੋ ਉਹ ਬਦਲਾ ਲੈਣ ਲਈ ਗੁੱਸੇ ਵਿੱਚ ਹੈ। ਮਾੜਾ ਬੰਦਾ ਇਹ ਸਮਝਦਾ ਹੈ ਜੋ ਇਹ ਉਹਦੀ ਮਰਜ਼ੀ ਹੈ ਜੋ ਉਹ ਮੈਦਾਨ ਵਿੱਚੋਂ ਨੱਸ ਜਾਵੇ। ਸ਼ਰਾਬੀ ਜਿਹੜਾ ਹੈ ਉਹ ਸ਼ਰਾਬ ਵਿੱਚ ਟੁੰਨ ਜੋ ਵੀ ਬਕੜਵਾਟ ਕਰਦਾ ਹੈ ਉਹ ਹੋਸ਼ ਵਿੱਚ ਕਦੀ ਵੀ ਨਹੀਂ ਕਰ ਸਕਦਾ। ਅੱਛਾ, ਇਹ ਹੁਣ ਸਾਰੇ ਜਿਹੜੇ ਨੇ ਇਹਨਾਂ ਸਭ ਦੀ ਮਾਨਤਾ ਇਹ ਹੈ ਕਿ ਇਹ ਉਹਨਾਂ ਦੀ ਜ਼ੇਨ ਆਜ਼ਾਦ ਜ਼ੇਨ ਦੀ ਮਰਜ਼ੀ ਨਾਲ ਇਹ ਹੋ ਰਿਹਾ ਹੈ, ਪਰ ਉਹ ਕਹਿੰਦਾ ਹੈ, ਸਪੀਨੋਜ਼ਾ ਕਹਿੰਦਾ ਹੈ ਕਿ ਇਹ ਇੰਜ ਹੈ ਹੀ ਨਹੀਂ ਹੈ, ਕਿਉਂਕਿ ਇਹ ਇੱਕ ਤਰੰਗ ਦੇ ਵਿੱਚ ਇਹ ਸਾਰਾ ਕੁਝ ਕਰ ਰਹੇ ਨੇ ਔਰ ਇਹਨਾਂ ਨੇ ਇੰਜ ਹੀ ਕਰਨਾ ਸੀ। ਮਤਲਬ ਇਹ ਕਿ ਸ਼ਰਾਬੀ ਜਿਹੜਾ ਹੈ ਉਹਨੇ ਸ਼ਰਾਬ ਪੀ ਕੇ ਬਕੜਵਾਟ ਹੀ ਕਰਨੀ ਸੀ, ਉਹ ਉਸ ਤੋਂ ਇਲਾਵਾ ਕੁਝ ਕਰ ਨਹੀਂ ਸੀ ਸਕਦਾ। ਤੇ ਚੂੰਕਿ ਉਹਨੂੰ ਉਹਦੀ ਕਾਜ਼ ਦਾ ਨਹੀਂ ਪਤਾ ਬਕੜਵਾਟ ਦਾ, ਤੇ ਉਹ ਮੰਨਦਾ ਨਹੀਂ ਉਹਦੀ ਕਾਜ਼ ਨੂੰ, ਤੇ ਇਸ ਵਾਸਤੇ ਉਹਨੂੰ ਇਹ ਭੁਲੇਖਾ ਲੱਗਦਾ ਕਿ ਸ਼ਾਇਦ ਮੈਂ ਆਜ਼ਾਦ ਹਾਂ। ਅੱਛਾ, ਉਹ ਕਹਿੰਦਾ ਹੈ ਕਿ ਜਿਹੜੀਆਂ ਫਿਤਰਤ ਦੀਆਂ ਬੇਸ਼ੁਮਾਰ ਫਿਤਰਤ ਦੀਆਂ ਜਿਹੜੀਆਂ ਨੇ ਅਨਹੱਦ ਫਿਤਰਤ ਦੀਆਂ ਬੇਸ਼ੁਮਾਰ ਯਾਨੀ ਅਨਲਿਮਿਟਿਡ ਕਰੈਕਟਰਿਸਟਿਕਸ ਨੇ, ਜਿਨ੍ਹਾਂ ਨੂੰ ਦੋ ਘੁਰਿਆਂ ਵਿੱਚ ਵੰਡਿਆ ਜਾ ਸਕਦਾ, ਯਾਨੀ ਜਿਨ੍ਹਾਂ ਨੂੰ ਦੋ ਕੈਟੇਗਰੀਜ਼ ਦੇ ਵਿੱਚ ਮੰਨਿਆ ਜਾ ਸਕਦਾ। ਇੱਕ ਨੂੰ ਉਹ ਵਿਚਾਰ ਕਹਿੰਦਾ ਥਾਟ, ਔਰ ਦੂਜੇ ਨੂੰ ਐਕਸਪੈਂਸ਼ਨ ਯਾਨੀ ਫੈਲਾਓ। ਸੋ ਇਸ ਤਰ੍ਹਾਂ ਜਿਸਮਾਨੀ ਤੇ ਜ਼ਿਹਨੀ ਜਹਾਨ ਉਹਦੇ ਨਜ਼ਦੀਕ ਜਿਹੜਾ ਵਿਚਾਰ ਔਰ ਜਿਹੜਾ ਫੈਲਣਾ ਹੈ ਉਹਦਾ ਬਾਹਰ, ਉਹਨਾਂ ਦੇ ਉਹ ਜਿਹੜੇ ਨੇ ਉਹ ਇੱਕ ਹੀ ਸੱਤ ਵਿੱਚੋਂ ਨਿਕਲੇ ਨੇ, ਉਹਨਾਂ ਦਾ ਇੱਕ ਹੀ ਸੱਤ ਹੈ ਦੋਵਾਂ ਦਾ। ਅੱਛਾ, ਉਹ ਕਹਿੰਦਾ ਹੈ ਕਿ ਜਿਹੜਾ ਜਹਾਨ ਹੈ ਸੰਸਾਰ ਜਿਹੜਾ ਹੈ ਇਹਦੇ ਦੋ ਸੱਤ ਹੋ ਨਹੀਂ ਸਕਦੇ। ਇੱਕ ਸੱਤ, ਜੇ ਦੋ ਸੱਤ ਹੋਣ ਤੇ ਸ਼ੈਵਾਂ ਦੀਆਂ ਜਿਹੜੀਆਂ ਖਸੀਅਤਾਂ ਨੇ ਉਹ ਦੋ ਤਰ੍ਹਾਂ ਦੀਆਂ ਹੋਣਗੀਆਂ, ਤੇ ਦੋ ਤਰ੍ਹਾਂ ਦੀਆਂ ਤੇ ਹੋ ਨਹੀਂ ਸਕਦੀਆਂ। ਤੇ ਇਸ ਲਈ ਸੰਸਾਰ ਦਾ ਸੱਤ ਜਿਹੜਾ ਇੱਕ ਹੀ ਹੈ। ਮੈਂ ਉਹਦੀ ਤੁਹਾਨੂੰ ਮਿਸਾਲ ਦਿੰਦਾ ਆਸਾਨ ਕਰਨ ਲਈ, ਤੁਹਾਡੇ ਲਈ ਆਸਾਨ ਕਰਨ ਲਈ। ਮਿਸਾਲ ਦੇ ਤੌਰ ਦੇ ਉੱਤੇ ਜੇ ਦੋ ਸੱਤ ਹੋਣ ਸੰਸਾਰ ਤੇ,
ਤੇ ਫਿਰ ਇੱਕ ਸੱਤ ਦੇ ਤਹਿਤ ਪਾਣੀ ਜਾਂ ਹਵਾ ਦਾ ਜਿਹੜਾ ਅਸੂਲ ਹੈ ਉਹ ਹੋਰ ਹੋਏਗਾ ਤੇ ਦੂਜੇ ਸੱਤ ਦੇ ਮੁਤਾਬਕ ਹੋਰ ਹੋਏਗਾ। ਮਿਸਾਲ ਦੇ ਤੌਰ ਤੇ ਅਗਰ ਤੁਸੀਂ ਪਾਣੀ ਨੂੰ ਲਓ ਤੇ ਅਗਰ ਪਾਣੀ ਨੂੰ ਤੁਸੀਂ ਇੱਕ ਸੱਤ ਦੇ ਤਹਿਤ ਉਬਾਲੋਗੇ ਤੇ ਉਹ ਭਾਪ ਬਣ ਜਾਏਗਾ, ਤੇ ਦੂਜੇ ਸੱਤ ਦੇ ਤਹਿਤ ਉਬਾਲੋਗੇ ਤੇ ਉਹ ਬਰਫ਼ ਬਣ ਜਾਏਗਾ। ਤੇ ਮਤਲਬ ਇੰਜ ਤੇ ਹੁੰਦਾ ਨਹੀਂ ਹੈ। ਜੇ ਇੰਜ ਨਹੀਂ ਹੁੰਦਾ, ਦੋ ਸੱਤ ਦੋ ਸੀਟਾਂ ਦੇ ਵਿੱਚ ਆਪਣੇ ਆਪ ਨੂੰ ਜ਼ਾਹਰ ਨਹੀਂ ਕਰਦੇ, ਤੇ ਫਿਰ ਇਹਦਾ ਮਤਲਬ ਹੈ ਕਿ ਇੱਕ ਹੀ ਸੱਤ ਹੈ। ਸੱਤ ਇੱਕ ਹੀ ਇਹ ਹੈ ਕਿ ਜਦੋਂ ਵੀ ਤੁਸੀਂ ਪਾਣੀ ਨੂੰ ਉਬਾਲੋਗੇ ਉਹ ਭਾਪ ਬਣੇਗਾ, ਤੇ ਜਦੋਂ ਭਾਪ ਨੂੰ ਠੰਡਾ ਕਰੋਗੇ ਤੇ ਉਹ ਪਾਣੀ ਬਣੇਗਾ। ਅੱਛਾ ਜੀ, ਇਸ ਤਰ੍ਹਾਂ ਇਹ ਆਪਣਾ ਉਹ ਕਹਿੰਦਾ ਕਿ ਇਹ ਜਿਹੜਾ ਸੱਤ ਹੈ, ਯੂਨੀਵਰਸਲ ਸੱਤ ਜਿਹੜਾ ਹੈਗਾ, ਇਹ ਆਪਣਾ ਜਿਹੜਾ ਮੁਖਾੜਾ ਹੈ ਉਹ ਮਖਸੂਸ ਚੀਜ਼ਾਂ ਦੇ ਵਿੱਚ ਕਰਦਾ ਹੈ। ਉਹ ਉਸੇ ਤੱਤ ਦਾ ਫੈਲਾਅ ਨੇ। ਅੱਛਾ, ਉਹ ਖੁਦਾ ਦੇ ਜਿਹੜਾ ਬਾਹਰ ਹੋਣ ਦਾ, ਖੁਦਾ ਦਾ ਸੰਸਾਰ ਤੋਂ ਉਹਨੂੰ ਉਹ ਚੈਲੰਜ ਕਰਦਾ ਹੈ, ਤੇ ਉਹ ਇਹ ਕਹਿੰਦਾ ਕਿ ਖੁਦਾ ਜਿਹੜਾ ਉਹ ਖੁਦਾ ਕਿਸੇ ਖਾਸ ਦੁਸ਼ਮਣੀ, ਦੋਸਤੀ ਜਾਂ ਕਿਸੇ ਜਜ਼ਬੇ ਦੇ ਤਹਿਤ ਕਰਨ ਵਾਲੀ ਚੀਜ਼ ਨਹੀਂ ਹੈ, ਬਲਕਿ ਉਹ ਕਹਿੰਦਾ ਹੈ ਕਿ ਖੁਦਾ ਜੋ ਵੀ ਖੁਦਾ ਸੰਸਾਰੀ ਅਸੂਲ ਜੋ ਵੀ ਹੈ ਉਹ ਬੇਸਿਕਲੀ ਕਾਰਨ ਤੇ ਅਸਰ, ਕਾਜ਼ਸ ਤੇ ਉਹਦੇ ਇਫੈਕਟਸ ਦਾ ਹੀ ਸਿਲਸਿਲਾ ਹੈ। ਮਤਲਬ ਹਰ ਚੀਜ਼ ਦਾ ਕੋਈ ਕਾਰਨ ਹੈ ਤੇ ਹਰ ਕਾਰਨ ਦਾ ਕੋਈ ਅਸਰ ਹੈ। ਮਤਲਬ ਦੇਖੋ ਨਾ, ਇਹਨੂੰ ਹੁਣ ਤੁਸੀਂ ਸਮਝੋ, ਜੇ ਅਸੀਂ ਇਸ ਗੱਲ ਨੂੰ ਵੀ ਮੈਂ ਥੋੜਾ ਜਿਹਾ ਖੋਲ ਦਿਆਂ ਤਾਂ ਕਿ ਤੁਹਾਨੂੰ ਆਮ ਮਿਸਾਲ ਨਾਲ ਸਮਝ ਆ ਜਾਏ। ਮਿਸਾਲ ਦੇ ਤੌਰ ਦੇ ਉੱਤੇ ਜੇ ਤੁਸੀਂ ਕਹਿੰਦੇ ਹੋ ਕਿ ਜੀ ਮੈਨੂੰ ਤਾਪ ਚੜ ਗਿਆ, ਤੇ ਤਾਪ ਇਸ ਲਈ ਚੜਿਆ ਕਿ ਮੈਨੂੰ ਜਿੰਨ ਚੰਬੜ ਗਿਆ, ਤੇ ਜਿਹੜਾ ਜਿੰਨ ਚੰਬੜਨ ਦਾ ਜਿਹੜਾ ਕਾਜ਼ ਹੈ ਉਹ ਤੇ ਮੈਟਾਫਿਜ਼ੀਕਲ ਕਾਜ਼ ਹੈ, ਉਹ ਤੇ ਫਿਜ਼ੀਕਲ ਕਾਜ਼ ਨਹੀਂ ਹੈ। ਤੇ ਜੇ ਤੁਸੀਂ ਕਹੋ ਕਿ ਜੀ ਇਨਫੈਕਸ਼ਨ ਹੋ ਗਈ ਜਿਸਮ ਦੇ ਵਿੱਚ ਤੇ ਉਹਦੇ ਨਾਲ ਬੁਖਾਰ ਚੜ ਗਿਆ, ਤੇ ਫਿਰ ਉਹ ਜਿਹੜਾ ਇੱਕ ਫਿਜ਼ੀਕਲ ਵਰਲਡ ਦੇ ਵਿੱਚ ਕਾਜ਼ ਔਰ ਇਫੈਕਟ ਦਾ ਅਸੂਲ ਜਿਹੜਾ ਹੈ ਉਹ ਮੰਨਿਆ ਜਾਏਗਾ। ਸੋ ਉਹਦਾ ਕਹਿਣਾ ਇਹ ਹੈ ਕਿ ਜਿਹੜਾ ਸਾਰਾ ਸੰਸਾਰ ਹੈ ਇਹ ਕਾਜ਼ਸ ਦੀ ਔਰ ਇਫੈਕਟਸ ਦੀ ਇੱਕ ਲੰਮੀ ਲੜੀ ਹੈ, ਇੱਕ ਲੰਮੀ ਸੀਰੀਜ਼ ਹੈ। ਬਲਕਿ ਮੈਂ ਤੇ ਉਹਨੂੰ ਇਹ ਕਹਾਂਗਾ ਕਿ ਉਹ ਆਲਮੋਸਟ ਇਨਫਿਨਿਟ ਸੀਰੀਜ਼ ਹੈ, ਜਿਹਨੂੰ ਕਿ ਐਕਸਪਲੋਰ ਕੀਤਾ ਜਾ ਰਿਹਾ ਹੈ ਔਰ ਜਿਹਨੂੰ ਫਿਊਚਰ ਦੇ ਵਿੱਚ ਇਨਸਾਨ ਐਕਸਪਲੋਰ ਕਰਦੇ ਰਹਿਣਗੇ। ਅੱਛਾ, ਇਹ ਜਿਹੜਾ ਸੰਸਾਰੀ ਅਸੂਲ ਜਿਹਨੂੰ ਅਸੀਂ ਕਾਜ਼ ਔਰ ਇਫੈਕਟ ਦੇ ਨਾਂ ਨਾਲ ਦੱਸ ਰਹੇ ਹਾਂ, ਇਹ ਜਿਹੜਾ ਹੈ ਇਹ ਪੰਜਾਬੀ ਜਿਹੜੀ ਕਲਾਸਿਕ ਹੈ ਉਹਦੇ ਵਿੱਚ ਇਹ ਰਜ਼ਾ ਦੇਣਾ, ਤਕਦੀਰ, ਜ਼ਿਆਦਾ ਰਜ਼ਾ ਦੇ ਨਾਂ ਨਾਲ, ਰਜ਼ਾ ਜਿਹੜੀ ਉਹਦੀ ਮਰਜ਼ੀ ਹੈ, ਇਹ ਰਜ਼ਾ ਦੇ ਨਾਂ ਨਾਲ ਜਿਹੜੀ ਹੈ ਉਹ ਪਛਾਣੀ ਜਾਂਦੀ ਹੈ। ਮਿਸਾਲ ਦੇ ਤੌਰ ਤੇ ਬਾਬਾ ਗੁਰੂ ਨਾਨਕ ਜੀ ਲਿਖਦੇ ਨੇ, ਇਹ ਪਹਿਲੀ ਜਿਹੜੀ ਉਹਨਾਂ ਦੀ ਹੈ ਉਹਦੇ ਵਿੱਚੋਂ ਹੀ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਯਾਨੀ ਜਿਹੜੀ ਹਰ ਸ਼ੈ ਹੈ ਉਹ ਇੱਕ ਹੁਕਮ ਚ ਬੱਧੀ ਚੱਲ ਰਹੀ ਹੈ। ਨਾਨਕ ਹੁਕਮੇ ਹਰ ਕੋਏ, ਹੁਕਮੋਂ ਬਾਹਰ ਨਾ ਕੋਏ। ਤੇ ਇਹ ਨਾਨਕ ਜਿਹੜਾ ਹੈ, ਬਾਬਾ ਗੁਰੂ ਨਾਨਕ ਜਿਹੜਾ ਹੈ, ਉਹ ਇੱਥੇ ਉਹੀ ਗੱਲ ਕਰ ਰਹੇ ਨੇ ਜਿਹੜੀ ਕਿ ਸਪੀਨੋਜ਼ਾ ਜਿਹੜੀ ਗੱਲ ਕਰ ਰਹੇ ਸਨ। ਤੇ ਇਸ ਤਰ੍ਹਾਂ ਹੀ ਵਾਰਿਸ ਸ਼ਾਹ ਜਿਹੜਾ ਹੈ ਉਹ ਵੀ ਰਜ਼ਾ ਦਾ ਇੰਨਾ ਹੀ ਮਾਇਨਿਆਂ 'ਚ ਇਸਤੇਮਾਲ ਕਰਦਾ ਹੈ ਕਿ ਉਹ ਜਦੋਂ ਆਪਣਾ ਹੀਰ ਦਾ ਜਿਹੜਾ ਹੈ ਉਹ ਵਿਆਹ ਹੋਣਾ ਮਿਥਿਆ ਜਾਂਦਾ ਹੈ, ਤੇ ਹੀਰ ਕਹਿੰਦੀ ਹੈ ਕਿ ਦੋਸਤੀ ਸਾਡੀ ਤੇਰੀ ਬਸ ਹੋ ਗਈ, ਤੇ ਰਾਂਝਾ ਉਹਨੂੰ ਕਹਿੰਦਾ ਜੋ ਕੁਝ ਵਿੱਚ ਰਜ਼ਾ ਦੇ ਹੋ ਲਿਖਾ,
ਜੋ ਰਜ਼ਾ ਵਿੱਚ ਲਿਖਿਆ ਸੀ ਉਹ ਹੋਇਆ ਹੈ। ਰਜ਼ਾ ਦਾ ਮਤਲਬ ਹੈ ਜੋ ਅਸੂਲ ਬਣੇ ਸਨ ਉਹਨਾਂ ਦੇ ਤਹਿਤ, ਸੋਸ਼ਲ ਪ੍ਰਿੰਸੀਪਲ ਜਿਹੜੇ ਬਣੇ ਸਨ ਉਹਨਾਂ ਦੇ ਤਹਿਤ ਜਿਹੜਾ ਹੈ ਉਹ ਜੋ ਕੁਝ ਹੋਇਆ ਉਹ ਕੁਝ ਹੀ ਹੋਇਆ ਹੈ। ਅੱਛਾ, ਇਹ ਕਹਿੰਦਾ ਹੈ ਕਿ ਜਿਹੜੀ ਸਪੀਨੋਜ਼ਾ ਦਾ ਵੀ ਮੰਨਣਾ ਸੀ ਕਿ ਜਿਹੜੀ ਵਿਚਾਰਾਂ ਦੀ ਖੁੱਲ੍ਹ ਹੈ, ਯਾਨੀ ਥਿੰਕਿੰਗ ਦੀ ਜਿਹੜੀ ਫਰੀडम ਹੈ, ਉਹ ਜਿਹੜੀ ਹੈ ਉਹ ਸਭ ਤੋਂ ਉੱਤੇ ਮੰਨੀ ਜਾਣੀ ਚਾਹੀਦੀ ਹੈ। ਔਰ ਉਹਨੂੰ ਮੇਨ ਖਤਰਾ ਜਿਹੜਾ ਹੈ, ਡੇਂਜਰ ਜਿਹੜਾ ਹੈਗਾ, ਉਹ ਮਜ਼ਹਬੀ ਲੋਕਾਂ ਕੋਲੋਂ ਹੈ, ਰਿਲੀਜਨ, ਆਰਗੇਨਾਈਜ਼ਡ ਰਿਲੀਜਨ ਕੋਲੋਂ ਹੈਗਾ। ਤੇ ਜਿਹੜੇ ਹਾਕਮ ਨੇ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਉਹ ਆਰਗੇਨਾਈਜ਼ਡ ਰਿਲੀਜਨ ਦੀ ਤਾਕਤ ਮੁਕਾ ਕੇ ਉਹਨੂੰ ਆਪਣੇ ਹੱਥ ਲੈ ਲੈਣ ਔਰ ਹਰ ਫਿਰਕਾ ਜਿਹੜਾ ਹੈ ਛੋਟਾ ਮੋਟਾ ਉਹਨੂੰ ਆਪਣੇ ਆਪਣੇ ਥਾਂ ਤੇ ਆਜ਼ਾਦੀ ਹੋਵੇ ਸੋਚਣ ਦੀ। ਪਰ ਇਹ ਜਿਹੜਾ ਉਹਨੇ ਸਪੀਨੋਜ਼ਾ ਦਾ ਕਹਿਣਾ ਸੀ ਕਿ ਜਿਹੜਾ ਮਜ਼ਹਬੀ ਜਿਹੜਾ ਆਰਗੇਨਾਈਜ਼ਡ ਮਜ਼ਹਬ ਹੈ, ਸਟਰਕਚਰਡ ਮਜ਼ਹਬ ਹੈ, ਉਹ ਆਪਣਾ ਖੁੱਲ੍ਹ ਖਿਆਲੀ ਦੇ, ਖੁੱਲ੍ਹ ਵਿਚਾਰ ਦੇ ਨੂੰ ਮਾਰਦਾ ਹੈ। ਇਹ ਤੁਸੀਂ ਦੇਖੋਗੇ ਕਿ ਇਹ ਪੂਰਾ ਜਿਹੜਾ ਇਹ ਵਾਰਿਸ ਸ਼ਾਹ ਨੇ ਵੀ ਇਹੋ ਹੀ ਲਿਖਿਆ, ਬੁੱਲੇ ਸ਼ਾਹ ਨੇ ਵੀ ਲਿਖਿਆ, ਕਿਉਂਕਿ ਉਹਨਾਂ ਦਾ ਵੀ ਟਾਰਗੇਟ ਜਿਹੜਾ ਸੀ ਉਹ ਆਰਗੇਨਾਈਜ਼ਡ ਰਿਲੀਜਨ ਸੀ, ਦੋਵਾਂ ਦਾ, ਵਾਰਿਸ ਸ਼ਾਹ ਦਾ ਵੀ ਤੇ ਬੁੱਲੇ ਸ਼ਾਹ ਦਾ ਵੀ। ਅੱਛਾ ਜੀ, ਇਹਦਾ ਜਿਹੜਾ ਨਿਜ਼ਾਮ ਹੈ ਉਹ ਤੁਸੀਂ ਕਹਿ ਸਕਦੇ ਹੋ ਉਹ ਡਿਟਰਮਿਨਿਸਟਿਕ ਹੈ। ਜਿਵੇਂ ਮੈਂ ਪਹਿਲੇ ਕਿਹਾ, ਸਪੀਨੋਜ਼ਾ ਦਾ ਜਿਹੜਾ ਨਿਜ਼ਾਮ ਹੈ ਉਹ ਵੇਖਣ ਦੇ ਵਿੱਚ ਡਿਟਰਮਿਨਿਸਟਿਕ ਹੈ, ਯਾਨੀ ਮਤਲਬ ਉਹਦੇ ਵਿੱਚ ਇਨਸਾਨ ਦੀ ਖੁੱਲ੍ਹ ਜਿਹੜੀ ਹੈ, ਜਿਹੜੀ ਇੱਛਾ ਹੈ, ਜਿਹੜੀ ਜਿਹਨੂੰ ਅਸੀਂ ਪਹਿਲੇ ਮੰਨਦੇ ਸਾਂ, ਉਹਦੀ ਕੋਈ ਥਾਂ ਨਹੀਂ ਹੈਗੀ। ਲੇਕਿਨ ਇਹ ਕਹਿੰਦਾ, ਜਿਹਨੂੰ ਮੈਂ ਵੀ ਸਮਝਣਾ ਔਰ ਮੈਂ ਵੀ ਉਂਝ ਹੀ ਸਮਝਣਾ, ਜਿਵੇਂ ਸਪੀਨੋਜ਼ਾ ਕਹਿੰਦਾ ਹੈ ਕਿ ਤੁਹਾਡੇ ਕੋਲ ਇਹ ਤੁਹਾਡੇ ਇਖਤਿਆਰ ਵਿੱਚ ਹੈ ਕਿ ਤੁਸੀਂ ਜਿਹੜੇ ਕਾਇਨਾਤ ਦੇ ਯੂਨੀਵਰਸ ਜਿਨ੍ਹਾਂ ਅਸੂਲਾਂ ਦੇ ਤਹਿਤ ਚੱਲ ਰਹੀ ਹੈ ਔਰ ਤੁਹਾਡੇ ਉੱਤੇ ਜਿਹੜੇ ਅਸੂਲ ਜਿਹੜੇ ਨੇ ਜਾਂ ਤੁਹਾਡੇ ਉੱਤੇ ਜਿਹੜੇ ਹਾਲਾਤ ਜਿਹੜੇ ਨੇ ਉਹ ਅਸਰ ਪਾ ਰਹੇ ਨੇ, ਤੁਸੀਂ ਉਹਨਾਂ ਨੂੰ ਸਮਝ ਕੇ ਤੇ ਉਹਦੇ ਵਿੱਚ ਬਿਹਤਰ ਤਰੀਕੇ ਨਾਲ ਚੱਲ ਸਕਦੇ ਹੋ ਔਰ ਉਹੀ ਤੁਹਾਡੀ ਆਜ਼ਾਦੀ ਹੈ। ਤੁਹਾਡੀ ਆਜ਼ਾਦੀ ਇਹ ਨਹੀਂ ਹੈਗੀ ਕਿ ਤੁਸੀਂ ਆਪਣਾ ਬੱਦਲ ਰੋਕ ਦਿਓ ਜਾਂ ਮੀਂਹ ਜਿਹੜਾ ਉਹਨੂੰ ਦੁਆਵਾਂ ਦੇ ਨਾਲ ਵਰਾ ਲਓ, ਇਹ ਨਹੀਂ ਹੋ ਸਕਦਾ। ਹਾਂ, ਇਹ ਹੈ ਕਿ ਜਿਹੜੀ ਵੀ ਕੋਈ ਵਾਰਤਾ ਹੁੰਦੀ ਹੈ ਸੰਸਾਰ ਦੇ ਵਿੱਚ, ਮਤਲਬ ਇਹ ਹੈ ਕਿ ਮਿਸਾਲ ਦੇ ਤੌਰ ਤੇ ਮੈਂ ਇੱਕ ਕੰਮ ਕਿਉਂ ਇੱਕ ਤਰੀਕੇ ਨਾਲ ਕਰਨਾ, ਕਿਉਂ ਇੱਕ ਹੋਰ ਤਰੀਕੇ ਨਾਲ ਨਹੀਂ ਕਰਦਾ, ਤੇ ਜੇ ਮੈਂ ਇਹਦੇ ਕਾਜ਼ ਔਰ ਇਫੈਕਟ ਨੂੰ, ਇਹਦੇ ਕਾਜ਼ਜ਼ ਲੱਭ ਲਵਾਂ ਤੇ ਮੈਂ ਉਹਨਾਂ ਨੂੰ ਸ਼ਾਇਦ ਬਦਲ ਵੀ ਸਕਣਾ ਹੈ। ਬਦਲਣ ਤੋਂ ਇਲਾਵਾ ਇਹ ਹੈ ਕਿ ਇਹ ਮੈਨੂੰ ਖੁੱਲ੍ਹ ਦਾ ਅਹਿਸਾਸ ਦਿਵਾਏਗੀ ਔਰ ਮੈਂ ਆਪਣੀ ਮਸਤੀ ਦੇ ਵਿੱਚ ਰਹਿ ਸਕਣਾ ਹੈ। ਅੱਛਾ, ਸਪੀਨੋਜ਼ਾ ਦੀ ਤੁਸੀਂ ਹੁਣ ਜ਼ਰਾ ਪਿੱਛੇ ਮੁੜੋ, ਰਾਣਾ ਸਾਹਿਬ ਨੂੰ ਯਾਦ ਹੋਏਗਾ ਕਿ ਜਿਹੜੇ ਐਪੀਕੋਰੀਅਨ ਸਨ ਉਹਨਾਂ ਦਾ ਜਿਹੜਾ ਐਟਮ, ਇੱਕ ਵੈਸਟਰਨ ਫਿਲਾਸਫੀ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਸਪੀਨੋਜ਼ਾ ਸੀ ਉਹਦੀ ਜਿਹੜੀ ਵਿਚਾਰਧਾਰਾ ਸੀ, ਫਿਲਾਸਫੀ ਸੀ, ਉਹ ਐਪੀਕੋਰੀਅਨਸ ਨਾਲ ਬਹੁਤ ਮਿਲਦੀ ਸੀ। ਤੇ ਤੁਹਾਨੂੰ ਯਾਦ ਹੋਏਗਾ ਕਿ ਐਪੀਕੋਰੀਅਨਸ ਦਾ ਫਲਸਫਾ ਇਹ ਸੀ ਕਿ ਇਹ ਪੂਰੀ ਜਿਹੜਾ ਸੰਸਾਰ ਹੈ ਇਹ ਐਟਮਸ ਨਾਲ ਬਣਿਆ ਹੈ ਤੇ ਉਹ ਐਟਮਸ ਜਿਹੜੇ ਨੇ ਉਹ ਹੀ ਮੁਖਤਲਿਫ ਸ਼ਕਲਾਂ ਦੇ ਵਿੱਚ ਆਪਣੇ ਆਪ ਨੂੰ ਜ਼ਾਹਰ ਕਰਦੇ ਨੇ ਤੇ ਕੋਈ ਬਾਹਰ ਨਹੀਂ ਹੈਗਾ ਉਹਨਾਂ ਜ਼ਰਿਆਂ ਤੋਂ, ਮਤਲਬ ਕੋਈ ਬਾਹਰ ਖੁਦਾ ਜਾਂ ਬਾਹਰ ਕੋਈ ਹਸਤੀ ਨਹੀਂ ਹੈਗੀ। ਤੇ ਲੇਕਿਨ ਇਹ ਹੈ ਕਿ ਜਿਹੜੇ ਫਰਕ ਇਹ ਹੈਗਾ ਕਿ ਜਿਹੜੇ ਐਪੀਕੋਰੀਅਨ ਸਨ ਉਹ ਜਿਹੜੇ ਸੀ ਨੇ ਉਹ ਆਪਣਾ ਜਿਸਮਾਨੀ ਚੱਸ ਨੂੰ, ਬਾਡੀ ਦੀ ਚੱਸ ਨੂੰ ਜ਼ਿਆਦਾ ਜ਼ੋਰ ਦਿੰਦੇ ਸਨ, ਪਰ ਸਪੀਨੋਜ਼ਾ ਜਿਹੜਾ ਹੈ ਇਹ ਭਾਵਕ ਜਜ਼ਬਿਆਂ ਨੂੰ ਜਿਹੜਾ ਹੈ ਉਹ ਜ਼ਿਆਦਾ ਜ਼ੋਰ ਦਿੰਦਾ ਹੈ। ਤੇ ਉਹ ਕਹਿੰਦਾ ਹੈ ਕਿ ਇਹ ਵੀ ਕਹਿੰਦਾ ਹੈ ਸਪੀਨੋਜ਼ਾ ਕਿ ਕੋਈ ਅੱਛਾਈ ਔਰ ਕੋਈ ਬੁਰਾਈ ਦੁਨੀਆ ਦੇ ਵਿੱਚ ਹੈ ਹੀ ਨਹੀਂ ਹੈ।
अच्छाई वो है जिन्हों एक वेले च एक हालात दे विच मान लिया जाता है ते ਉਹਦੇ ਵਿੱਚ ਹੀ ਉਹਨਾਂ ਹਾਲਾਤ ਦੇ ਤਹਿਤ ਹੀ ਇੱਕ ਚੀਜ਼ ਨੂੰ ਬੁਰਾ ਸਮਝ ਲਿਆ ਜਾਂਦਾ ਹੈ। ਮਤਲਬ ਜਿਹੜੀ ਬੰਦਿਆਂ ਲਈ ਚੰਗੀ ਹੁੰਦੀ ਹੈ ਉਹਨੂੰ ਅਖਲਾਕਿਆਤ ਚੰਗਾ ਮੰਨ ਲਿਆ ਜਾਂਦਾ, ਜਿਹੜੀ ਭੈੜੀ ਹੁੰਦੀ ਹੈ ਉਹਨੂੰ ਭੈੜਾ ਮੰਨ ਲਿਆ ਜਾਂਦਾ। ਮਿਸਾਲ ਦੇ ਤੌਰ ਦੇ ਉੱਤੇ ਜਿਹੜਾ ਬਹੁਤ ਸ਼ੁਰੂ ਦਾ ਪੀਰੀਅਡ ਹੈ ਇਨਸਾਨੀ ਜ਼ਿੰਦਗੀ ਦਾ, ਇਨਸਾਨੀ ਹਯਾਤ ਦਾ, ਮਿਸਾਲ ਦੇ ਤੌਰ ਦੇ ਉੱਤੇ ਵੇਦਾਂ ਦੇ ਵਿੱਚ ਹੀ ਦੇਖੋ ਤੁਸੀਂ, ਹਿੰਦੂ ਵੈਦਿਕ ਨਿਜ਼ਾਮ ਦੇ ਵਿੱਚ ਹੀ ਤੁਸੀਂ ਵੇਖੋ ਕਿ ਜਿਹੜਾ ਬਹੁਤ ਸ਼ੁਰੂ ਦਾ ਨਿਜ਼ਾਮ ਹੈ ਉਹਦੇ ਵਿੱਚ ਇਨਸੈਸਟ ਜਿਹੜਾ ਉਹਨੂੰ ਬੁਰਾ ਨਹੀਂ ਸੀ ਸਮਝਿਆ ਜਾਂਦਾ। ਪਿਓ ਦਾ ਆਪਣੀ ਧੀ ਨਾਲ ਵਿਆਹ ਕਰ ਲੈਣਾ, ਭਰਾ ਦਾ ਆਪਣੀ ਭੈਣ ਨਾਲ ਵਿਆਹ ਕਰ ਲੈਣਾ, ਉਹਨਾਂ ਦੇ ਹਾਲਾਤ ਦੇ ਮੁਤਾਬਕ ਗਲਤ ਨਹੀਂ ਸੀ। ਤੇ ਲੇਕਿਨ ਇਹ ਹੈ ਕਿ ਜਦੋਂ ਹੁਣ ਸਾਡੇ ਜ਼ਮਾਨੇ ਤੱਕ ਆਉਂਦਿਆਂ ਹਾਲ ਜਿਹੜੇ ਨੇ ਉਹ ਜਿਹੜਾ ਹੈ ਉਹ ਬਦਲ ਗਏ ਨੇ ਤੇ ਹੁਣ ਅਸੀਂ ਜਿਹੜਾ ਇਨਸੈਸਟ ਹੈ ਉਹਨੂੰ ਬਹੁਤ ਵੱਡਾ ਟੈਬੂ ਤੇ ਬਹੁਤ ਵੱਡੀ ਈਵਲ ਸਮਝਦੇ ਹਾਂ। ਸੋ ਇਹ ਤੋਂ ਸਾਬਤ ਇਹ ਹੋਇਆ ਕਿ ਜਿਹੜੀ ਅੱਛਾਈ ਜਾਂ ਬੁਰਾਈ ਹੈ, ਜਿਹੜਾ ਮੋਰਲ ਔਰ ਇਮੋਰਲ ਹੈ, ਇਹ ਵੀ ਕੋਈ ਆਪਣੇ ਆਪ ਵਿੱਚ ਕੁਝ ਨਹੀਂ ਹੈਗੇ, ਇਹ ਵੀ ਵੇਲੇ ਔਰ ਥਾਂ ਦੇ ਨਾਲ ਇਹਨਾਂ ਦਾ ਬਣਦਾ ਹੈ। ਅੱਛਾ, ਉਹ ਕਹਿੰਦਾ ਕਿ ਜਿਹੜਾ ਇਨਸਾਨ ਦੇ ਇਲਮ ਨੇ, ਜਿਹੜਾ ਇਨਸਾਨ ਦਾ ਇਲਮ ਹੈ ਉਹ ਤਿੰਨ ਖਾਨਿਆਂ ਵਿੱਚ ਵੰਡਿਆ ਹੁੰਦਾ ਹੈ। ਪਹਿਲਾ ਇਲਮ ਤੇ ਉਹ ਹੈ ਜਿਸ ਵਿੱਚ ਸ਼ੈਵਾਂ ਗੜਬੜ ਹੁੰਦੀਆਂ ਨੇ, ਗੁੰਝਲ ਪਈਆਂ ਹੁੰਦੀਆਂ ਨੇ ਤੇ ਤੁਸੀਂ ਉਹਨਾਂ ਦੇ ਦਰਮਿਆਨ ਕੋਈ ਤਲਕ ਨਹੀਂ ਲੱਭ ਸਕਦੇ। ਇਸ ਨੂੰ ਉਹ ਖਤਰਨਾਕ ਦਲੀਲ ਕਹਿੰਦਾ ਹੈ, ਖਤਰਨਾਕ ਦਲੀਲੀ, ਡੇਂਜਰਸ ਥਿੰਕਿੰਗ ਕਹਿੰਦਾ ਹੈ। ਤੇ ਦੂਜੀ ਵਿੱਚ ਉਹ ਕਹਿੰਦਾ ਕਿ ਦੂਜੀ ਤਰ੍ਹਾਂ ਦੇ ਇਲਮ ਵਿੱਚ ਜਜ਼ਬਿਆਂ ਦੇ ਜਿਹੜੇ ਬੰਦੇ ਦੇ ਪੈਸ਼ਨਸ ਨੇ ਉਹਨਾਂ ਦੇ ਨਾਲ ਨਾਲ ਮੰਤਕ ਵੀ ਆ ਜਾਂਦੀ ਹੈ, ਲੌਜਿਕ ਵੀ ਆ ਜਾਂਦੀ ਹੈ ਤੇ ਇਸ ਨੂੰ ਉਹ ਇਸ ਪੱਧਰ ਦੇ ਉੱਤੇ ਉਹ ਆਪਣੇ ਮੁਖਤਲਿਫ ਜਿਹੜੇ ਕਾਰਨ ਨੇ ਸ਼ੈਵਾਂ ਦੇ ਹੋਣ ਦੇ ਉਹਨਾਂ ਨੂੰ ਉਹ ਸਮਝਣਾ ਸ਼ੁਰੂ ਕਰ ਦਿੰਦਾ। ਤੇ ਤੀਸਰਾ ਉਹ ਕਹਿੰਦਾ ਹੈ ਕਿ ਤੀਜੀ ਤਰ੍ਹਾਂ ਦਾ ਜਿਹੜਾ ਇਲਮ ਹੈ ਉਹ ਖੁਦਾ ਦੇ ਬਾਰੇ ਵਿੱਚ ਇਲਮ ਹੈ, ਜਿਸ ਲਈ ਮੰਤਕ ਤੇ ਸੂਝ ਲਾਜ਼ਮੀ ਹੈ। ਉਹ ਮੰਤਕ ਤੇ ਸੂਝ ਦੇ ਨਾਲ ਆਉਂਦਾ। ਮਤਲਬ ਇਹ ਹੈ ਕਿ ਉਹ ਕਹਿੰਦਾ ਹੈ ਕਿ ਜਦੋਂ ਤੁਸੀਂ ਜਿਹੜਾ ਯੂਨੀਵਰਸਲ ਸੱਤ ਹੈ ਜਿਹਨੂੰ ਅਸੀਂ ਖੁਦਾ ਕਹਿ ਰਹੇ ਹਾਂ, ਅਗਰ ਤੁਸੀਂ ਉਹਨੂੰ ਸਮਝ ਲਓ ਇਲਮ ਦੇ ਨਾਲ ਤੇ ਤੁਸੀਂ ਉਹਦੇ ਨਾਲ ਇੱਕ ਹੋ ਜਾਂਦੇ ਹੋ। ਇਸ ਤਰ੍ਹਾਂ ਦੇ ਇਲਮ ਨੂੰ ਉਹ ਕੁਝ ਇੰਟਰਨਲ ਵੀ ਕਹਿੰਦਾ ਹੈ। ਇਹ ਜਿਹੜਾ ਹੈ ਨਾ ਜੀ ਫਿਨੋਮਨਾ, ਜਿਵੇਂ ਮਨਸੂਰ ਹਲਾਜ ਨੂੰ ਫਾਂਸੀ ਤੇ ਚੜਾਇਆ ਗਿਆ ਸੀ ਔਰ ਉਹ ਫਾਂਸੀ ਤੇ ਉਹਨੂੰ ਇਸ ਵਾਸਤੇ ਚੜਾਇਆ ਗਿਆ ਸੀ ਕਿ ਉਹਨੇ ਕਿਹਾ ਜੀ ਮੈਂ ਖੁਦਾ ਹਾਂ, ਤੇ ਉਹਨੂੰ ਕਾਜ਼ੀਆਂ ਨੇ ਫੜ ਕੇ ਤੇ ਉਹ ਸੂਲੀ ਤੇ ਚੜਾ ਦਿੱਤਾ। ਤੇ ਜੇ ਸਪਿਨੋਜ਼ਾ ਦੀ ਥਿਊਰੀ ਦੇ ਮੁਤਾਬਕ ਤੁਸੀਂ ਵੇਖੋ ਉਸ ਨੂੰ, ਤੇ ਉਹ ਮਨਸੂਰ ਜਿਹੜਾ ਸੀ ਉਹ ਉਸ ਸਟੇਜ ਤੇ ਪਹੁੰਚ ਚੁੱਕਿਆ ਸੀ ਜਿੱਥੇ ਉਹ ਆਪਣੀ ਸੂਝ ਤੇ ਇਲਮ ਦੇ ਨਾਲ ਯੂਨੀਵਰਸਲ ਸੱਚ ਜਿਹੜਾ ਉਹਦਾ ਹਿੱਸਾ ਬਣ ਚੁੱਕਿਆ ਸੀ। ਹੁਣ ਉਹਦੇ ਔਰ ਯੂਨੀਵਰਸਲ ਸੱਚ ਦੇ ਵਿਚਕਾਰ ਕੋਈ ਵਿਥ ਨਹੀਂ ਸੀ, ਕੋਈ ਵੱਖਰੀ ਗੱਲ ਨਹੀਂ ਸੀ। ਅੱਛਾ, ਇਹ ਹੁਣ ਮੈਂ ਇਹਦੀ ਤੁਹਾਨੂੰ ਇੱਕ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਜਿਹੜੀ ਹੈ ਉਹ ਮਿਸਾਲ ਦੇ ਕੇ ਦੇਣਾ ਹੈ ਤੇ ਜਿਹਦੇ ਨਾਲ ਤੁਹਾਨੂੰ ਜ਼ਾਹਰ ਹੋਏ, ਪਤਾ ਲੱਗੇਗਾ ਕਿ ਅਸੀਂ ਕਿਵੇਂ ਨਹੀਂ ਮੰਨਦੇ। ਮਿਸਾਲ ਦੇ ਤੌਰ ਦੇ ਉੱਤੇ ਅਸੀਂ ਆਮ ਤੌਰ ਦੇ ਉੱਤੇ ਮੁਖਤਲਿਫ ਸ਼ੈਵਾਂ ਦੇ ਬਾਰੇ ਚ ਕਹਿੰਦੇ ਹਾਂ ਯਾਰ ਜੇ ਇਹ ਹੁੰਦਾ ਨਾ ਤੇ ਫਿਰ ਇਸ ਤਰ੍ਹਾਂ ਹੋ ਜਾਣਾ ਸੀ, ਜੇ ਇਹ ਹੁੰਦਾ ਤੇ ਫਿਰ ਇਸ ਤਰ੍ਹਾਂ ਹੋ ਜਾਣਾ ਸੀ। ਠੀਕ, ਜੇ ਤੂੰ ਕਿਸੇ ਅਮੀਰ ਦੇ ਘਰ ਜੰਮਦਾ ਤੇ ਫਿਰ ਇਸ ਤਰ੍ਹਾਂ ਹੋਣਾ ਸੀ, ਜੇ ਤੂੰ ਕਿਸੇ ਗਰੀਬ ਦੇ ਘਰ ਜੰਮਿਆ ਤੇ ਤੂੰ ਇਸ ਤਰ੍ਹਾਂ ਹੋ ਗਿਆ, ਵਗੈਰਾ ਵਗੈਰਾ। मतलब इतने गालिब का वो शेर बड़ा अच्छा है, हुई मुद्दत के गालिब मर गया पर याद आता है वो हर एक बात पे कहना कि यूं होता तो क्या होता। मतलब जरा यूं कहता तो ये होता वाला गालिब है वो तो फौत हो चुके हैं क्योंकि वो सच है ही नहीं सी। ते ਇਹਦੀ ਬਜਾਏ ਅਸਲ ਦੇ ਵਿੱਚ ਜਿਹੜਾ ਸਵਾਲ ਹੈ ਉਹ ਇਹ ਹੈ ਕਿ ਇੰਜ ਸੀ ਤੇ ਇੰਜ ਹੋਇਆ।
ਇਹ ਨਹੀਂ ਹੈ ਕਿ ਇੰਜ ਹੁੰਦਾ ਤੇ ਇੰਜ ਹੋਵੇਗਾ। ਇਹ ਬਹੁਤ ਮੁੱਢਲੀ ਗੱਲ ਹੈ। ਇਹ ਅਕਸਰੀਅਤ ਜਿਹੜੇ ਆਲਮਾਂ ਦੀ ਹੈ, ਸੋਸ਼ਲ ਸਾਇੰਟਿਸਟ ਦੀ ਹੈ, ਅਕਸਰ ਉਹ ਇਸ ਗੱਲ ਨੂੰ ਨਹੀਂ ਸਮਝਦੇ ਔਰ ਇਸ ਗੱਲ ਦੇ ਉਲਟ ਚੱਲਦੇ ਨੇ। ਉਹ ਇਹ ਸਮਝਦੇ ਨੇ ਕਿ ਜਿਵੇਂ ਅਗਰ ਇਸ ਤਰ੍ਹਾਂ ਦਾ ਅਗਰ ਇਹ ਮਸਲਨ ਅਗਰ ਜਿਵੇਂ ਯੂਰਪੀਅਨ ਸੁਸਾਇਟੀ ਵਿੱਚ ਹੋਇਆ, ਜੇ ਇਹ ਪੰਜਾਬੀ ਸੁਸਾਇਟੀ ਵਿੱਚ ਹੋ ਜਾਂਦਾ ਤੇ ਫੇਰ ਕੀ ਹੁੰਦਾ, ਕਿਹਾ ਜਾ ਸਕਦਾ ਨਾ। ਤੇ ਲੇਕਿਨ ਮਸਲਾ ਤੇ ਇਹ ਹੈ ਕਿ ਇੰਜ ਨਹੀਂ ਹੈ। ਤਾਰੀਖ ਤੇ ਇਹ ਹੈ ਕਿ ਇੰਜ ਸੀ ਤੇ ਇੰਜ ਹੋਇਆ ਤੇ ਤੁਸੀਂ ਉਹਦੇ ਕਾਰਨ ਲੱਭਣੇ ਆ। ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਉਹਦੀ ਛੋਟੀ ਜਿਹੀ ਤਫਸੀਰ ਦੱਸਣਾ ਕਿ ਵੀ ਯੂਰਪ ਜਿਹੜਾ ਸੀ, ਯੂਰਪ ਦੇ ਵਿੱਚ ਜਿਹੜੀ ਜ਼ਰੀ ਪੈਦਾਵਾਰ ਹੈ ਉਹ ਬਹੁਤ ਘੱਟ ਹੁੰਦੀ ਸੀ ਤੇ ਉਹ ਚੂੰਕਿ ਘੱਟ ਹੁੰਦੀ ਸੀ ਇਸ ਵਾਸਤੇ ਉਹਨਾਂ ਨੂੰ ਬਹੁਤ ਛੇਤੀ ਜਿਹੜਾ ਸੀ ਉਹ ਰੋਜ਼ਗਾਰ ਦੇ ਦੂਸਰੇ ਜ਼ਰੀਏ ਲੱਭਣੇ ਪਏ। ਉਹਦੇ ਉਲਟ ਪੰਜਾਬ ਜਿਹੜਾ ਹੈ ਉਹਦੇ ਵਿੱਚ ਬੜੇ ਚਿਰ ਤੱਕ 18ਵੀਂ ਸਦੀ ਤੱਕ ਜਿਹੜੀ ਐਗਰੀਕਲਚਰ ਪ੍ਰੋਡਕਸ਼ਨ ਸੀ ਉਹ ਬਹੁਤ ਹਾਈ ਸੀ। ਇਸ ਲਈ ਜਿਹੜੇ ਪੰਜਾਬ ਸੀ ਉਹਨੂੰ ਕੋਈ ਨਵੇਂ ਮੈਥਡ ਸਿੱਖਣ ਦੀ ਉਹਨਾਂ ਨੂੰ ਲੋੜ ਹੀ ਨਹੀਂ ਮਹਿਸੂਸ ਹੋਈ। ਇਵੇਂ ਹੀ ਆ ਜਿਵੇਂ ਕਿ ਮਸਲਨ ਮੇਰੇ ਭਰਾ ਸਨ ਵੱਡੇ 4 ਤੇ ਉਹ ਇਸ ਵਾਸਤੇ ਉਹਨਾਂ ਨੇ ਪੜ੍ਹਾਈ ਲਿਖਾਈ ਨਹੀਂ ਕੀਤੀ ਕਿ ਉਹਨਾਂ ਦੇ ਖਿਆਲ ਸੀਗਾ ਕਿ ਸਾਡੀ ਜ਼ਮੀਨ ਸਾਡੇ ਕੋਲ ਕਾਫੀ ਹੈ, ਸਾਨੂੰ ਕੀ ਲੋੜ ਹੈ ਪੜ੍ਹਾਈ ਲਿਖਾਈ ਕਰਨ ਦੀ। ਇਹ ਤੇ ਆਪਣਾ ਜਿਹੜੇ ਬਿਲਕੁਲ ਮਾੜੇ ਲੋਕ ਹੁੰਦੇ ਨੇ ਉਹਨਾਂ ਦਾ ਕੰਮ ਹੈ। ਤੇ ਉਹਨਾਂ ਨੇ ਪੜ੍ਹਾਈ ਲਿਖਾਈ ਨਹੀਂ ਕੀਤੀ। ਇਸੇ ਤਰ੍ਹਾਂ ਹੀ ਜਿਹੜਾ ਪੰਜਾਬ ਹੈ ਉਹਨੇ ਕਮਰਸ਼ੀਅਲਿਜ਼ਮ ਔਰ ਇੰਡਸਟਰੀਅਲਾਈਜੇਸ਼ਨ ਨਹੀਂ ਕੀਤੀ ਕਿਉਂਕਿ ਇੱਥੇ ਪੁਰਾਣੇ ਮੋਡ ਦੇ ਵਿੱਚ ਵੀ ਖਾਣਾ ਪੀਣਾ ਮਿਲਦਾ ਸੀ, ਯੂਰਪ 'ਚ ਮਿਲਦਾ ਨਹੀਂ ਸੀ, ਇਸ ਵਾਸਤੇ ਉਹ ਹੋਈ। ਤੇ ਇਹ ਮੈਂ ਅੱਗੇ ਥੋੜ੍ਹਾ ਜਿਹਾ ਜ਼ਿਕਰ ਕਰਨਾ ਚਾਹੁੰਦਾ ਕਿ ਜਿਹੜਾ ਪੰਜਾਬੀ ਫਲਸਫਾ ਹੈ ਉਹਦਾ ਬਹੁਤ ਹੀ ਉਹਦੀ ਨੇੜਤਾ ਜਾਂ ਉਹ ਪੈਰਲਲ ਹੈਗਾ ਸਪੀਨੋਜ਼ਾ ਦੇ ਫਲਸਫੇ ਤੇ। ਮਤਲਬ ਮੈਂ ਇਹ ਨਹੀਂ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਸਪੀਨੋਜ਼ਾ ਨੂੰ ਪੜ੍ਹਿਆ ਸੀ ਜਾਂ ਸਪੀਨੋਜ਼ਾ ਨੇ ਸਾਡੇ ਬਜ਼ੁਰਗਾਂ ਨੂੰ ਪੜ੍ਹਿਆ ਸੀ, ਪਰ ਇਹ ਹੈ ਕਿ ਉਹਨਾਂ ਦੇ ਜਿਹੜੇ ਨਤੀਜੇ ਸਨ ਵਾਦਤ ਦੇ ਬਾਰੇ 'ਚ ਉਹ ਇੱਕ ਹੀ ਜਿਹੇ ਸਨ। ਤੇ ਇਹ ਮੈਂ ਤੁਹਾਨੂੰ ਤੰਤਰਵਾਦ ਤੇ ਉਹਦੇ ਵਿੱਚ ਵੀ ਇਹ ਗੱਲਾਂ ਦੱਸ ਚੁੱਕਿਆ ਤੇ ਮੇਰਾ ਖਿਆਲ ਹੈ ਕਿ ਤੇ ਇਹਦੇ ਉੱਤੇ ਜੇ ਮੈਂ ਅਗਰ ਬੁੱਲੇ ਸ਼ਾਹ ਦੀ ਮਿਸਾਲ ਲਵਾਂ ਤੁਹਾਨੂੰ ਸਿਰਫ ਥੋੜ੍ਹੀ ਜਿਹੀ ਇਹਦੀ ਐਗਜ਼ੀਬਿਸ਼ਨ ਕਰਨ ਲਈ, ਤੇ ਮਿਸਾਲ ਦੇ ਤੌਰ ਦੇ ਉੱਤੇ ਬੁੱਲੇ ਸ਼ਾਹ ਦੀ ਇੱਕ ਬੜੀ ਮਸ਼ਹੂਰ ਕਾਫੀ ਹੈ, ਤੁਸੀਂ ਸਾਰਿਆਂ ਹੀ ਸੁਣੀ ਹੋਣੀ ਹੈ, ਬੁੱਲਿਆ ਕੀ ਜਾਣਾ ਮੈਂ ਕੌਣ। ਤੇ ਉਹਦੇ ਵਿੱਚ ਬੁੱਲੇ ਸ਼ਾਹ ਉਸ ਕਾਫੀ ਦੇ ਵਿੱਚ ਕੋਈ ਕਈ ਦਰਜਨ ਕੈਟੇਗਰੀਜ਼ ਇਨਸਾਨਾਂ ਦੀਆਂ ਬਣਾਉਂਦਾ, ਕਾਫਰ, ਮੋਮਨ, ਸ਼ੀਆ, ਸੁੰਨੀ, ਹਿੰਦੂ, ਮੁਸਲਿਮ। ਅੱਛਾ, ਇਹ ਸਾਰੀਆਂ ਬਣਾ ਕੇ ਕੈਟੇਗਰੀਜ਼ ਤੇ ਉਹ ਕਹਿੰਦਾ ਮੈਂ ਇਹਨਾਂ 'ਚ ਕਿਸੇ 'ਚ ਵੀ ਨਹੀਂ ਹੈਗਾ, ਮੈਂ ਆਪਣਾ ਆਪ ਹੀ ਹਾਂ। ਇਹ ਉਹੀ ਗੱਲ ਹੈ ਕਿ ਅਸੀਂ ਜਿਵੇਂ ਕੈਟੇਗਰੀਜ਼ ਬਣਾਉਂਦੇ ਹਾਂ ਆਪਣਾ ਇਨਸਾਨਾਂ ਦੀਆਂ ਕਬੀਲਿਆਂ ਜ਼ਾਤਾਂ ਦੇ ਵਿੱਚ, ਤੇ ਉਹ ਅਸੀਂ ਇਸ ਲਈ ਬਣਾਉਂਦੇ ਹਾਂ ਕਿ ਅਸੀਂ ਯੂਨੀਵਰਸਲ ਸੱਤ ਜਾਂ ਸੱਚ ਉਹਦੇ ਤੇ ਸਾਡਾ ਯਕੀਨ ਨਹੀਂ ਹੈਗਾ। ਅੱਛਾ, ਇਸੇ ਤਰ੍ਹਾਂ ਤੁਸੀਂ ਦੇਖੋ ਕਿ ਬੁੱਲੇ ਸ਼ਾਹ ਦੇ ਇੱਥੋਂ ਤੱਕ ਜਾਂਦਾ ਹੈ ਕਿ ਬੁੱਲੇ ਸ਼ਾਹ ਕਹਿੰਦਾ ਹੈ ਕਿ ਜਿਹੜੇ ਇਨਸਾਨੀ ਰਿਸ਼ਤੇ ਨੇ ਉਹ ਵੀ ਡਿਟਰਮਨ ਹੁੰਦੇ ਨੇ ਹਿਸਟੋਰੀਕਲ ਕਾਜ਼ਸ ਦੀ ਵਜ੍ਹਾ ਤੋਂ। ਮਤਲਬ ਜਿਵੇਂ ਮੈਂ ਪਹਿਲੇ ਕਿਹਾ, ਤੁਹਾਨੂੰ ਦੱਸਿਆ ਕਿ ਵੇਦਾਂ ਦੇ ਪਹਿਲੇ ਜ਼ਮਾਨੇ ਦੇ ਵਿੱਚ ਧੀ ਤੇ ਪਿਓ ਦਾ ਵਿਆਹ ਹੋ ਜਾਂਦਾ ਸੀ ਜਾਂ ਭੈਣ ਭਰਾ ਦਾ ਹੋ ਜਾਂਦਾ ਸੀ। ਇਸੇ ਤਰ੍ਹਾਂ ਬੁੱਲੇ ਸ਼ਾਹ ਵੀ ਕਹਿੰਦਾ ਹੈ ਕਿ ਜਦੋਂ ਆਪਣਾ ਜਿਹੜੇ ਮਾਂ ਪਿਓ ਧੀ ਮਾਂ ਇਹ ਜਿਹੜੇ ਰਿਸ਼ਤੇ ਨੇ ਇਹ ਮਖਸੂਸ ਹਾਲਾਤ ਦੇ ਵਿੱਚ ਹੀ ਚੱਲਦੇ ਨੇ, ਮਖਸੂਸ ਹਾਲਾਤ ਦੀ ਇਹ ਪੈਦਾਵਾਰ ਹੁੰਦੇ ਨੇ। ਤੇ ਮਿਸਾਲ ਦੇ ਤੌਰ ਤੇ ਤੁਸੀਂ ਉਹਨਾਂ ਦੀ ਉਹ ਲਾਈਨ ਪੜ੍ਹੋ, ਜਦ ਆਪੂ ਆਪਣੀ ਪੈ ਗਈ ਧੀ ਮਾਂ ਨੂੰ ਲੁੱਟ ਕੇ ਖਾ ਗਈ। ਜਦੋਂ ਆਪੋ ਆਪਣੀ ਪੈ ਗਈ, ਯਾਨੀ ਪੰਜਾਬ ਦੇ ਵਿੱਚ ਜਦੋਂ
ਬਹੁਤ ਵੱਡਾ ਕ੍ਰਾਈਸਿਸ ਆ ਗਿਆ, ਮੁਗਲ ਸਲਤਨਤ ਟੁੱਟ ਰਹੀ ਸੀ ਤੇ ਸਿੱਖ ਮਿਸਲਾਂ ਬਣ ਰਹੀਆਂ ਸਨ, ਤੇ ਉਸ ਜ਼ਮਾਨੇ ਵਿੱਚ ਬੁੱਲੇ ਸ਼ਾਹ ਇਹ ਵੇਖ ਰਹੇ ਸਨ ਕਿ ਆਪਣੀ ਦਾ ਜ਼ਮਾਨਾ ਹੈ, ਪੁਰਾਣਾ ਸਿਸਟਮ ਟੁੱਟ ਚੁੱਕਿਆ, ਨਵਾਂ ਬਣਿਆ ਨਹੀਂ ਹੈ। ਤੇ ਕਹਿੰਦਾ ਕਿ ਉਹਦੇ ਵਿੱਚ ਮਾਂ ਵੀ ਜਿਹੜੀ ਧੀ ਆ ਉਹ ਵੀ ਮਾਂ ਨੂੰ ਲੁੱਟ ਕੇ ਖਾ ਜਾਂਦੀ ਹੈ। ਖੈਰ ਉਹਦੀ ਇੱਕ ਮਿਸਾਲ ਵੀ ਸੀ ਕਿ ਉਹ ਜਿਹੜੀ ਸੂਬੇਦਾਰ ਸੀ ਲਾਹੌਰ ਦੀ, ਉਹਨੇ ਆਪਣੀ ਧੀ ਦਾ ਰਿਸ਼ਤਾ ਕਿਸੇ ਮੁਗਲਾਂ ਦੇ ਕਿਸੇ ਵੱਡੇ ਬੰਦੇ ਨਾਲ ਕੀਤਾ, ਤੇ ਉਹ ਬੰਦਾ ਜਿਹੜਾ ਉਹ ਆਪਣੇ ਸਾਜ਼ੋ ਸਮਾਨ ਲੈ ਕੇ ਜਲੰਧਰ ਜਾਂ ਇਸ ਦੇ ਲਾਗੇ ਕਿਤੇ ਆਇਆ, ਤੇ ਇਹ ਲਾਹੌਰੋਂ ਗਈ ਉੱਥੇ, ਤੇ ਉਹ ਜਿਹੜੀ ਧੀ ਸੀ ਉਹ ਉਸ ਬੰਦੇ ਦੇ ਨਾਲ ਰਲ ਕੇ ਉਹਨੇ ਮਾਂ ਨੂੰ ਹੀ ਫਾਰਗ ਕਰ ਦਿੱਤਾ, ਮਾਂ ਤੋਂ ਵੀ ਹਕੂਮਤ ਖੋਹ ਲਈ। ਤੇ ਉਹਦੇ ਵੱਲ ਵੀ ਇਸ਼ਾਰਾ ਹੈ, ਲੇਕਿਨ ਬੇਸਿਕਲੀ ਬੁੱਲੇ ਸ਼ਾਹ ਇੱਕ ਅਸੂਲ ਦੀ ਗੱਲ ਕਰ ਰਹੇ। ਲਓ ਜੀ, ਇੱਥੇ ਮੈਂ ਹੁਣ ਸਪੀਨੋਜ਼ਾ ਸਾਹਿਬ ਨੂੰ ਮੁਕਾਉਣਾ ਹੈ, ਤੇ ਤੁਸੀਂ ਹੁਣ ਜਿਹੜੇ ਨੇ ਨਾ ਉਹ ਸਵਾਲ ਕਰ ਸਕਦੇ ਹੋ। 10 ਮਿੰਟ ਹੈ। ਡਾਕਟਰ ਸਾਹਿਬ ਮੈਂ ਕੁਝ ਪੁੱਛਾਂ? ਹਾਂਜੀ, ਪੁੱਛੋ। ਪਹਿਲਾਂ ਤਾਂ ਮੈਨੂੰ ਬਹੁਤ ਮਜ਼ਾ ਆਇਆ ਤੁਹਾਡਾ ਅੱਜ ਦਾ ਨਾ, ਤੁਹਾਡੀ ਗੱਲਾਂ ਸੁਣ ਕੇ ਬੜਾ ਦਿਲਚਸਪ ਲੈਕਚਰ ਸੀ। ਔਰ ਦੂਸਰੀ ਮੈਂ ਇਹ ਸੋਚ ਰਹੀ ਸੀ ਕਿ ਇਹ ਜਿਹੜਾ ਸਪਿਨੋਜ਼ਾ ਸਾਹਿਬ ਦਾ ਫਲਸਫਾ ਹੈ, ਇਹਨੂੰ ਆਪਾਂ ਜਿਵੇਂ ਹੁਣ ਮੈਂ ਇੰਡੀਆ ਦਾ ਦੇਖਿਆ, ਉੱਥੇ ਜਿਵੇਂ ਤੁਸੀਂ ਕਿਹਾ ਨਾ ਰਜ਼ਾ ਹੈ, ਇੱਥੇ ਕਿਸਮਤ, ਕਿ ਕੁਝ ਹੋ ਗਿਆ, ਕਿ ਏਦਾਂ ਹੋਇਆ, ਮਤਲਬ ਇੱਕ ਐਕਸੈਪਟੈਂਸ ਹੈ ਇੱਕ ਹਾਲਾਤ ਦੀ। ਤੁਸੀਂ ਇਹਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਪੈਰਲਲ ਹੈ? ਨਹੀਂ, ਦੇਖੋ, ਜਿਹੜਾ ਦੋ ਤਰ੍ਹਾਂ ਦੀਆਂ ਇੰਟਰਪ੍ਰੀਟੇਸ਼ਨ ਨੇ ਨਾ ਜੋ ਹੋ ਗਿਆ, ਇੱਕ ਤੇ ਇਹ ਹੈ ਕਿ ਕੋਈ ਬਾਹਰ ਦੀ ਹਸਤੀ ਸੀ ਜਿਹਨੇ ਇਹ ਕਰ ਦਿੱਤਾ। ਗੱਲ ਸਮਝਿਓ ਕਿ ਇਹਨਾਂ ਤੋਂ ਉੱਤੇ ਇੱਕ ਹਸਤੀ ਹੈ ਜਿਹਨੇ ਇਹ ਕਰ ਦਿੱਤਾ। ਇੱਕ ਤੇ ਇਹ ਹੈ, ਤੇ ਦੂਜਾ ਇਹ ਹੈ ਕਿ ਜਿਹੜੀਆਂ ਸ਼ਾਵਾਂ ਬੰਦੇ ਉਹ ਇਹੋ ਜਿਹੇ ਉਹਨਾਂ ਦੇ ਉੱਤੇ ਇਹੋ ਜਿਹੇ ਪ੍ਰਿੰਸੀਪਲ ਲਾਗੂ ਨੇ ਕਿ ਉਹਨਾਂ ਵਿੱਚ ਇਹ ਹੋਵੇਗਾ ਤੇ ਫਿਰ ਬੀ ਹੀ ਹੋਣਾ ਹੈ। ਇਹ ਹੈ ਰਜ਼ਾ ਦਾ ਹੋਣਾ। ਜਿਵੇਂ ਬਾਬਾ ਗੁਰੂ ਨਾਨਕ ਜੀ ਕਹਿੰਦੇ ਨੇ ਨਾ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਅੰਦਰ ਹੁਕਮੇ ਸਭ ਕੋ, ਬਾਹਰ ਹੁਕਮ ਨਾ ਕੋ। ਉਹ ਕੀ ਹੈਗਾ, ਜੇ ਹੋਮੇ ਕਹੇ ਨਾ ਕੋਈ, ਜੇ ਕੋਈ ਇਸ ਨੂੰ ਸਮਝ ਲੇ ਤੇ ਫਿਰ ਕੋਈ ਇਹਦੇ ਤੇ ਗਰੂਰ ਨਾ ਕਰੇ ਕਿ ਮੈਂ ਵੀ ਹੈਗਾ, ਤੇ ਫਿਰ ਉਹ ਜਿਹੜਾ ਯੂਨੀਵਰਸਲ ਹੁਕਮ ਹੈ ਉਹਦੇ ਤਹਿਤ ਤੋਂ ਚੱਲੇਗਾ। ਤੇ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜੇ ਸਕੂਲ ਦੀ ਗੱਲ ਕਰ ਰਹੇ ਹੋ। ਅਗਰ ਤੁਸੀਂ ਉਸ ਜ਼ਮਾਨੇ ਦੇ ਬਾਬਾ ਗੁਰੂ ਨਾਨਕ ਜੀ ਦੇ ਜ਼ਮਾਨੇ ਦੀ ਅਗਰ ਜਿਹੜੇ ਆਰਗੇਨਾਈਜ਼ਡ ਰਿਲੀਜਨ ਨੇ ਉਸ ਵੇਲੇ ਦੇ, ਹਿੰਦੂਇਜ਼ਮ ਜਾਂ ਇਸਲਾਮ ਜਿਹੜਾ ਹੈ, ਤੇ ਉਹਦੇ ਵਿੱਚ ਪੁੱਛੋ ਕਿ ਇਹ ਕੰਮ ਤਕਦੀਰ ਦੇ ਨਾਲ ਕਿਵੇਂ ਹੋਇਆ, ਤਾਂ ਕਹਿਣਗੇ ਜੀ ਰੱਬ ਨੇ ਕਰਨਾ ਸੀ, ਉਹ ਤਾਂ ਉਹਨੇ ਕਰ ਦਿੱਤਾ ਇੰਜ। ਤੇ ਲੇਕਿਨ ਜਿਹੜਾ ਸਪੀਨੋਜ਼ਾ ਦਾ ਜਾਂ ਬਾਬੇ ਗੁਰੂ ਨਾਨਕ ਦਾ ਜਾਂ ਵਾਰਿਸ ਸ਼ਾਹ ਦਾ ਜਿਹੜਾ ਅਜ਼ਹਾਰ ਹੈ, ਉਹ ਇਹ ਹੈ ਕਿ ਇਹ ਚੀਜ਼ਾਂ ਦੇ ਅੰਦਰ ਇੱਕ ਅਸੂਲ ਸੀ, ਉਹਦੇ ਚ ਬਾਹਰ ਨਹੀਂ ਕੋਈ ਜਾ ਸਕਦਾ, ਚਾਹੇ ਵੀ ਤੇ ਨਹੀਂ ਜਾ ਸਕਦਾ। ਹੁਕਮ ਰਜਾਈ ਚੱਲਣਾ, ਹੁਕਮ ਰਜ਼ਾ ਦੇ ਇੱਕ ਹੁਕਮ ਪੱਕਾ ਹੋ ਗਿਆ ਹੈ, ਉਹਦੇ ਵਿੱਚ ਹੀ ਚੱਲਣਾ ਹੈ, ਉਹ ਤੋਂ ਬਾਹਰ ਕੋਈ ਨਹੀਂ ਜਾ ਸਕਦਾ। I hope that you understand. ਹਾਂਜੀ, ਕੁਛ ਉਹਦਾ ਕੋਈ ਮੈਨੂੰ ਐਗਜ਼ਾਮਪਲ ਦਓਗੇ? ਕਿਉਂਕਿ ਇਹ ਬਾਣੀ ਮੈਂ ਪੜ੍ਹੀ ਹੈ, ਜਪਜੀ ਸਾਹਿਬ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ, ਪਹਿਲੀਆਂ ਪੌੜੀਆਂ ਹੀ ਨੇ। ਹਾਂਜੀ, ਹਾਂ, ਜਿਹਦੀਆਂ ਪਹਿਲੀਆਂ ਹੀ ਪੌੜੀਆਂ ਨੇ। ਅੱਛਾ, ਇਹਦੀ ਦੇਖੋ ਮਿਸਾਲ ਇਹ ਹੈਗੀ ਹੈ ਕਿ ਜਿਵੇਂ ਮੈਂ ਪਹਿਲੇ ਕਿਹਾ, ਤੁਹਾਨੂੰ ਇੱਕ ਮਾੜੀ ਜੀ ਮਿਸਾਲ ਦਿੱਤੀ ਸੀ ਕਿ ਬੰਦੇ ਨੂੰ ਫਰਜ਼ ਕਰੋ ਉਹ ਯਕਦਮ ਬਿਮਾਰ ਹੋਇਆ ਤੇ ਉਹ ਮਰ ਗਿਆ, ਠੀਕ। ਤੇ ਜਿਹੜਾ ਸਾਡੇ ਹਾਂ ਉੱਥੇ ਕਿਹਾ ਜਾਏਗਾ, ਦੇਖੋ ਜੀ ਕੱਲ ਤੇ ਚੰਗਾ ਭਲਾ ਸੀ, ਬਸ ਰੱਬ ਦੀ ਮਰਜ਼ੀ ਸੀ ਨਾ ਜੀ, ਭਗਵਾਨ ਦੀ ਮਰਜ਼ੀ ਸੀ ਨਾ, ਤੇ ਉਹਨੇ ਚੁੱਕ ਲਿਆ ਅੱਜ ਉਹਨੂੰ, ਇੰਝ ਹੀ ਕਹਾਂਗੇ ਨਾ। ਹਾਂਜੀ, ਇੰਝ ਹੀ ਕਹਾਂਗੇ ਨਾ। ਤੇ ਜੇ ਫਰਜ਼ ਕਰੋ ਤੁਸੀਂ ਇਲਮ ਦੇ ਨਾਲ ਗੱਲ ਕਰ ਰਹੇ ਹੋ, ਜੇ ਤੁਹਾਡੀ ਸੂਝ ਤੇ ਇਲਮ ਵੱਧ ਚੁੱਕਿਆ ਹੈ, ਤੇ ਤੁਸੀਂ ਫਿਰ ਇਹ ਵੇਖੋਗੇ ਕਿ ਉਹ ਬੰਦੇ ਨੂੰ ਹਾਰਟ ਅਟੈਕ ਹੋਇਆ ਸੀ,
ਜਾਂ ਉਹਨੂੰ ਕੋਈ ਟੀਬੀ ਹੋਈ ਸੀ ਜਾਂ ਉਹਨੂੰ ਕਰੋਨਾ ਵਾਇਰਸ ਹੋਈ ਸੀ, ਕੀ ਹੋਇਆ ਸੀ ਉਹਨੂੰ? ਜੇ ਉਹ ਹੋਇਆ ਸੀ ਤੇ ਫਿਰ ਉਹਨੇ ਮਰਨਾ ਹੀ ਸੀ। ਇਹ ਫਰਕ ਹੈ ਦੋਵਾਂ 'ਚ। ਇੱਕ ਨੂੰ ਤੁਸੀਂ ਜਿਹੜਾ ਹੈ ਉਹ ਕਾਜ਼ ਔਰ ਇਫੈਕਟ ਦੇ ਤੌਰ ਦੇ ਉੱਤੇ ਸਮਝਣ ਦੀ ਕੋਸ਼ਿਸ਼ ਕਰਦੇ ਹੋ ਯੂਨੀਵਰਸਲ ਲਾ ਨੂੰ। ਦੂਜਾ ਜਿਹੜਾ ਹੈ ਉਹਦੇ ਬਾਰੇ 'ਚ ਤੁਸੀਂ ਅਸਿਊਮ ਕਰਦੇ ਹੋ ਕਿ ਉਹ ਇਨਸਾਨਾਂ ਦੀ ਤਾਕਤ ਤੋਂ ਬਾਹਰ ਕਿਤੇ ਖੜਾ ਹੈ। ਉਹਦੇ ਆਪਣੇ ਅਸੂਲ ਨੇ, ਖੁਦਾ ਦੀ ਮਰਜ਼ੀ ਹੈ ਜੀ। ਇਹੋ ਹੀ ਕਹਿੰਦੇ ਨਾ, ਰੱਬ ਦੀ ਭਗਵਾਨ ਦੀ ਮਰਜ਼ੀ ਹੈ। ਉਹ ਚਾਹਵੇ ਤੇ ਇੰਜ ਵੀ ਕਰ ਦੇਵੇ, ਚਾਹਵੇ ਤੇ ਇੰਜ ਕਰ ਦੇਵੇ, ਇੰਜ ਹੀ ਕਹਿੰਦੇ ਨੇ ਨਾ। ਪਰ ਇੱਥੇ ਤੇ ਇਹ ਕਿਹਾ ਜਾ ਰਿਹਾ ਕਿ ਉਹ ਇੰਜ ਕਰ ਹੀ ਨਹੀਂ ਸਕਦਾ। ਸਰ ਜੀ, ਜਿਹੜਾ ਤੁਸੀਂ ਐਗਜ਼ਾਮਪਲ ਦੇ ਰਹੇ ਹੋ ਉਸ ਨੂੰ ਥੋੜਾ ਜਿਹਾ ਅਗਰ ਫਰਕ ਤਰੀਕੇ ਨਾਲ ਕਿਹਾ ਜਾਏ ਕਿ ਅਗਰ ਤੁਸੀਂ ਯਕੀਨ ਕਰਦੇ ਹੋ ਕਿ ਯੂਨੀਵਰਸ ਫਿਕਸ ਲਾਜ਼ ਤੇ ਚੱਲਦੀ ਹੈ ਤੇ ਉਹ ਲਾਜ਼ ਖੁਦਾ ਵੀ ਨਹੀਂ ਚੇਂਜ ਕਰ ਸਕਦਾ। ਖੁਦਾ ਦਾ ਕਨਸੈਪਟ ਹੀ ਇਹੀ ਹੈ ਕਿ ਉਹ ਲਾਜ਼ ਹੀ ਖੁਦਾ ਨੇ। ਬਿਲਕੁਲ ਬਿਲਕੁਲ। ਤੇ ਫਿਰ ਅਗਰ ਤੁਸੀਂ ਇਸ ਦੀ ਯਕੀਨ ਕਰਦੇ ਹੋ ਤੇ ਫਿਰ ਤੁਹਾਨੂੰ ਕੋਈ ਵਜ੍ਹਾ ਲੱਭਣੇ ਦੀ ਲੋੜ ਨਹੀਂ ਹੁੰਦੀ ਕਿ ਇਹਨੂੰ ਕਰੋਨਾ ਹੋਈ ਹੈ, ਕੀ ਹੋਈ ਹੈ। ਤੁਹਾਡੀ ਅਸੰਪਸ਼ਨ ਹੈ ਕਿ ਨਾ ਵੀ ਤੁਹਾਨੂੰ ਵਜ੍ਹਾ ਪਤਾ ਹੋਏ, ਪਰ ਤੁਸੀਂ ਅਸਿਊਮ ਕਰਦੇ ਹੋ ਕਿਸੇ ਉਤੋਂ ਖੁਦਾ ਨੇ ਨਹੀਂ ਡਿਸਾਈਡ ਕੀਤਾ। ਇਹ ਕੋਈ ਲਾਅ ਹੈ ਜਿਹੜਾ ਤੁਹਾਨੂੰ ਪਤਾ ਨਹੀਂ ਹੈ ਕਿ ਕਿਉਂ ਇਹ ਮਰਿਆ, ਪਰ ਕੋਈ ਲਾਅ ਸੀ। ਬਿਲਕੁਲ ਸਹੀ ਗੱਲ ਹੈ, ਤੁਸੀਂ ਸਹੀ ਬਿਆਨ ਕਰ ਰਹੇ। ਥੈਂਕ ਯੂ। ਲੇਕਿਨ ਜੀ ਇੱਕ ਗੱਲ ਹੈ ਕਿ ਇਹਨੂੰ ਜਿਹੜਾ ਉਹ ਆਪਣੀਆਂ ਦੋ ਖਸੀਅਤਾਂ ਤੇ ਬੇਸ ਕਰਦਾ ਹੈ, ਦੋ ਕੁਰੀਆਂ ਦੇ ਉੱਤੇ, ਇੱਕ ਵਿਚਾਰ ਤੇ ਦੂਜਾ ਉਹ ਕੀ ਹੈਗਾ ਐਕਸਪੈਂਸ਼ਨ। ਤੇ ਉਹਦੇ ਬੇਸ ਦੇ ਉੱਤੇ ਫਿਰ ਇਹ ਯੂਨੀਵਰਸਲ ਲਾ ਲਿਆਂਦਾ ਹੈ। ਉਹਦੇ ਵਿੱਚ ਤਬਦੀਲੀ ਆਉਂਦੀ ਹੈ, ਵਿਚਾਰ ਵੀ ਬਦਲਦੇ ਨੇ, ਐਕਸਪੈਂਸ਼ਨ ਵੀ ਧੜਾ ਹੋਈ ਜਾ ਰਹੀ ਹੈ ਜੇ ਹੁੰਦੀ ਹੈ। ਤੇ ਫਿਰ ਇਹ ਜਿਹੜਾ ਯੂਨੀਵਰਸਲ ਲਾ ਹੈ ਇਹ ਨਹੀਂ ਤਬਦੀਲ ਹੋਏਗਾ, ਇਹਦੇ ਵਿੱਚ ਵੀ ਤਾਂ ਤਬਦੀਲੀਆਂ ਆਉਣਗੀਆਂ। ਨਹੀਂ, ਇਹ ਤਬਦੀਲ ਨਹੀਂ ਹੋਏਗਾ। ਯੂਨੀਵਰਸਲ ਲਾ ਦੀ ਫਰਦਰ ਐਕਸਪਲੋਰੇਸ਼ਨ ਹੁੰਦੀ ਜਾਏਗੀ, ਉਹਦੀ ਸਮਝ ਵਿੱਚ ਬਿਹਤਰੀ ਆਉਂਦੀ ਜਾਏਗੀ। ਮਿਸਾਲ ਦੇ ਤੌਰ ਦੇ ਉੱਤੇ ਜਿਹੜਾ ਆਪਣਾ ਪੁਰਾਣਾ ਜਿਹੜਾ ਨਜ਼ਰੀਆ ਹੈਗਾ ਫਿਜ਼ਿਕਸ ਦਾ, ਠੀਕ, ਉਹਨੂੰ ਆਇਨਸਟਾਈਨ ਨੇ ਆ ਕੇ ਬਿਲਕੁਲ ਬਦਲ ਦਿੱਤਾ, ਉਸ ਪੈਰਾਡਾਈਮ ਨੂੰ ਬਦਲ ਦਿੱਤਾ। ਆਇਨਸਟਾਈਨ ਨੇ ਕਿਹਾ ਕਿ ਇਹ ਸਾਰਾ ਰਿਲੇਟਿਵ ਹੈ, ਜਦੋਂ ਕਿ ਪਹਿਲੇ ਵਾਲੀ ਫਿਜ਼ਿਕਸ ਦੇ ਵਿੱਚ ਰਿਲੇਟਿਵ ਨਹੀਂ ਸੀ ਮੰਨਿਆ ਜਾਂਦਾ। ਹੁਣ ਇਹ ਨਹੀਂ ਹੋਇਆ ਕਿ ਆਇਨਸਟਾਈਨ ਦੇ ਆਉਣ ਨਾਲ ਜਿਹੜੀ ਕਾਇਨਾਤ ਬਦਲ ਗਈ ਹੈ, ਕਾਇਨਾਤ ਉਹ ਹੀ ਹੈ, ਉਹਦੀ ਸਮਝ ਵਿੱਚ ਆ ਗਿਆ ਹੈ। ਸਾਡੀ ਸਮਝ ਦੇ ਨਵੇਂ ਪਰਤ ਆਉਂਦੇ ਜਾਂਦੇ ਨੇ। No vai school da Ethan. Okay. Hostel da Miguel. Okay? So maybe 2 hours. ਅੱਛਾ ਸਰ ਜੀ, ਇਹ ਜਿਹੜਾ ਤੁਸੀਂ ਕਹਿ ਰਹੇ ਹੋ ਆਇਨਸਟਾਈਨ ਦੇ No. ਐਗਜ਼ਾਮਪਲ 2-3 hours. ਜਸਪ੍ਰੀਤ ਜੀ ਤੁਸੀਂ ਇਹ ਮਿਊਟ ਕਰ ਲਓ ਆਪਣੇ। ਹਾਂ, ਮਾਈਕ ਨੂੰ ਮਿਊਟ ਕਰ ਲਓ ਜੀ ਕਰਤਾ ਉਹਨਾਂ ਨੇ ਮਿਊਟ। ਉਹ ਮੈਂ ਇਹ ਕਹਿ ਰਿਹਾ ਸੀ ਕਿ ਉਸ ਐਗਜ਼ਾਮਪਲ ਨੂੰ ਵੀ ਥੋੜਾ ਜਿਹਾ ਫਰਕ ਤਰੀਕੇ ਨਾਲ ਵੇਖਿਆ ਜਾਏ। ਜਿਹੜੇ ਨਿਊਟਨ ਲਾਜ਼ ਹੈ, ਜਿਹਨੂੰ ਕਲਾਸਿਕਲ ਫਿਜ਼ਿਕਸ ਕਹਿੰਦੇ ਨੇ, ਹਾਂਜੀ, ਨਿਊਟਨ ਲਾਜ਼ ਜਿਹੜੇ ਨੇ ਉਹ ਕੰਟਰਡਿਕਟ ਨਹੀਂ ਹੋਏ। ਉਹਨਾਂ ਨੇ ਸਿਰਫ ਕਿਹਾ ਹੈ ਕਿ ਅਗਰ ਤੁਸੀਂ ਆਇਨਸਟਾਈਨ ਨੂੰ ਛੱਡੋ, ਅਗਰ ਤੁਸੀਂ ਆ ਜਾਂਦੇ ਹੋ ਕੁਆਂਟਮ ਮਕੈਨਿਕਸ ਤੇ ਉਹ ਕਹਿੰਦੇ ਨੇ ਕਿ ਕੁਆਂਟਮ ਮਕੈਨਿਕਸ ਜਿਹੜੀ ਹੈ ਉਹਦੇ ਲਾਜ਼ ਥੋੜੇ ਜਿਹੇ ਫਰਕ ਹੈ, ਪਰ ਉਹ ਨਿਊਟਨ ਲਾਜ਼ ਦੀ ਨੂੰ ਕੰਟਰਡਿਕਟ ਨਹੀਂ ਕਰਦੇ। ਉਹ ਸਿਰਫ ਕਹਿੰਦੇ ਨੇ ਕਿ ਨਿਊਟਨ ਲਾਜ਼ ਜਿਹੜੇ ਅਪਲਾਈ ਹੁੰਦੇ ਨਾ ਉਹ ਐਲੀਮੈਂਟਰੀ ਪਾਰਟੀਕਲਸ ਦੀ ਦੁਨੀਆ ਵਿੱਚ ਨੂੰ ਐਕਸਪਲੇਨ ਨਹੀਂ ਕਰਦੇ। ਉਹਨੂੰ ਐਕਸਪਲੇਨ ਕਰਨ ਲਈ ਕੁਆਂਟਮ ਮਕੈਨਿਕਸ ਦੇ ਲਾਜ਼ ਚਾਹੀਦੇ। ਤੇ ਹੁਣ ਇੱਕ ਮੁਹਿੰਮ ਹੈ ਕਿ ਜੀ ਇਹ ਯੂਨੀਫਾਈਡ ਥਿਊਰੀ ਜਿਹੜੀ ਹੈ, ਜਿਹੜੀ ਕੁਆਂਟਮ ਤੇ ਨਿਊਟੋਨੀਅਨ ਨੂੰ ਇੱਕ ਬਣਾ ਕੇ ਪ੍ਰੈਜ਼ੈਂਟ ਕਰੇ, ਉਹਦੀ ਲੋੜ ਹੈ। ਪਰ ਦੋਵੇਂ ਇਹ ਨਹੀਂ ਕਹਿੰਦੇ ਕਿ ਜਨਾਬ ਅਲੀ ਉਹ ਕੰਮ ਨਹੀਂ ਕਰਦੇ ਤੇ ਉਹ ਨਹੀਂ ਕਹਿੰਦੇ ਜੀ ਉਹ ਨਹੀਂ ਕੰਮ ਕਰਦੇ। ਕੰਮ ਦੋਵੇਂ ਕਰਦੇ ਪਰ ਉਹ ਯੂਨੀਫਾਈਡ ਨਹੀਂ ਹੋਏ ਫਿਰ। ਹਾਂ, ਤੁਸੀਂ ਖੈਰ ਸਾਇੰਸ ਨੂੰ ਮੇਰੇ ਨਾਲ ਬਹੁਤ ਬਿਹਤਰ ਸਮਝਦੇ ਹੋ, ਲੇਕਿਨ ਜਿਹੜਾ ਪੁਆਇੰਟ ਸੀ ਉਹ ਤੁਸੀਂ ਬਿਲਕੁਲ ਸਹੀ ਬਿਆਨ ਕੀਤਾ ਹੈ ਕਿ ਜਿਹੜੀ ਸਾਡੀ ਵਿਚਾਰ ਨਹੀਂ ਬਦਲੇ, ਸਾਡੇ ਨਹੀਂ ਵਿਚਾਰ ਸਾਡੇ ਬਿਲਕੁਲ ਇੱਕ ਵਿਚਾਰ ਦੂਜਿਆਂ 'ਚ ਪਹਿਲੇ ਝੂਠੇ ਨਹੀਂ ਸਾਬਤ ਹੋ ਗਏ, ਬਲਕਿ ਜਿਹੜਾ ਇਨਸਾਨੀ ਵਿਚਾਰ ਹੈ ਉਹ ਫਰਦਰ ਐਕਸਪਲੋਰ ਕਰ ਰਿਹਾ ਹੈ।
ਨੇਚਰ ਲਾਜ਼ ਜਿਹੜੇ ਨੇ ਉਹ ਰਿਵੀਲ ਹੁੰਦੇ ਨੇ ਸਾਨੂੰ ਔਰ ਪਰ ਪੁਰਾਣੇ ਜਿਹੜੇ ਲਾਜ਼ ਹੈ ਜਿਸ ਤਰ੍ਹਾਂ ਨਿਊਟੋਨੀਅਨ ਲਾਜ਼ ਦੇ ਬੇਸਿਸ ਤੇ ਅਸੀਂ ਜਾਣਦੇ ਹਾਂ ਮਾਰਸ ਤੇ ਅਗਰ ਨਿਊਟਨ ਲਾਅ ਕੰਮ ਨਾ ਕਰਨ ਤੇ ਅਸੀਂ ਮਾਰਸ ਤੇ ਨਹੀਂ ਪਹੁੰਚ ਸਕਦੇ। ਬਿਲਕੁਲ ਬਿਲकुल। ਉਹ ਇਕਬਾਲ ਦਾ ਇੱਕ ਸ਼ੇਰ ਹੈਗਾ ਆਪਣਾ, ਉਹ ਇਸ ਤੇ ਉੱਤੇ ਬਹੁਤ ਫਿੱਟ ਆਉਂਦਾ ਹੈ। ये कायनात अभी ना तमाम है साकी। जसप्रीत जी ना तमाम ਦਾ ਹੁੰਦਾ ਇਨਕੰਪਲੀਟ। ਇਸ ਲਾਈਨ ਦਾ ਮਤਲਬ ਇਹ ਹੈ ਕਿ ਦਿਸ ਯੂਨੀਵਰਸ ਇਜ਼ ਸਟਿਲ ਇਨਕੰਪਲੀਟ। ਇਹ ਇਲਾਮਾ ਇਕਬਾਲ ਸਾਹਿਬ ਫਰਮਾਉਂਦੇ ਨੇ ये कायनात अभी ना तमाम है साकी कि आ रही है सदाए कुन फयकून। हर वेले ਇਹੋ ਹੀ ਆਵਾਜ਼ ਆ ਰਹੀ ਹੈ ਹੋ ਜਾ ਬਣ ਜਾ। ਮਤਲਬ ਇਹ ਹਰ ਮੂਮੈਂਟ ਤੇ ਬਣ ਹੀ ਜਾ ਰਿਹਾ ਹੈ। ਤੇ ਜਿਹੜਾ ਇਨਸਾਨੀ ਇਲਮ ਹੈ ਉਹਦੀ ਹਾਲਤ ਵੀ ਇਹੋ ਹੀ ਹੈ ਕਿ ਉਹ ਹਰ ਮੂਮੈਂਟ ਦੇ ਉੱਤੇ ਨਵੀਂ ਚੀਜ਼ ਜਿਹੜੀ ਹੈ ਉਹ ਰਿਵੀਲ ਹੋ ਰਹੀ ਹੈ ਇਨਸਾਨ ਦੇ ਉੱਤੇ। ਇਹਨਾਂ ਮਿਹਨਤ ਚ ਵਿਚਾਰ ਨੂੰ ਲਾਓ ਤੁਸੀਂ। ਡਾਕਟਰ ਸਾਹਿਬ ਅਸੀਂ ਸਪੀਨੋਜ਼ਾ ਦਾ ਜਿਹੜਾ ਕਨਸੈਪਟ ਹੈ ਕਾਜ਼ ਐਂਡ ਇਫੈਕਟ ਦਾ, ਉਹਨੂੰ ਇਸ ਤਰ੍ਹਾਂ ਸਮਝ ਸਕਦੇ ਹਾਂ ਜਿਵੇਂ ਵਿਲੀਅਮ ਗॉडविन ਨੇ ਆਖਿਆ ਸੀ ਕਿ ਯੂਨੀਵਰਸ ਬਿਲਕੁਲ ਇੱਕ ਕਲੌਕ ਦੀ ਤਰ੍ਹਾਂ ਕੰਮ ਕਰਦੀ ਹੈ। ਜਦੋਂ ਕਲੌਕ ਮੇਕਰ ਨੇ ਉਹਨੂੰ ਬਣਾ ਲਿਆ, ਹੁਣ ਕਲੌਕ ਮੇਕਰ ਦਾ ਇਹਦੇ ਨਾਲ ਕੋਈ ਤਾਲੁਕ ਨਹੀਂ, ਹੁਣ ਇਹ ਕਲੌਕ ਆਪੇ ਹੀ ਚੱਲਦਾ ਰਹੇਗਾ। ਆਹ ਲੇਕਿਨ ਇਹਦਾ ਫਰਕ ਸਿਰਫ ਇੰਨਾ ਹੈ ਕਿ ਆਪਣਾ ਜਿਹੜਾ ਸਪੀਨੋਜ਼ਾ ਨੂੰ ਇਹ ਇਤਰਾਜ਼ ਹੈ ਕਿ ਜਿਹੜਾ ਇਸ ਕਲਾਕ ਨੂੰ ਕੋਈ ਬਣਾਉਣ ਵਾਲਾ ਨਹੀਂ ਸੀ ਹੈਗਾ। ਅੱਛਾ ਜੀ। ਜਿਹੜਾ ਜਿਹਨੂੰ ਅਸੀਂ ਬਣਾਉਣ ਵਾਲਾ ਕਹਿੰਦੇ ਆ ਉਹ ਅਸਲ ਦੇ ਵਿੱਚ ਇਸ ਕਲਾਕ ਦਾ ਹੀ ਹਿੱਸਾ ਸੀ। ਜੀ ਠੀਕ ਹੈ। ਤੇ ਡਾਕਟਰ ਸਾਹਿਬ ਜਿਹੜਾ ਇਬਨ ਰੁਸ਼ਦ ਨੇ ਇਹ ਕਿਹਾ ਸੀ ਕਿ ਬੰਦੇ ਦੀ ਸੁਰਤ ਦੀ ਇੱਕ ਸਾਂਝ ਹੈ ਜਿਹੜੀ ਸਾਰਿਆਂ ਬੰਦਿਆਂ ਦੇ ਵਿੱਚ ਇੱਕ ਹੀ ਪਾਈ ਜਾਂਦੀ ਹੈ। ਤੇ ਇਹ ਇੱਥੇ ਸਪੀਨੋਜ਼ਾ ਨੇ ਜਿਹੜਾ ਇੱਕ ਕਨਸੈਪਟ ਦਿੱਤਾ ਕਿ ਫਿਤਰਤ ਦੀ ਵਿੱਚ ਵੀ ਤੇ ਹਰ ਸ਼ੈ ਦੇ ਵਿੱਚ ਇੱਕ ਸਾਂਝ ਹੈ, ਉਹਦਾ ਸੱਤ ਇੱਕ ਹੀ ਹੈ। ਇਹਨਾਂ ਦੋਵਾਂ ਤਸਵਰਾਤ ਦੇ ਦਰਮਿਆਨ ਵੀ ਕੋਈ ਸਾਂਝ ਹੋ ਸਕਦੀ ਹੈ? ਬਿਲਕੁਲ। ਇਹ ਬੇਸਿਕਲੀ ਤੇ ਇੱਕ ਹੀ ਚੀਜ਼ ਦੇ ਮੁਖਤਲਿਫ ਤਰੀਕੇ ਦੇ ਨਾਲ ਸਮਝ ਹੈ ਨਾ ਜੀ। ਠੀਕ ਹੈ ਜੀ। जी बिल्कुल। डॉक्टर साहब हाँ जी। नहीं मैं डिस्टर्ब करता, कंटिन्यू जी। डॉक्टर साहब जिਵੇਂ ਤੁਸੀਂ ਦੱਸਿਆ ਸਪੀਨੋਜ਼ਾ ਦਾ ਤਸੱਵੁਰ ਸਾਨੂੰ ਬਹੁਤ ਜ਼ਿਆਦਾ ਮਿਲਦਾ ਹੈ ਪੰਜਾਬੀ ਸ਼ਾਇਰੀ ਦੇ ਵਿੱਚ, ਖਾਸ ਤੌਰ ਤੇ ਉਹਦੀ ਇੱਕ ਇਹ ਸਾਂਝ ਵਾਲੀ ਗੱਲ ਦਾ ਵੀ ਕਿ ਫਿਤਰਤ ਸਾਰੀ ਦੇ ਵਿੱਚ ਇੱਕ ਹੀ ਪਾਈ ਜਾਂਦੀ, ਇੱਕ ਸਾਂਝ ਹੈ ਔਰ ਉਹ ਇੱਕ ਹੀ ਉਹਦਾ ਇੱਕ ਹੀ ਤਹਿਤ ਚਲਦੀ ਪਈ ਹੈ। ਲੇਕਿਨ ਜਿਹੜਾ ਕਨਸੈਪਟ ਡੈਕਾਰਟ ਦਾ ਮਾਈਂਡ ਤੇ ਬੋਡੀ ਦਾ ਇੱਕ ਦੁਆਲ ਹੈ, ਦੌਰ ਹੈ, ਉਹ ਸਾਨੂੰ ਬਿਲਕੁਲ ਪੰਜਾਬੀ ਸ਼ਾਇਰੀ ਦੇ ਵਿੱਚ ਉਹਦੀ ਮਿਸਾਲ ਕਮ ਅਜ਼ ਕਮ ਮੈਨੂੰ ਤੇ ਕਿਧਰੇ ਨਹੀਂ ਮਿਲੀ। ਤੇ ਕੀ ਉਹ ਕਨਸੈਪਟ ਵੀ ਪਾਇਆ ਜਾਂਦਾ ਸਾਡੀ ਇੱਥੇ ਈਸਟਰਨ ਫਿਲਾਸਫੀ ਦੇ ਵਿੱਚ ਕਿ ਨਹੀਂ? ਮੇਰਾ ਖਿਆਲ ਹੈ ਕਿ ਉਹ ਪਾਇਆ ਜਾਂਦਾ ਲੇਕਿਨ ਡੋਮੀਨੈਂਟ ਨਹੀਂ ਹੈਗਾ। ਮਿਸਾਲ ਦੇ ਤੌਰ ਦੇ ਉੱਤੇ ਅਗਰ ਤੁਸੀਂ ਵਾਰਿਸ ਸ਼ਾਹ ਨੂੰ ਪੜ੍ਹੋ ਨਾ ਗੌਰ ਦੇ ਨਾਲ, ਤੇ ਵਾਰਿਸ ਸ਼ਾਹ ਵੀ ਜਿਹੜਾ ਹੈ ਉਹ ਰੂਹ ਤੇ ਜਿਹੜਾ ਸਰੀਰ ਹੈ, ਜਿਸਾ ਹੈ, ਉਹਨਾਂ ਵਿੱਚ ਫਰਕ ਕਰਦਾ ਹੈ। ਮਿਸਾਲ ਦੇ ਤੌਰ ਤੇ ਐਂਡ ਦੇ ਉੱਤੇ ਜਦੋਂ ਉਹ ਆਪਣੀ ਸਿੰਬਲਸ ਨੂੰ ਇੰਟਰਪ੍ਰੈਟ ਕਰਦਾ ਹੈ ਤੇ ਉਹ ਇਹ ਕਹਿੰਦਾ ਹੈ ਕਿ ਹੀਰ ਰਾਂਝਾ, ਹੀਰ ਰੂਹ ਤੇ ਰਾਂਝਾ ਕਲਬੂਤ ਜਾਣੋ। ਤੇ ਹੀਰ ਜਿਹੜੀ ਹੈ ਉਹ ਸਪਿਰਿਟ ਹੈ ਔਰ ਰਾਂਝਾ ਜਿਹੜਾ ਹੈ ਉਹ ਸਰੀਰ ਹੈ। ਠੀਕ ਹੈ। ਸੋ ਇਹ ਟੋਟਿਆਂ ਵਿੱਚ ਹੈ, ਇਹਨਾਂ ਇਹ ਟੋਟਿਆਂ ਵਿੱਚ ਦਿਸਦਾ ਹੈ, ਲੇਕਿਨ ਜਿਹੜਾ ਗਾਲਬ ਹੈ ਉਹ ਵੱਧਦਾ ਹੈ। ਜੀ। ਤੇ ਬਾਬਾ ਬੁੱਲੇ ਸ਼ਾਹ ਦੇ ਵਿੱਚ ਵੀ ਸਾਨੂੰ ਕੋਈ ਇਸ ਤਰ੍ਹਾਂ ਦੀ ਮਾਈਂਡ ਬੋਡੀ ਡਾਇਕੋਟਮੀ ਨਹੀਂ ਨਜ਼ਰ ਆਉਂਦੀ। ਉਸ ਤੋਂ ਪਹਿਲਾਂ ਦੇ ਸ਼ਾਇਰ ਬਾਬਾ ਨਾਨਕ, ਸ਼ਾਹ ਹੁਸੈਨ, ਉਹਨਾਂ ਦੇ ਵਿੱਚ ਤੇ ਬਿਲਕੁਲ ਹੀ ਨਹੀਂ ਪਾਈ ਜਾਂਦੀ। ਨਹੀਂ, ਬੁੱਲੇ ਸ਼ਾਹ ਤੁਸੀਂ ਦੇਖੋ ਨਾ, ਉਹਨਾਂ ਦੀ ਉਹ ਕਾਫੀ ਪੜੋ, ਮਾਟੀ ਕੁਦਮ ਕਰੇਂਦੀ ਹੋ ਯਾਰ ਜੀ। ਅੱਛਾ। ਮਾਟੀ ਘੋੜਾ, ਮਾਟੀ ਜੋੜਾ, ਮਾਟੀ ਦਾ ਸਵਾਰ, ਮਾਟੀ ਨੂੰ ਮਾਰਨ ਲੱਗੀ, ਮਾਟੀ ਦੇ ਹਥਿਆਰ। ਠੀਕ, ਇਹ ਜਿਹੜੀ ਉਹਨਾਂ ਦੀ ਮਾਟੀ ਵਾਲੀ ਜਿਹੜੀ ਕਾਫੀ ਹੈ, ਇਹਨੂੰ ਗੌਰ ਨਾਲ ਫਿਰ ਪੜੋ। ਅੱਛਾ। ਹਾਂਜੀ। ਠੀਕ।
ਹਾਂਜੀ ਡਾਕਟਰ ਸਾਹਿਬ ਹਾਂ ਮੈਂ ਇੱਕ ਸਵਾਲ, ਜੇ ਸਵਾਲ ਅੱਜ ਦੇ ਆਪਣੇ ਲੈਕਚਰ ਦੇ ਨਾਲ ਲਿੰਕ ਨਹੀਂ ਹੈ ਤਾਂ ਫਿਰ ਡਿਸਕਸ ਹੋ ਜਾਏਗਾ, ਪਰ ਕਿਉਂਕਿ ਤੁਸੀਂ ਗੁਰੂ ਨਾਨਕ ਸਾਹਿਬ ਦਾ ਉਹ ਜਪਜੀ ਸਾਹਿਬ ਦੀਆਂ 1-2 ਪੌੜੀਆਂ ਲਾਈਨਾਂ ਪੜੀਆਂ, ਮੈਂ ਹਮੇਸ਼ਾ ਇਹਦਾ ਮਹਿਸੂਸ ਕਰਦੀ ਹਾਂ ਕਿ ਗੁਰੂ ਨਾਨਕ ਇੱਕ ਫਿਲਾਸਫਰ ਸੀ ਮੋਰ ਦੈਨ ਅ ਰਿਲੀਜੀਅਸ ਲੀਡਰ, ਹਾਲਾਂਕਿ ਉਹ ਫਾਊਂਡਰ ਆਫ ਸਿੱਖੀਜ਼ਮ ਜਾਣੇ ਜਾਂਦੇ ਆ। ਇਹਦੇ ਬਾਰੇ ਕੀ ਖਿਆਲ ਹੈ? ਮੈਂ ਤੇ ਇੰਜ ਹੀ ਮੰਨਣਾ ਉਹਨਾਂ ਨੂੰ, ਮੈਂ ਤਾਂ ਉਹਨਾਂ ਨੂੰ ਫਿਲਾਸਫਰ ਹੀ ਮੰਨਣਾ ਹੈ, ਤੇ ਉਹਨਾਂ ਨੂੰ ਫਿਲਾਸਫਰ ਸਮਝ ਕੇ ਹੀ ਪੜ੍ਹਨਾ ਹੈ। ਤੁਸੀਂ ਅਗਰ ਜਿਹੜਾ ਵਿਚਾਰ ਵੈਬਕਾਸਟ ਦੇ ਉੱਤੇ ਮੇਰਾ ਲੈਕਚਰ ਹੈ ਗੁਰੂ ਨਾਨਕ ਦੇ ਉੱਤੇ, ਤੇ ਅਗਰ ਉਹ ਤੁਸੀਂ ਸੁਣੋ ਤਾਂ ਉਹ 'ਚ ਤੁਹਾਨੂੰ ਬਹੁਤ ਉਹ ਵਾਜ਼ਿਹ ਹੋ ਜਾਏਗਾ, ਮੈਂ ਤੁਹਾਨੂੰ ਲਿੰਕ ਭੇਜ ਦਿਆਂਗਾ। ਠੀਕ ਹੈ। ਮੈਂ ਜਦੋਂ ਨਿਊਯਾਰਕ ਵਿੱਚ ਇੰਡੀਆ ਤੋਂ ਪੜ੍ਹਾਈ ਕਰਨ ਆਈ ਮੈਡੀਸਨ ਦੀ, ਤੇ ਇੱਕ ਦਿਨ ਹਸਪਤਾਲ ਦੇ ਕੈਫੇਟੇਰੀਆ ਵਿੱਚ ਡਾਕਟਰ ਬੈਠੇ ਸੀ ਤੇ ਰਿਲੀਜਨ ਤੇ ਗੱਲ ਚੱਲ ਰਹੀ ਸੀ, ਤੇ ਇੱਕ ਕੈਥੋਲਿਕ ਲੜਕੀ ਸੀ, ਡਾਕਟਰ ਸਾਡੀ ਲੀਡਰ ਸੀ, ਟੀਮ ਲੀਡਰ ਕੈਥੀ, ਤੇ ਉਹ ਮੈਨੂੰ ਕਹਿੰਦੀ ਵੀ ਸਭ ਦੇ ਰਿਲੀਜਨ ਦੀ ਗੱਲਾਂ ਹੋਈਆਂ, ਤੇ ਉਹ ਮੈਨੂੰ ਕਹਿੰਦੀ ਵੀ ਤੇਰਾ ਰਿਲੀਜਨ ਮੈਂ ਕਦੇ ਸੁਣਿਆ ਹੀ ਨਹੀਂ, ਸਿੱਖੀਜ਼ਮ। ਮੈਂ ਉਹਨੂੰ ਦੱਸਿਆ ਮਾੜਾ ਜਿਹਾ ਵੀ ਏਦਾਂ ਗੁਰੂ ਨਾਨਕ ਸੀ, ਤੇ ਮੇਰੇ ਮੂੰਹ ਚੋਂ ਐ ਨਿਕਲਿਆ ਕਾਸ਼ ਮੈਂ ਉਹਨਾਂ ਨੂੰ ਮਿਲੀ ਹੁੰਦੀ, ਮੈਨੂੰ ਬੜਾ ਮਜ਼ਾ ਆਉਂਦਾ ਉਹਨਾਂ ਨਾਲ ਗੱਲਾਂ ਕਰਕੇ। ਤੇ ਉਹ ਬੜਾ ਹੱਸੀ, ਕਹਿੰਦੀ ਯੂ ਆਰ ਵੈਰੀ ਫਨੀ, ਕਹਿੰਦੀ ਤੇਰਾ ਰਿਲੀਜਨ ਸਾਊਂਡਸ ਮੋਰ ਲਾਈਕ ਅ ਫਿਲਾਸਫੀ ਟੂ ਮੀ। ਹਾਂ ਬਿਲਕੁਲ ਬਿਲਕੁਲ। ਜਿਹੜੇ ਦੇਖੋ ਉਹਦੇ 'ਚ ਅਸਲ 'ਚ ਪ੍ਰੋਬਲਮ ਇਹ ਹੈਗੀ ਹੈ ਆਰਗੇਨਾਈਜ਼ਡ ਰਿਲੀਜਨਸ ਦੇ ਵਿੱਚ, ਕਿ ਮੋਸਟਲੀ ਜਿਹੜੇ ਰਿਲੀਜਨ ਨੇ ਉਹ ਉਹਨਾਂ ਦੇ ਜਿਹੜੇ ਬਣਾਉਣ, ਉਹਨਾਂ ਨੂੰ ਸ਼ੁਰੂ ਕਰਨ ਵਾਲੇ ਜਾਂ ਪਹਿਲੇ ਜਿਹੜੇ ਉਹਨਾਂ ਦੇ ਲੋਕ ਹੁੰਦੇ ਨੇ ਉਹ ਫਿਲੋਸੋਫੀਕਲੀ ਓਰੀਐਂਟਡ ਹੁੰਦੇ ਨੇ। ਅੱਛਾ, ਫਿਰ ਉਹ ਵਕਤ ਦੇ ਲੰਘਣ ਦੇ ਨਾਲ ਉਹ ਰਿਚੁਅਲਸ ਬਣ ਜਾਂਦੀਆਂ ਨੇ ਉਹਨਾਂ ਦੇ ਇਰਦ ਗਿਰਦ, ਤੇ ਫਿਰ ਉਹ ਰਿਚੁਅਲਸ ਨੂੰ ਹੀ ਸਮਝਦੇ ਨੇ ਕਿ ਮਜ਼ਹਬ ਹੈ। ਮਤਲਬ ਹੁਣ ਤੁਸੀਂ ਸਮਝੋ ਕਿ 90% ਤੋਂ ਵੀ ਵੱਧ ਜਿਹੜੇ ਸਿੱਖ ਨੇ ਉਹਨਾਂ ਦਾ ਸ਼ਾਇਦ ਖਿਆਲ ਹੋਵੇਗਾ ਕਿ ਇਹ ਦਾੜੀ ਨਾ ਮੁੰਨਣਾ, ਸਿਗਰਟ ਨਾ ਪੀਣਾ, ਇਹ ਹੀ ਸਿੱਖੀਜ਼ਮ, ਇਹੋ ਹੀ ਸਿੱਖੀਜ਼ਮ ਦਾ ਹੋਣਾ ਹੈ। ਲੇਕਿਨ ਇਹ ਤੇ ਰਿਚੁਅਲਿਸਟਿਕ ਆਸਪੈਕਟ ਹੈ ਨਾ ਜੀ। ਤੇ ਬਾਬਾ ਨਾਨਕ ਆਈ ਥਿੰਕ ਇਹ ਹਿਸਟਰੀ ਨਾਲ ਵੀ ਆ ਜਾਂਦਾ ਹੈ ਕਿ ਜਿਵੇਂ ਜਿਵੇਂ ਜੇ ਆਪਾਂ ਸਿੱਖ ਹਿਸਟਰੀ ਪੜ੍ਹੀਏ ਵੀ ਉਹ ਕਿਉਂ ਹੋਇਆ ਉਹ 10ਵੇਂ ਗੁਰੂ ਤੱਕ, ਪਰ ਆਈ ਐਗਰੀ ਕਿ ਇਨ ਐਸੈਂਸ ਤਾਂ ਜਿਹੜੀ ਫਿਲਾਸਫੀ ਹੈ ਗੁਰੂ ਨਾਨਕ ਸਾਹਿਬ ਦੀ ਉਹ ਪਿਓਰ ਫਿਲਾਸਫੀ ਹੈ, ਮੈਨੂੰ ਲੱਗਦਾ। ਬਿਲਕੁਲ ਬਿਲਕੁਲ। ਬਲਕਿ ਇਹ ਹੈ ਕਿ ਆਪਣਾ ਮੈਂ ਉਸ ਲੈਕਚਰ 'ਚ ਕਿਹਾ ਕਿ ਜਿੰਨਾ ਚਿਰ ਤੱਕ ਤੁਸੀਂ ਗੁਰੂ ਨਾਨਕ ਨੂੰ ਚੰਗੀ ਤਰ੍ਹਾਂ ਸਮਝ ਨਾ ਲਵੋ ਤੇ ਤੁਹਾਨੂੰ ਪੰਜਾਬੀ ਦੀ ਰੀਤ ਦਾ ਜਿਹੜਾ ਹੈਗਾ ਉਹ ਪਤਾ ਨਹੀਂ ਲੱਗ ਸਕਦਾ। ਇਹ ਮੈਂ ਉਸ ਲੈਕਚਰ 'ਚ ਕਿਹਾ ਹੈ। ਤੇ ਪਾਕਿਸਤਾਨ ਲਾਹੌਰ ਦੇ ਵਿੱਚ ਇੱਕ ਬਹੁਤ ਵੱਡੀ ਯੂਨੀਵਰਸਿਟੀ ਹੈਗੀ ਹੈ ਲਮਸ, ਪਤਾ ਨਹੀਂ ਤੁਸੀਂ ਨਾਂ ਸੁਣਿਆ ਕਦੀ ਕਿ ਨਹੀਂ। ਲਮਸ ਦਾ ਜਿਹੜਾ ਮਾਲਕ ਹੈ ਨਾ ਆਪਣਾ ਸੈਯਦ ਬਾਬਰ ਅਲੀ, ਤੇ ਉਹਨੇ ਮੈਨੂੰ ਇਨਵਾਈਟ ਕੀਤਾ ਉੱਥੇ ਯੂਨੀਵਰਸਿਟੀ ਦੇ ਵਿੱਚ, ਤੇ ਮੈਂ ਰਿਹਾ ਵੀ ਉੱਥੇ 8-10 ਦਿਨ। ਤੇ ਇੱਕ ਦਿਨ ਬਹੁਤ ਹੀ ਇਕੱਲੇ ਬੈਠਾ ਸਾਂ ਮੈਂ, ਤਾਂ ਉਹ ਹੀ ਬੈਠੇ ਸਾਂ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਇਹ ਜਿਹੜੀ ਗੱਲ ਕਹੀ ਹੈ ਬਾਬੇ ਗੁਰੂ ਨਾਨਕ ਦੇ ਬਾਰੇ 'ਚ ਕਿ ਉਹਨਾਂ ਨੂੰ ਸਮਝੇ ਬਗੈਰ ਰੀਤ ਸਮਝ 'ਚ ਨਹੀਂ ਆਉਂਦੀ, ਤੂੰ ਵਾਕਿਆ ਇਹਨੂੰ ਮੰਨ? ਮੈਂ ਕਿਹਾ ਜੀ ਮੈਂ ਬਿਲਕੁਲ ਮੰਨਣਾ ਹੀ ਹੈ, ਤੇ ਮੈਂ ਕਿਹਾ ਹੈ ਨਾ, ਮੇਰੇ ਕੋਲ ਸਿਰ ਦੇ ਤਲਵਾਰ ਲੈ ਕੇ ਤੇ ਨਹੀਂ ਸੀ ਖੜਾ ਮੈਂ ਕਵਾਂ। ਤੇ ਇਸ ਵਾਸਤੇ ਮੈਂ ਤਾਂ ਉਹਨਾਂ ਨੂੰ ਫਲਸਫੀ ਸਮਝ ਕੇ ਪੜ੍ਹਨਾ, ਔਰ ਉਹ ਫਲਸਫੀ ਸਨ। ਤੁਹਾਨੂੰ ਨਾ ਆਈ ਵਿਸ਼ ਕਿ ਮੈਂ ਤੁਹਾਡੇ ਤੋਂ ਉਹ ਪੰਜਾਬੀ ਸਿੱਖ ਸਕਾਂ ਜਿਹੜੇ, ਕਿਉਂਕਿ ਤੁਸੀਂ ਉਹ ਗੁਰੂ ਨਾਨਕ ਸਾਹਿਬ ਦੀ ਪੰਜਾਬੀ ਤੁਹਾਨੂੰ ਸਮਝ ਆਉਂਦੀ ਹੈ। ਜਿਵੇਂ ਮੈਂ ਬਾਣੀ ਪੜ੍ਹਦੀ ਹਾਂ ਤੇ ਮੈਨੂੰ ਉਹ ਸਮਝ ਨਹੀਂ ਆਉਂਦੀ, ਮੇਰੀ ਪੰਜਾਬੀ 'ਚ ਵਿਆਖਿਆ ਮੈਨੂੰ ਪੜ੍ਹਨੀ ਪੈਂਦੀ ਹੈ। ਆਈ ਵਿਸ਼ ਕਿ ਆਈ ਥਿੰਕ ਤੁਹਾਨੂੰ ਓਰੀਜਨਲੀ ਉਹ ਲੈਂਗੁਏਜ ਆਉਂਦੀ ਹੈ। ਨਹੀਂ, ਉਹ ਅਸਲ ਦੇ ਵਿੱਚ ਤੁਹਾਨੂੰ ਇਸ ਲਈ ਨਹੀਂ ਸਮਝ ਆਉਂਦੀ ਕਿ ਉਹ ਜਿਹੜੀ ਬਾਬੇ ਗੁਰੂ ਨਾਨਕ ਜੀ ਦੀ ਜਿਹੜੀ ਜ਼ੁਬਾਨ ਹੈ ਨਾ, ਉਹ ਪੰਜਾਬੀ ਵੀ 100% ਨਹੀਂ ਹੈ, ਉਹ ਸਦੁਕੜੀ ਹੈ, ਸਿੱਧਾਂ ਦੇ ਵਿੱਚ ਜਿਹੜੀ ਬੋਲੀ ਜਾਂਦੀ ਸੀ। ਉਹਦੇ ਵਿੱਚ ਸਿੱਧਾਂ, ਚੂੰਕਿ ਜਿਹੜੀ ਲੋਹਾ ਜ਼ੁਬਾਨ ਹੈ ਇਹ ਬਹੁਤ ਹਜ਼ਾਰਾਂ ਸਾਲ ਪੁਰਾਣੀ ਹੈ, ਤੇ ਉਹਦੀ ਬਹੁਤ ਸਾਰੀ ਵੋਕੈਬਲਰੀ ਤੇ ਪੰਜਾਬੀ ਵਿੱਚ ਹੈ, ਲੇਕਿਨ ਸਾਰੀ ਵੋਕੈਬਲਰੀ ਪੰਜਾਬੀ ਤੋਂ ਨਹੀਂ ਆਈ, ਕਿਉਂਕਿ ਜਿਹੜੇ ਸਿੱਧ ਸਨ ਉਹ ਤੇ ਮੁਖਤਲਿਫ ਇਲਾਕਿਆਂ ਦੇ ਲੋਕਾਂ ਦੇ ਨਾਲ ਇੰਟਰੈਕਟ ਕਰਦੇ ਸਨ ਨਾ। ਸੋ ਬਾਬੇ ਜੀ ਦੀ ਜਿਹੜੀ ਜ਼ੁਬਾਨ ਹੈ ਉਹ ਸਦੁਕੜੀ ਹੈ, ਇਸ ਲਈ ਵੀ ਉਹ ਸਮਝ ਨਹੀਂ ਆਉਂਦੀ। ਤੁਹਾਨੂੰ ਕਿੱਦਾਂ ਆਉਂਦੀ ਹੈ ਜੀ? ਕੋਸ਼ਿਸ਼ ਕਰੋ ਨਾ, ਜਿੰਨੀ ਕੋਸ਼ਿਸ਼ ਤੁਸੀਂ ਡਾਕਟਰੀ ਪੜ੍ਹਨ ਤੇ ਕੀਤੀ ਉਦੋਂ 1/10 ਕਰ ਲਓ ਤੇ ਆ ਜਾਏਗਾ ਸਮਝ। ਚਲੋ ਠੀਕ ਹੈ, ਬਹੁਤ ਮਿਹਰਬਾਨੀ। ਮੈਨੂੰ ਬੜੀ ਮਜ਼ੇਦਾਰ ਲੱਗਦੀਆਂ ਤੁਹਾਡੀਆਂ ਗੱਲਾਂ, ਮੈਨੂੰ ਲੱਗਦਾ ਕਿ ਸਾਨੂੰ ਆਪਣਾ ਪਿਛੋਕੜ ਸਮਝ ਆ ਰਿਹਾ ਹੈ। ਬਿਲਕੁਲ ਬਿਲਕੁਲ। ਮਤਲਬ ਇਹ ਹੈ ਕਿ ਤੁਸੀਂ ਡਾਕਟਰੀ ਪੜ੍ਹੀ ਇੰਨੇ ਸਾਲ,
ਸ਼ੁਰੂ ਕੀਤੀ ਤੁਸੀਂ ਕੋਈ 16 ਸਾਲਾਂ 'ਚ ਤੁਸੀਂ ਪੜ੍ਹੀ ਹੋਣੀ ਹੈ ਤੇ ਤੁਸੀਂ 1 ਸਾਲ ਹੀ ਲਾ ਦਿਓ ਬਾਬੇ ਨਾਨਕ ਦੇ ਉੱਤੇ ਤੇ ਸਮਝ ਆ ਜਾਏਗਾ। ਠੀਕ ਹੈ। ਠੀਕ ਹੈ ਜੀ, ਫਿਰ ਛੁੱਟੀ ਕਰੀਏ। ਤੁਹਾਡੀ ਮਰਜ਼ੀ। ਚਲੋ ਜੀ ਫਿਰ, ਓਕੇ ਜੀ, ਬਾਏ ਬਾਏ। ਥੈਂਕ